ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਦੀਆ ਹੋਵਹਿ ਧੇਣਵਾ, ਸੁਮ ਹੋਵਹਿ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ। ਨਦੀਆ ਹੋਵਹਿ ਧੇਣਵਾ, ਸੁਮ ਹੋਵਹਿ ਦੁੱਧ ਘੀਓ। ਸਗਲੀ ਧਰਤੀ ਸ਼ੱਕਰ ਹੋਵੈ, ਖੁਸ਼ੀ ਕਰੇ ਨਿਤ ਜੀਓ। ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਪੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਪਰਬਤ ਸੋਇਨਾ ਰੂਪਾ ਹੋਵੈ, ਹੀਰੇ ਲਾਲ ਜੜਾਓ। ਪੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਦੁਰਮਤ ਬੁੱਧੀ ਦੇ ਵਿਨਾਸ਼ਕ, ਸ਼ਾਂਤੀ ਦੇ ਸਾਗਰ, ਦੀਨਾ ਬੰਧੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਜੀਵਨ ਦੇ ਮੌਲਿਕ ਸਵਾਸਾਂ ਨੂੰ ਸਤਿਗੁਰੂ ਜੀ ਦੀ ਸੰਗਤ ਵਿੱਚ ਸਫਲ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਨੇ ਤਰਸ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਮਹਾਰਾਜ ਜੀ ਨੇ ਦਰਸ਼ਨ ਦਿਦਾਰੇ ਬਖਸ਼ੇ। ਸਤਿਗੁਰਾਂ ਜੀ ਨੇ ਬਹੁਤ ਅਪਾਰ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ। ਹਜ਼ੂਰ ਦੇ ਸਜੇ ਹੋਏ ਦਰਬਾਰ ਅੰਦਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਦੇ ਅੰਮ੍ਰਿਤ ਉਪਦੇਸ਼ ਦੀ ਕਥਾ ਮਨ ਇਕਾਗਰ ਕਰਕੇ ਸਰਵਣ ਕਰੀਏ। ਅੱਜ 12 ਮਈ ਦਾ ਦਿਨ ਹੈ ਸਾਧ ਸੰਗਤ ਜੀ। ਪਿਛਲੇ ਸਾਲ ਅੱਜ ਦੇ ਦਿਨ ਹਜ਼ੂਰ ਦੀ ਪਵਿੱਤਰ ਲੜੀਵਾਰ ਗੁਰਬਾਣੀ ਦੀ ਕਥਾ ਦਾ ਭੋਗ ਪਿਆ ਸੀ ਸਾਧ ਸੰਗਤ ਜੀ। ਤਕਰੀਬਨ 12 ਵਜੇ ਤੱਕ ਦੇ ਚੱਲੇ ਲੰਮੇ ਸਮਾਗਮ। ਬਹੁਤ ਸੰਗਤਾਂ ਨੇ ਉਤਸ਼ਾਹ ਨਾਲ ਹਾਜ਼ਰੀਆਂ ਭਰੀਆਂ। ਪੰਥ ਦੀਆਂ ਸਿਰਮੌਰ ਹਸਤੀਆਂ ਉਚੇਚੇ ਤੌਰ ਤੇ ਪਹੁੰਚੀਆਂ। ਬਹੁਤ ਸਤਿਗੁਰਾਂ ਜੀ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ, ਕਿਉਂਕਿ
ਮੇਰੇ ਜੀਵਨ ਦਾ ਇੱਕ ਯਾਦਗਾਰੀ ਉਹ ਦਿਨ ਇਸ ਕਰਕੇ ਮੈਨੂੰ ਚੇਤੇ ਰਿਹਾ। ਅੱਜ ਦੇ ਦਿਨ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਤੇ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਭੋਗ ਪਿਆ ਸੀ। ਸਤਿਗੁਰਾਂ ਬਹੁਤ ਖੁਸ਼ੀਆਂ ਰਹਿਮਤਾਂ ਵਰਤਾਈਆਂ। ਮਹਾਰਾਜ ਜੀ ਕਿਰਪਾ ਕਰਨ। ਤਕਰੀਬਨ 100 ਸਾਲ ਹੋਇਆ ਹੈ ਇਸ ਪਵਿੱਤਰ ਬਾਣੀ ਦੀ ਕਥਾ ਦੀ ਆਰੰਭਤਾ ਨੂੰ, ਕਿਉਂਕਿ ਅਗਲੇ ਦਿਨ ਹੀ ਜਿਹੜੀ ਹੈ ਤਖਤ ਸਾਹਿਬ ਦੀ ਮਰਿਆਦਾ ਮੁਤਾਬਕ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਸੀ, ਜੋ ਸਾਧ ਸੰਗਤ ਜੀ ਹੁਣ ਮਾਝ ਦੀ ਵਾਰ ਵਿੱਚ ਚੱਲ ਰਹੀ ਹੈ। ਆਪ ਜੀ ਪਿਆਰ ਸ਼ਰਧਾ ਨਾਲ ਰੋਜ਼ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰਦੇ ਹੋ। ਆਓ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਥੋੜੀ ਜੀ ਗੂੰਜ ਪੈਂਦੀ ਹੈ, ਥੋੜੀ ਜੀ ਥੱਲੇ ਕਰ ਦਿਓ। ਗੂੰਜ ਥੋੜੀ ਜੀ, ਜ਼ਿਆਦਾ ਨਾ ਘਟਾ ਦਿਓ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਗਤ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪ੍ਰਕਿਰਤੀ ਦਰਸ਼ਨ ਕਰਕੇ ਸਾਧ ਸੰਗਤ ਜੀ ਨਿਹਾਲ ਹੁੰਦੀ, ਪਸ਼ੂ ਪਕਸ਼ੀ ਸਤਿਗੁਰਾਂ ਜੀ ਦੇ ਦਰਸ਼ਨ ਦੀਦਾਰ ਕਰਕੇ ਸੁਖੀ ਹੁੰਦੇ, ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਇਹ ਹਜੂਰ ਹੁਣ ਨਾਵਾਂ ਸਤਿਗੁਰੂ ਜੀ ਜਿਹੜਾ ਹੈ 9ਵੀਂ ਪੌੜੀ ਮਹਾਰਾਜ ਉਚਾਰਨ ਕਰ ਰਹੇ ਐ ਸ਼ਲੋਕਾਂ ਸਮੇਤ। ਹਜੂਰ ਆਪਣੇ ਸ਼੍ਰੀ ਕੰਠ ਤੋਂ ਬਖਸ਼ਿਸ਼ ਕਰਦੇ ਹਨ। ਨਦੀਆ ਹੋਵਹਿ ਧੇਣਵਾ। ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਅਚਲ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਦੇ ਬੇਨਤੀ ਕਰਨ ਤੋਂ ਹਜੂਰ ਨੇ ਉਚਾਰਨ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਿੱਧਾਂ ਨੇ ਪ੍ਰਸ਼ਨ ਕੀਤਾ ਤੋ ਵੱਖਰੇ ਪ੍ਰਕਰਨ ਨਾਲ ਜਿਹੜਾ ਹੈ ਇਹਦੇ ਸੂਖਸ਼ਮ ਭੇਦ ਦੇ ਅਰਥ ਆਉਣਗੇ, ਉਹ ਆਪਾਂ ਜਿਹੜਾ ਹੈ ਨਾਲ ਨਾਲ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਨੂੰ ਸਿੱਧ ਕਹਿੰਦੇ ਆ ਮਹਾਰਾਜ, ਤੁਸੀਂ ਕਹਿੰਦੇ ਹੋ ਕਿ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਏ। ਜੇ ਭਲਾ ਮਹਾਰਾਜ ਸਾਰੇ ਹੀ ਬੰਦਗੀ ਕਰਨ ਲੱਗ ਜਾਣ ਤੇ ਫਿਰ ਮਹਾਰਾਜ ਜਗਤ ਦਾ ਕੰਮਕਾਰ ਨਹੀਂ ਸਾਰਾ ਖੜ ਜਾਏਗਾ। ਮਹਾਰਾਜ ਜਿਵੇਂ ਫਿਰ ਇਹ ਮਹਾਰਾਜ ਰੋਜੀ ਰੋਟੀ ਦਾ ਪ੍ਰਬੰਧ ਕਿਵੇਂ ਹੋਊਗਾ? ਜਿਵੇਂ ਸੰਸਾਰੀ ਜੀਵ ਵੀ ਕਹਿੰਦੇ ਆ ਨਾ ਕਿ ਭਾਈ ਤੁਸੀਂ ਤਾਂ ਵਿਹਲੇ ਹੋ ਤੇ ਸੰਗਤ ਕਰਨ ਚਲੇ ਜਾਂਦੇ ਹੋ, ਵਿਹਲੇ ਹੋ, ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਬਾਣੀ ਪੜ੍ਹਦੇ ਰਹਿੰਦੇ ਹੋ। ਸਾਧ ਸੰਗਤ ਜੀ, ਜਿਹੜਾ ਬਾਣੀ ਪੜ੍ਹਦਾ ਹੈ ਉਹ ਵਿਹਲਾ ਨਹੀਂ ਹੁੰਦਾ। ਅਸਲ ਵਿੱਚ ਜਿੰਨੇ ਜਾਣ ਬੁੱਝ ਕੇ ਬਹਾਨੇ ਲੱਭੇ ਹੋਏ ਆ ਕੰਮਾਂ ਦੇ, ਤੇ ਉਹਦਾ ਮਨ ਬਾਣੀ ਪੜ੍ਹਨਾ ਹੀ ਨਹੀਂ ਚਾਹੁੰਦਾ ਹੈ। ਜਿਹੜੇ ਨਾਮ ਦੇ ਜਪਣ ਵਿੱਚ ਪ੍ਰੇਮ ਕਰਦੇ ਆ ਉਹ ਕਿਰਤ ਹੱਥਾਂ ਨਾਲ ਕਰਦੇ ਆ, ਪਰ ਮਹਾਰਾਜ ਜੀ ਦਾ ਨਾਮ ਦਿਲ ਕਰਕੇ ਰਸਨਾ ਕਰਕੇ ਜਪਦੇ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਕੋਲ ਸਿੱਧਾ ਪ੍ਰਸ਼ਨ ਕੀਤਾ ਏ, ਮਹਾਰਾਜ ਜੇ ਭਲਾ ਸਾਰੇ ਬੰਦਗੀ ਕਰਨ ਲੱਗ ਜਾਣ ਤਾਂ ਫਿਰ ਮਹਾਰਾਜ ਸੰਸਾਰ ਦਾ ਇਹ ਕੰਮ ਕਿਵੇਂ ਚੱਲੇਗਾ? ਮਹਾਰਾਜ ਸਾਰਾ ਹੀ ਕਾਰੋਬਾਰ ਸਾਰੇ ਵਿਹਾਰ ਤਾਂ ਖੜ ਜਾਣਗੇ ਨਾ। ਮਹਾਰਾਜ ਕਹਿੰਦੇ ਨਹੀਂ ਭਾਈ ਸਿੱਧੋ, ਜੀਵ ਭਲਾ ਸਾਰੇ ਬੰਦਗੀ ਕਰ ਨਹੀਂ ਸਕਦੇ, ਪਰ ਜੇ ਸਾਰੇ ਭਲਾ ਨਾਮ ਜਪਣ ਲੱਗ ਜਾਣ, ਬੰਦਗੀ ਕਰਨ ਲੱਗ ਜਾਣ,
ਤਾਂ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਪ੍ਰਬੰਧ ਹੀ ਐਸਾ ਕਰ ਦੇਵੇਗਾ। ਹਜੂਰ ਫਰਮਾਉਂਦੇ ਹਨ, ਨਦੀਆ ਹੋਵਹਿ ਧੇਣਵਾ। ਥੋੜੀ ਗੂੰਜ ਠੀਕ ਕਰੋ, ਗੂੰਜ ਨਹੀਂ, ਗੂੰਜ ਠੀਕ ਕਰੋ, ਆਵਾਜ਼ ਥੋੜੀ ਜੀ ਭਾਵੇਂ ਰਹਿਣੀ ਦਿਓ, ਗੂੰਜ ਨਾ ਪਵੇ। ਹਾਂਜੀ ਪੜੋ ਫੇਰ। ਨਦੀਆ ਹੋਵਹਿ ਧੇਣਵਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਐ ਸਿੱਧੋ, ਜੇ ਤਾਂ ਸਾਰੇ ਬੰਦਗੀ ਕਰਨ ਲੱਗ ਜਾਣ, ਸਾਰੇ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਣ, ਹਾਂਜੀ ਠੀਕ, ਸਾਰੇ ਜੇ ਬੰਦਗੀ ਵਿੱਚ ਲੀਨ ਹੋ ਜਾਣ ਤਾਂ ਸਤਿਗੁਰੂ ਕਹਿੰਦੇ ਨਦੀਆਂ ਹੋਵਹਿ ਧੇਣਵਾ। ਧੇਨ ਗਾਂ ਨੂੰ ਕਹਿੰਦੇ ਆ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਕਿ ਵਾਹਿਗੁਰੂ ਐਸਾ ਪ੍ਰਬੰਧ ਕਰ ਦੇਵੇਗਾ ਕਿ ਨਦੀਆਂ ਹੁਣ ਤਾਂ ਪਾਣੀ ਦੀਆਂ ਵਗਦੀਆਂ ਹਨ, ਇਹ ਸਾਰੀਆਂ ਹੀ ਧੇਨ ਗਊਆਂ ਬਣ ਜਾਣਗੀਆਂ, ਦੁੱਧ ਦੀਆਂ ਵਾਹਿਗੁਰੂ ਵਗਾ ਦੇਗਾ ਸਾਰੀਆਂ ਨਦੀਆਂ। ਭਲਾ ਵੇਖੋ, ਜੇ ਨਦੀਆਂ ਹੀ ਦੁੱਧ ਦੀਆਂ ਵਗਣ ਲੱਗ ਜਾਣ, ਤਾਂ ਜੇ ਸਾਰੇ ਲੋਕ ਨਾਮ ਜਪਣ ਲੱਗ ਜਾਣ ਸਾਰੀ ਲੁਕਾਈ, ਤਾਂ ਵਾਹਿਗੁਰੂ ਪ੍ਰਬੰਧ ਹੀ ਐਸਾ ਕਰ ਦੇਵੇਗਾ। ਜਿਹੜੀਆਂ ਧੇਨ ਗਊਆਂ ਹਨ, ਵਾਹ ਇਸ ਪ੍ਰਕਾਰ ਜਿਹੜੀਆਂ ਮੱਝਾਂ ਹਨ, ਮਹਾਰਾਜ ਕਹਿੰਦੇ ਦੁੱਧ ਦੇਣ ਦੀਆਂ ਨਾ, ਇਹ ਨਦੀਆਂ ਹੀ ਦੁੱਧ ਦੇਣ ਵਾਲੀਆਂ ਬਣ ਜਾਣਗੀਆਂ। ਵਾਹਿਗੁਰੂ ਨਦੀਆਂ ਹੀ ਦੁੱਧ ਦੀਆਂ ਵਗਾ ਦੇਵੇਗਾ। ਸੁਮ ਹੋਵਹਿ ਦੁੱਧ ਘੀਓ। ਜਿਹੜੇ ਫਿਰ ਸੋਮੇ ਐ ਸਾਧ ਸੰਗਤ ਜੀ, ਜਿਵੇਂ ਪਹਾੜਾਂ ਵਿੱਚੋਂ ਪਾਣੀ ਦੇ ਝਰਨੇ ਝਰਦੇ ਐ, ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਉਹਨਾਂ ਸੋਮਿਆਂ ਵਿੱਚੋਂ ਵੀ ਦੁੱਧ ਤੇ ਘਿਓ ਵਗਾ ਦੇਵੇਗਾ। ਉਹ ਫਿਰ ਪਾਣੀ ਦੇ ਨਹੀਂ ਵਗਣਗੇ, ਉਹ ਦੁੱਧ ਤੇ ਘਿਓ ਦੇ ਵਗ ਪੈਣਗੇ। ਸਗਲੀ ਧਰਤੀ ਸ਼ੱਕਰ ਹੋਵੈ। ਸਾਰੀ ਧਰਤੀ ਹੀ ਫਿਰ ਨਾ ਸ਼ੱਕਰ ਹੋ ਜਾਵੇਗੀ, ਜਿਹੜੀ ਖੰਡ ਹੈ ਮਿਸ਼ਰੀ ਬਣ ਜਾਵੇਗੀ। ਖੁਸ਼ੀ ਕਰੇ ਨਿਤ ਜੀਓ। ਜਿੰਨਾ ਮਰਜੀ ਫਿਰ ਜੀ ਖੁਸ਼ੀ ਕਰਨ, ਖਾਣ ਪੀਣ ਆਨੰਦ ਲੈਣ। ਮਹਾਰਾਜ ਕਹਿੰਦੇ ਭਾਈ ਫਿਰ ਜਿੰਨਾ ਮਰਜੀ ਜੀਵ ਜਿਹੜਾ ਹੈ ਉਹ ਖੁਸ਼ੀਆਂ ਕਰਨ। ਪਰਬਤ ਸੋਇਨਾ ਰੂਪਾ ਹੋਵੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਸ ਪ੍ਰਕਾਰ ਜਿਹੜੇ ਪਰਬਤ ਹਨ ਉਹ ਸੋਇਨੇ ਦੇ ਤੇ ਰੂਪਾ ਚਾਂਦੀ ਦੇ ਬਣ ਜਾਣਗੇ। ਹੁਣ ਤਾਂ ਚਟਾਨਾਂ ਨੇ, ਮਿੱਟੀ ਹੈ, ਇਸ ਪ੍ਰਕਾਰ ਹੈ। ਮਹਾਰਾਜ ਕਹਿੰਦੇ ਭਾਈ ਜੇ ਸਾਰੇ ਨਾਮ ਜਪਣ ਲੱਗ ਜਾਣ ਤੇ ਮੇਰਾ ਵਾਹਿਗੁਰੂ ਪਰਬਤ ਸੋਨੇ ਦੇ ਬਣਾ ਦੇਗਾ। ਹੁਣ ਕਿਸੇ ਕੋਲ ਸੋਨਾ ਹੋਵੇ ਤੇ ਉਹ ਕਹਿੰਦਾ ਮੈਂ ਤਾਂ ਵਿਹਲਾ, ਮੈਨੂੰ ਕੀ ਕਮਾਈ ਕਰਨ ਦੀ ਲੋੜ ਹੈ ਹੁਣ। ਤੇ ਜੇ ਸਾਧ ਸੰਗਤ ਜੀ ਪਰਬਤ ਹੀ ਸਾਰੇ ਸੋਨੇ ਦੇ ਮਹਾਰਾਜ ਬਣਾ ਦੇਣ, ਤਾਂ ਫਿਰ ਵੇਖੋ ਜੀਆਂ ਨੂੰ ਕੀ ਲੋੜ ਹੈ ਹੋਰ ਕਿਸੇ ਕੰਮ ਦੇ ਕਰਨ ਦੀ। ਇਹ ਤਾਂ ਭਜਨ ਕਰਨਾ ਤੇ ਵਾਹਿਗੁਰੂ ਜਿਹੜਾ ਹੈ ਉਹ ਪ੍ਰਵਿਰਤੀ ਬਦਲ ਦੇਵੇ। ਮਹਾਰਾਜ ਕਹਿੰਦੇ ਭਾਈ ਪਰ ਲੋਭ ਦੇ ਮਾਰੇ ਜੀ ਕੋਲ ਭਜਨ ਹੁੰਦਾ ਨਹੀਂ। ਮੇਰਾ ਵਾਹਿਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਪਰਬਤ ਜਿਹੜੇ ਪਹਾੜ ਹੈ ਸੋਨੇ ਦੇ ਰੂਪਾ ਚਾਂਦੀ ਦੇ ਬਣਾ ਦੇਵੇਗਾ। ਹੀਰੇ ਲਾਲ ਜੜਾਓ। ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਵਿੱਚ ਭਾਵੇਂ ਜਿਹੜੇ ਆ ਹੀਰੇ ਤੇ ਲਾਲ ਪੰਨੇ ਸੋਹਣੇ ਪਹਾੜਾਂ ਦੇ ਅੰਦਰ, ਮਹਾਰਾਜ ਕਹਿੰਦੇ ਫਿਰ ਮੇਰਾ ਵਾਹਿਗੁਰੂ ਜਿਹੜਾ ਹੈ ਉਹ ਜੜਾ ਦੇਵੇਗਾ। ਜਿਹੜੀਆਂ ਠੀਕਰੀਆਂ ਹਨ ਉਹ ਹੀਰੇ ਜਵਾਹਰਾਤ ਲਾਲ ਪੰਨੇ ਬਣ ਜਾਣਗੀਆਂ। ਭੀ ਤੂੰ ਹੈ ਸਲਾਹਣਾ। ਮਹਾਰਾਜ ਕਹਿੰਦੇ ਭਾਈ ਜੇ ਵਾਹਿਗੁਰੂ ਨੂੰ ਭੀ ਸਲਾਹਣਾ ਕਰੇ ਨਾ, ਨਾਮ ਜਪਣਾ ਕਰੇ, ਆਖਣ ਲਹਿ ਨਾ ਚਾਓ। ਜੇ ਆਖਦਿਆਂ ਹੋਇਆਂ ਚਾਹ ਨਾ ਲਹੇ, ਸਗੋਂ ਉਤਸ਼ਾਹ ਨਾਲ ਜਪੇ ਨਾਮ, ਤੇ ਵਾਹਿਗੁਰੂ ਏਡਾ ਵੱਡਾ ਮਹਾਰਾਜ ਕਹਿੰਦੇ ਭਾਈ ਪ੍ਰਬੰਧ ਜਿਹੜਾ ਹੈ ਉਹ ਕਰ ਦੇਵੇਗਾ। ਇਹ ਸਤਿਗੁਰਾਂ ਜੀ ਨੇ ਆਖਿਆ। ਸਾਧ ਸੰਗਤ ਜੀ ਨਾਮ ਦੀ ਬੜੀ ਵੱਡੀ ਮਹਿਮਾ ਹੈ। ਜਿਹੜੇ ਨਾਮ ਜਪਣ ਲੱਗ ਜਾਂਦੇ ਆ ਨਾ, ਉਹਨਾਂ ਵਾਸਤੇ ਇਹੀ ਬਰਕਤ ਵਰਤਣ ਲੱਗ ਪੈਂਦੀ। ਭਾਵੇਂ ਕਿ ਜਿਹੜਾ ਹੈ ਪਰਮਾਦੀ ਜੀਵ, ਉਹਨੂੰ ਨਦੀਆਂ ਪਾਣੀ ਦੀਆਂ ਹੀ ਵਗਦੀਆਂ ਪ੍ਰਤੀਤ ਹੁੰਦੀਆਂ, ਤੇ ਪਰਬਤ ਮਿੱਟੀ ਚਟਾਨਾਂ ਪੱਥਰਾਂ ਦੇ ਹੀ ਪ੍ਰਤੀਤ ਹੁੰਦੇ ਐ। ਪਰ ਰੱਬ ਦੇ ਪਿਆਰਿਆਂ ਕੋਲ, ਜਿਨ੍ਹਾਂ ਕੋਲ ਨਾਮ ਦੀ ਬਰਕਤ ਹੈ ਨਾ, ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਇਹ ਸਾਰਾ ਕੁਝ ਨਦੀਆਂ ਦੁੱਧ ਦੀਆਂ ਵਗਦੀਆਂ ਪ੍ਰਤੀਤ ਹੋਣ ਲੱਗ ਜਾਂਦੀਆਂ। ਸਭ ਉਹਦੇ ਵਾਸਤੇ ਅੰਮ੍ਰਿਤ ਰੂਪ ਹੀ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਸੋਮੇ ਵੀ ਧਰਤੀ ਚੋਂ ਫੁੱਟਣ ਵਾਲੇ ਜਿਹੜੇ ਆ, ਉਹਨਾਂ ਵਾਸਤੇ ਦੁੱਧ ਘਿਓ ਦੇ ਵਗ ਪੈਂਦੇ ਆ। ਇਹ ਮਹਾਰਾਜ ਕਹਿੰਦੇ ਭਾਈ ਨਾਮ ਜਪਣ ਵਾਲਿਆਂ ਦੀ ਪ੍ਰਕਿਰਤੀ ਵੀ ਸੇਵਾ ਕਰਦੀ ਹੈ।
ਇਹ ਸਾਰੀਆਂ ਚੀਜ਼ਾਂ ਮਹਾਰਾਜ ਕਹਿੰਦੇ ਭਾਈ ਉਹਨਾਂ ਲਈ ਅੰਮ੍ਰਿਤ ਰੂਪ ਹੋ ਕਰਕੇ ਪ੍ਰਗਟ ਹੋ ਜਾਂਦੀਆਂ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਐ। ਤੋ ਸਿੱਧਾਂ ਨੇ ਮਹਾਰਾਜ ਕੋਲ ਦੂਸਰਾ ਪ੍ਰਕਰਨ ਹੈ, ਪ੍ਰਸ਼ਨ ਕੀਤਾ ਏ ਸੱਚੇ ਪਾਤਸ਼ਾਹ ਜੀ ਨੇ ਨਾ, ਜਦੋਂ ਇਹ ਸਿੱਧਾਂ ਨੇ ਬੜੀਆਂ ਆਪਣੀਆਂ ਸ਼ਕਤੀਆਂ ਵਰਤਾਈਆਂ, ਕਦੇ ਕੋਈ ਆਕਾਸ਼ ਉੱਡ ਕੇ ਵਿਖਾਵੇ, ਕੋਈ ਬਘਿਆੜ ਬਣ ਕੇ ਡਰਾਵੇ, ਤੇ ਕੋਈ ਹਨੇਰੀ ਕੋਈ ਤੂਫਾਨ ਇੰਨਾ ਜ਼ਿਆਦਾ ਤੇਜ਼ ਚਲਾਇਆ, ਤੇ ਪਰ ਹਜੂਰ ਅਚਲ ਬੈਠੇ ਰਹੇ। ਬਹੁਤ ਜ਼ਿਆਦਾ ਇਹਨਾਂ ਨੇ ਅੱਗ ਦੇ ਹੀ ਗੜੇ ਪਾਤੇ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਅੱਗ ਵਰਸਦੀ ਹੈ। ਹਜੂਰ ਕਹਿੰਦੇ ਭਾਈ ਮਰਦਾਨਾ ਚਿੱਤ ਨਾਮ ਵਿੱਚ ਜੋੜ, ਤੇਰੇ ਤੱਕ ਨਹੀਂ ਕੋਈ ਚੀਜ਼ ਆਊਗੀ। ਦੂਰ ਦੂਰ ਸਤਿਗੁਰਾਂ ਜੀ ਤੋਂ ਕਦੇ ਇਹ ਅੱਗ ਬਰਸਾਉਣ, ਕਦੇ ਮੀਂਹ ਪਵੇ, ਪਰ ਮਹਾਰਾਜ ਜੀ ਜਿੱਥੇ ਬੈਠੇ ਸੀ ਸਤਿਗੁਰੂ ਜੀ, ਅੱਜ ਉੱਥੇ ਗੁਰਦੁਆਰਾ ਸਾਹਿਬ ਵਿਦਿਮਾਨ ਹੈ, ਗੁਰਦੁਆਰਾ ਅਚਲ ਸਾਹਿਬ। ਮਹਾਰਾਜ ਜੀ ਦੇ ਨੇੜੇ ਕੋਈ ਵੀ ਚੀਜ਼ ਇਹਨਾਂ ਦੀ ਨਹੀਂ ਆਈ, ਕੋਈ ਹਨੇਰੀ, ਕੋਈ ਪੱਥਰ, ਕੋਈ ਅੱਗ ਦਾ ਗੋਲਾ, ਤੇ ਕਿਸੇ ਪ੍ਰਕਾਰ ਬਘਿਆੜ ਬਣੇ ਦੂਰੋਂ ਹੀ ਡਰਾਉਂਦੇ ਸੀ, ਭੈ ਦਿੰਦੇ ਸੀਗੇ। ਜਦੋਂ ਇਹਨਾਂ ਦੀ ਇਹ ਸ਼ਕਤੀਆਂ ਕਰਕੇ ਮਹਾਰਾਜ ਸਾਹਿਬ ਜੀ ਅਚਲ ਰਹੇ ਸਗੋਂ, ਤੇ ਇਹਨਾਂ ਨੂੰ ਜਿਹੜਾ ਮਾਣ ਸੀ ਨਾ ਇਹਨਾਂ ਦਾ, ਉਹ ਹਜੂਰ ਨੇ ਤੋੜਨ ਵਾਸਤੇ ਸਤਿਗੁਰਾਂ ਜੀ ਨੇ ਨਾ ਇਹਨਾਂ ਦੀ ਸਾਰੀ ਸ਼ਕਤੀ ਖਿੱਚ ਲਈ ਮਹਾਰਾਜ ਨੇ। ਜਿਵੇਂ ਬੱਚੇ ਪਾਣੀ ਦੇ ਗਲਾਸ ਵਿੱਚੋਂ ਪੀਕ ਦੇ ਨਾਲ ਸਾਰਾ ਹੀ ਪਾਣੀ ਸਵਾਸ ਨਾਲ ਖਿੱਚ ਲੈਂਦੇ ਆ ਨਾ, ਇਵੇਂ ਹਜੂਰ ਨੇ ਸਾਰੀ ਸ਼ਕਤੀ ਸਿੱਧਾਂ ਦੀ ਖਿੱਚ ਲਈ। ਨਾ ਉੱਡਣ ਦੀ ਸ਼ਕਤੀ ਰਹੀ, ਨਾ ਪਤਾਲ 'ਚ ਜਾਣ ਦੀ ਸ਼ਕਤੀ ਰਹੀ, ਨਾ ਸੂਖਸ਼ਮ ਬਣਨ ਦੀ, ਨਾ ਵੱਡੇ ਬਣਨ ਦੀ, ਨਾ ਦੂਰ ਦੇਸ਼ ਰਟਨ ਕਰਨ ਦੀ, ਨਾ ਦਿਲ ਦੀਆਂ ਗੱਲਾਂ ਬੁੱਝਣ ਦੀ, ਨਾ ਅੱਗ ਵਰਸਾਉਣ ਦੀ। ਹੁਣ ਇਹ ਕੋਈ ਸ਼ਕਤੀ ਨਾ ਰਹੀ। ਤੇ ਫਿਰ ਜਦੋਂ ਸ਼ਕਤੀ ਗਵਾ ਲਈ ਨਾ, ਤੇ ਨਿੰਮੋ ਝੂਣੇ ਹੋ ਕੇ ਮਹਾਰਾਜ ਕੋਲ ਆ ਕੇ ਬੈਠ ਗਏ, ਸੱਚੇ ਪਾਤਸ਼ਾਹ ਦੇ ਕੋਲ। ਹਜੂਰ ਨੂੰ ਫਿਰ ਪੁੱਛਦੇ ਆ, ਭਾਵੇਂ ਕਿ ਇਹਨਾਂ ਦੀਆਂ ਸ਼ਕਤੀਆਂ, ਫਿਰ ਭਾਈ ਅਜਿੱਤਾ ਮਹਾਰਾਜ ਦਾ ਸਿੱਖ ਸੀਗਾ, ਉਹਨ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਇਹਨਾਂ ਦੀਆਂ ਸ਼ਕਤੀਆਂ ਮੋੜ ਦਿਓ ਗਰੀਬ ਨਵਾਜ। ਸਤਿਗੁਰੂ ਕਹਿੰਦੇ ਭਾਈ ਅਜਿੱਤਿਆ ਹੰਕਾਰੀ ਆਏ, ਮਹਾਰਾਜ ਇਹਨਾਂ ਨੂੰ ਸੱਚੇ ਪਾਤਸ਼ਾਹ ਪਰਮਾਰਥ ਦਾ ਰਾਹ ਦਿਖਾਓ, ਆਪ ਨਿਰੰਕਾਰ ਹੋ ਸੱਚੇ ਪਾਤਸ਼ਾਹ ਜੀ। ਵਿਚਾਰਿਆਂ ਸਾਰੀ ਜ਼ਿੰਦਗੀ ਵਿੱਚ ਇਹਨਾਂ ਮੁਸ਼ੱਕਤ ਕਰਕੇ ਸ਼ਕਤੀਆਂ ਪਾਈਆਂ ਨੇ, ਮਹਾਰਾਜ ਆਪ ਤੇ ਸਮੁੰਦਰ ਹੋ ਸੱਚੇ ਪਾਤਸ਼ਾਹ। ਇਹਨਾਂ ਦੀ ਇੱਕ ਬੂੰਦ ਜਿਹੜੀ ਹੈ ਉਹ ਇਹਨਾਂ ਨੂੰ ਮੋੜ ਦਿਓ ਮਹਾਰਾਜ। ਸਤਿਗੁਰਾਂ ਭਾਈ ਅਜਿੱਤੇ ਦੀ ਬੇਨਤੀ ਸੁਣ ਕਰਕੇ ਇਹਨਾਂ ਨੂੰ ਫਿਰ ਸ਼ਕਤੀ ਮੋੜ ਦਿੱਤੀ। ਜਦੋਂ ਫਿਰ ਸ਼ਕਤੀ ਸਹਿਤ ਹੋਏ ਨਾ, ਇਹਨਾਂ ਫਿਰ ਮਹਾਰਾਜ ਜੀ ਨੂੰ ਪੁੱਛਿਆ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਸਾਨੂੰ ਦੱਸੋ ਕਿ ਆਪ ਵਿੱਚ ਕਿੰਨੀ ਕੁ ਸ਼ਕਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸ਼ਕਤੀਆਂ ਤੇ ਮੇਰੇ ਨਿਰੰਕਾਰ ਦੀਆਂ ਨੇ ਸਿੱਧੋ। ਸੱਚੇ ਪਾਤਸ਼ਾਹ ਜੀ ਦੀ ਹਜੂਰ ਦੀ ਨਿਮਰਤਾ ਸੀ। ਸਿੱਧਾ ਨੇ ਫਿਰ ਵੀ ਜਦੋਂ ਪੁੱਛਿਆ ਮਹਾਰਾਜ ਦੱਸੋ ਸਾਨੂੰ ਤੁਹਾਡੇ ਵਿੱਚ ਕਿੰਨੀ ਕੁ ਸ਼ਕਤੀ ਹੈ, ਮਹਾਰਾਜ ਇੱਥੇ ਸ਼ਕਤੀ ਦਰਸਾਈ ਹੈ, ਪਰ ਮਹਾਰਾਜ ਦੱਸਿਆ ਹੈ ਕਿ ਭਾਈ ਪਰ ਅਸੀਂ ਇਸ ਸ਼ਕਤੀ ਨੂੰ ਕੁਝ ਨਹੀਂ ਸਮਝਦੇ, ਵਾਹਿਗੁਰੂ ਦਾ ਨਾਮ ਜਪਣਾ ਹੀ ਸਭ ਤੋਂ ਉੱਤਮ ਸਮਝਦੇ ਹਾਂ। ਤੋ ਹਜੂਰ ਫਰਮਾਉਂਦੇ ਹਨ, ਨਦੀਆ ਹੋਵੈ ਧੇਣਵਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਸਿੱਧੋ, ਭਾਵੇਂ ਸਾਨੂੰ ਵਾਹਿਗੁਰੂ ਨੇ ਬਰਕਤ ਦਿੱਤੀ ਹੈ ਕਿ ਨਦੀਆਂ ਅਸੀਂ ਜਿਹੜੀਆਂ ਹਨ ਨਾ ਉਹ ਧੇਣਵਾ ਦੁੱਧ ਦੀਆਂ ਵਗਾ ਸਕਦੇ ਹਾਂ। ਜੋ ਧੇਨ ਗਾਵਾਂ ਤੇ ਮੱਝਾਂ ਦੁੱਧ ਦਿੰਦੀਆਂ ਨਾ, ਮਹਾਰਾਜ ਕਹਿੰਦੇ ਅਸੀਂ ਨਦੀਆਂ ਹੀ ਦੁੱਧ ਦੀਆਂ ਵਗਾ ਸਕਦੇ ਹਾਂ। ਸੁਮ ਹੋਵੈ ਦੁੱਧ ਘੀਓ। ਤੇ ਜਿਹੜੇ ਸੋਮੇ ਹਨ ਨਾ ਧਰਤੀ ਚੋਂ ਨਿਕਲਣ ਵਾਲੇ ਜਾਂ ਪਹਾੜਾਂ ਤੋਂ ਫੁੱਟਣ ਵਾਲੇ ਝਰਨੇ, ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਵਿੱਚੋਂ ਪਾਣੀ ਤੇ ਦੁੱਧ ਵਗਾ ਪਾਣੀ ਦੀ ਥਾਵੇਂ ਦੁੱਧ ਤੇ ਘਿਓ ਵਗਾ ਸਕਦੇ ਹਾਂ। ਸਗਲੀ ਧਰਤੀ ਸ਼ੱਕਰ ਹੋਵੇ। ਸਾਰੀ ਦੀ ਸਾਰੀ ਧਰਤੀ ਨੂੰ ਹਜੂਰ ਕਹਿੰਦੇ ਸਿੱਧੋ ਅਸੀਂ ਸ਼ੱਕਰ ਦੀ, ਖੰਡ ਦੀ, ਮਿਸ਼ਰੀ ਦੀ ਬਣਾ ਸਕਦੇ ਹਾਂ। ਖੁਸ਼ੀ ਕਰੇ ਨਿਤ ਜੀਓ। ਫਿਰ ਸਾਰੇ ਜੀ ਜਿਹੜੇ ਆ ਸਦਾ ਫਿਰ ਖੁਸ਼ੀ ਕਰਨ, ਆਨੰਦ ਮਾਣਨ। ਪਰਬਤ ਸੋਇਨਾ ਰੂਪਾ ਹੋਵੇ। ਜਿਹੜੇ ਪਰਬਤ ਹਨ ਨਾ ਉਹ ਸੋਨੇ ਦੇ ਬਣਾ ਸਕਦੇ ਆ। ਵਾਹਿਗੁਰੂ ਨੇ ਸਾਨੂੰ ਐਡੀ ਸਮਰੱਥਾ ਦਿੱਤੀ ਹੈ। ਮਹਾਰਾਜ ਕਹਿੰਦੇ ਭਾਈ ਰੂਪਾ ਜਿਹੜਾ ਕੈਲਾਸ਼ ਪਰਬਤ ਹੈ ਨਾ, ਉਹ ਸਾਰਾ ਚਾਂਦੀ ਦਾ ਹੀ ਮਹਾਰਾਜ ਕਹਿੰਦੇ ਬਣਾ ਸਕਦੇ ਆ। ਇਸ ਪ੍ਰਕਾਰ ਪਰਬਤ ਸੋਇਨਾ ਰੂਪਾ ਹੋਵੇ। ਰੂਪਾ ਚਾਂਦੀ ਨੂੰ ਕਹਿੰਦੇ ਆ। ਸੋਨੇ ਤੇ ਚਾਂਦੀ ਦੇ ਪਹਾੜ ਸਾਰੇ ਬਣਾ ਸਕਦੇ ਹਾਂ। ਹੀਰੇ ਲਾਲ ਜੜਾਓ। ਉਹਨਾਂ ਵਿੱਚ ਮਹਾਰਾਜ ਕਹਿੰਦੇ ਹੀਰੇ ਸੋਹਣੇ ਪੰਨੇ ਲਾਲ ਜਿਹੜੇ ਆ, ਠੀਕਰੀਆਂ ਸਾਰੀਆਂ
ਇਹ ਮਹਾਰਾਜ ਕਹਿੰਦੇ ਭਾਈ ਹੀਰੇ ਲਾਲ ਪੰਨੇ ਬਣਾ ਸਕਦੇ ਆ ਜੜਾਊ ਜੜੇ ਹੋਏ। ਭੀ ਤੂੰ ਹੈ ਸਾਲਾਹਣਾ। ਏਡੀ ਤਾਕਤ ਦੇ ਮਾਲਕ ਆ ਸਿੱਧੋ ਪਰਤਾਵੀ, ਅਸੀਂ ਤਾਂ ਭੀ ਤੂੰ ਹੈ ਸਾਲਾਹਣਾ। ਵਾਹਿਗੁਰੂ ਤੇਰਾ ਸਲਾਉਣਾ ਹੀ ਸਭ ਤੋਂ ਚੰਗਾ ਸਮਝਦੇ ਆ। ਇਹ ਸ਼ਕਤੀਆਂ ਕੀ ਕਰਨੀਆਂ ਨੇ? ਜੇ ਮਹਾਰਾਜ ਕਹਿੰਦੇ ਭਾਈ ਪਾ ਕੇ ਸ਼ਕਤੀ ਵਾਹਿਗੁਰੂ ਭੁੱਲ ਜਾਵੇ ਤਾਂ ਸ਼ਕਤੀ ਕੀ ਕੰਮ ਹੈ, ਕਿਸ ਅਰਥ ਵੈ? ਮਹਾਰਾਜ ਕਹਿੰਦੇ ਭੀ ਤੂੰ ਹੈ ਸਾਲਾਹਣਾ। ਵਾਹਿਗੁਰੂ ਅਸੀਂ ਤਾਂ ਤੈਨੂੰ ਹੀ ਫਿਰ ਵੀ ਸਲਾਉਣਾ ਕਰੀਏ। ਆਖਣ ਲਹਿ ਨ ਚਾਓ। ਆਖਣ ਨਾਲ ਮਹਾਰਾਜ ਤੇਰਾ ਨਾਮ ਜਪਣ ਨਾਲ ਸਾਡਾ ਚਾਹ ਨਾ ਲਹੇ, ਹੋਰ ਉਤਸ਼ਾਹ ਨਾਲ ਮਹਾਰਾਜ ਤੇਰਾ ਨਾਮ ਜਪੀਏ। ਜਿਵੇਂ ਜਿਹਨੂੰ ਚਾਹ ਨਹੀਂ ਨਾ ਹੁੰਦਾ, ਉਤਸ਼ਾਹ ਨਹੀਂ ਹੁੰਦਾ ਹੈ, ਤੇ ਉਹ ਸਾਧ ਸੰਗਤ ਜੀ ਬੱਧਾ ਚੱਟੀ ਭਰਨ ਵਾਂਗ ਨਾਮ ਕਹਿੰਦੇ ਜਪਿਆ ਸੀਗਾ। ਸਵੇਰੇ ਪੜਿਆ ਸੀ ਜਪਜੀ ਸਾਹਿਬ, ਹੁਣ ਸਾਰਾ ਦਿਨ ਮੈਂ ਜਪਜੀ ਸਾਹਿਬ ਹੀ ਪੜ੍ਹੀ ਜਾਵਾਂ। ਤੇ ਬੱਚਿਆਂ ਨੂੰ ਕਈ ਵਾਰੀ ਮਾਂ ਪਿਓ ਪ੍ਰੇਰਦੇ ਐ ਕਿ ਭਾਈ ਤੂੰ ਨਿਤਨੇਮ ਕਰਨਾ ਸੀਗਾ। ਉਹ ਕਹਿੰਦਾ ਕਰ ਤਾਂ ਲਿਆ ਸੀ, ਚੋਰੀ ਚੋਰੀ ਕਈ ਵਾਰੀ ਬੱਚੇ ਝੂਠ ਬੋਲਦੇ ਆ, ਦੱਸਦੇ ਨਹੀਂ ਨਾ, ਕਿਉਂਕਿ ਚਾਹ ਨਹੀਂ ਹੈ ਅੰਦਰ। ਚਾਹ ਹੈ ਟੈਲੀਵਿਜ਼ਨ ਦੇ ਵੇਖਣ ਦਾ, ਚਾਹ ਹੈ ਗੇਮਾਂ ਦੇ ਖੇਡਣ ਦਾ। ਤੇ ਇਸ ਕਰਕੇ ਉੱਥੇ ਜੇ ਕਹੋ ਕਿ ਤੂੰ ਹੁਣ ਥੋੜਾ ਚਿਰ ਹੋਰ ਗੇਮ ਖੇਡ ਲੈਣੀ ਸੀ, ਇਹ ਨਹੀਂ ਕਹਿਣਾ ਕਿ ਮੈਂ ਪਹਿਲੋਂ ਖੇਡ ਹਟਿਆ, ਨਹੀਂ ਮੈਂ ਹੋਰ ਖੇਡ ਲੈਣਾ ਫਿਰ, ਕਿਉਂਕਿ ਚਾਹ ਹੈ ਨਾ ਉਹਦੇ ਕਰਨ ਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਾਨੂੰ ਚਾਹ ਨਾ ਲਹੇ ਵਾਹਿਗੁਰੂ ਦੇ ਨਾਮ ਦੇ ਜਪਣ ਦਾ। ਮਹਾਰਾਜ ਕਹਿੰਦੇ ਭਾਈ ਇਹ ਸ਼ਕਤੀਆਂ ਤੋਂ ਕੀ ਕਰਾਉਣਾ? ਜੇ ਏਡੇ ਸ਼ਕਤੀ ਵਾਲਾ ਵੀ ਹੋਵੇ, ਵਾਹਿਗੁਰੂ ਦਾ ਨਾਮ ਨਾ ਮਹਾਰਾਜ ਕਹਿੰਦੇ ਭਾਈ ਵਿਸਰੇ। ਕਦੇ ਵੀ ਮਹਾਰਾਜ ਕਹਿੰਦੇ ਨਾਮ ਨਹੀਂ ਭੁੱਲਣਾ ਚਾਹੀਦਾ। ਆਖਦਿਆਂ ਹੋਇਆਂ ਵਾਹਿਗੁਰੂ ਤੇਰੇ ਨਾਮ ਨੂੰ ਸਾਡਾ ਚਾਹ ਨਾ ਘਟੇ, ਬਹੁਤੇ ਉਤਸ਼ਾਹ ਨਾਲ ਚਾਹ ਨਾਲ ਤੇਰਾ ਨਾਮ ਜਪੀਏ। ਮਹੱਲਾ ਪਹਿਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਭਾਰ 18 ਮੇਵਾ ਹੋਵੇ। ਫਿਰ ਮਹਾਰਾਜ ਕਹਿੰਦੇ ਸਿੱਧੋ ਜਿਹੜਾ ਨਾ ਇਹ ਬਨਸਪਤੀ 18 ਭਾਰ ਸਾਧ ਸੰਗਤ ਜੀ ਮੰਨੀ ਹੈ। ਇਸ ਪ੍ਰਕਾਰ ਸਤਜੁਗ ਦੇ ਵਿੱਚ ਕਹਿੰਦੇ ਸੀ ਜਿਹੜੀ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਬਨਸਪਤੀ ਹੈ, ਇਹ ਸਾਧ ਸੰਗਤ ਜੀ ਬਹੁਤ ਜ਼ਿਆਦਾ ਸੀਗੀ। ਤੇ ਉਸ ਤੋਂ ਉਪਰੰਤ ਫਿਰ ਤ੍ਰੇਤੇ ਦੇ ਅੰਦਰ, ਦੁਰਾਪਰ ਦੇ ਅੰਦਰ ਇਹ 18 ਭਾਰ ਜਿਹੜੀ ਸੀ ਸਤਜੁਗ ਦੇ ਵਿੱਚ ਮੰਨੀ ਜਾਂਦੀ ਸੀਗੀ। ਤੇ ਫਿਰ ਇਸ ਪ੍ਰਕਾਰ ਤ੍ਰੇਤੇ ਦੇ ਅੰਦਰ 16 ਭਾਰ ਹੋ ਗਈ, ਤੇ ਦੁਆਪਰ ਦੇ ਅੰਦਰ ਜਿਹੜੀ ਹੈ ਇਸ ਪ੍ਰਕਾਰ 12 ਭਾਰ ਬਨਸਪਤੀ ਮੰਨੀ ਗਈ। ਤੇ ਫਿਰ ਸਾਧ ਸੰਗਤ ਜੀ ਕਲਯੁਗ ਦੇ ਅੰਦਰ ਜਿਹੜੀ ਆ ਨਾ ਉਹ ਜਿਹੜੀ ਹੈ ਇਸ ਪ੍ਰਕਾਰ 8 ਹੀ ਰਹਿ ਗਈ ਹੈ, ਜਾਂ ਇਸ ਪ੍ਰਕਾਰ ਹੁਣ ਤਾਂ ਇੰਨੀ ਘਟਦੀ ਜਾਂਦੀ ਹੈ ਬਨਸਪਤੀ, ਉਹ 4 ਭਾਰ ਹੀ ਮਸਾਂ ਰਹਿਣ ਨੂੰ ਹੈ। ਇਸ ਤਰ੍ਹਾਂ ਬਹੁਤੀ ਜ਼ਿਆਦੀ ਬਨਸਪਤੀ ਜਿਹੜੀ ਆ ਉਸ ਨੂੰ ਜਿਹੜਾ ਹੈ ਉਹ ਨਾਸ਼ ਕਰਦੇ ਆ, ਕੱਟੀ ਵੱਢੀ ਜਾਂਦੇ ਆ। ਜਿਹੜੀ ਇਹ ਬਨਸਪਤੀ ਹੈ ਇਹ ਜਨ ਜੀਵਨ ਹੈ ਮਨੁੱਖ ਦਾ। ਬਹੁਤ ਜ਼ਿਆਦਾ ਪੌਦੇ ਜਿਹੜੇ ਹੈ ਉਹ ਸਾਡੇ ਜੀਵਨ ਵਿੱਚ ਉੱਤਮ ਹੈ, ਸਹਾਈ ਹੁੰਦੇ, ਸਾਡੇ ਜੀਵਨ ਨੂੰ ਸੌਖਾ ਕਰਦੇ ਹੈ। ਤੇ ਉਹਦਾ ਕਿੰਨਾ ਕੁ ਲਾਭ ਹੈ ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਸਾਧ ਸੰਗਤ ਜੀ ਬੜੇ ਹੀ ਸੁਖਕਾਰੀ ਹਨ। ਅੱਜ ਮਨੁੱਖ ਨੂੰ ਸਮਝ ਆਈ ਹੈ ਕਿ ਜੰਗਲ ਚਾਹੀਦੇ ਹੈ। ਜਿਹੜੇ ਬਾਹਰਲੇ ਦੇਸ਼ ਹਨ ਨਾ, ਅਮਰੀਕਾ ਕੈਨੇਡਾ ਵਰਗੇ, ਉੱਥੇ ਆਪਣੇ ਬਾਹਰ ਕਿਸੇ ਜੰਗਲ ਵਿੱਚੋਂ ਰੁੱਖ ਤਾਂ ਕੀ ਕੱਟਣਾ, ਕੋਈ ਆਪਣੇ ਘਰ ਦਾ ਰੁੱਖ ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਕੱਟ ਨਹੀਂ ਸਕਦਾ ਹੈ, ਤੇ ਨਹੀਂ ਤੇ ਉਹਦੇ ਤੇ ਕੇਸ ਹੋ ਜਾਂਦਾ ਹੈ। ਤੇ ਬਹੁਤ ਜ਼ਿਆਦਾ ਬਨਸਪਤੀ ਦੀ ਸੰਭਾਲ ਕੀਤੀ ਜਾਂਦੀ ਹੈ। ਹੁਣ ਖਡੂਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਜੀ ਸਤਪੁਰਸ਼, ਉਹਨਾਂ ਨੇ ਬੜੇ ਰੁੱਖ ਲਗਾਏ ਹੈ, ਤੇ ਉਹਨਾਂ ਦੀ ਸੰਭਾਲ ਵੀ ਸੇਵਾਦਾਰ ਬੜੀ ਭਾਵਨਾ ਨਾਲ ਕਰਦੇ। ਬਾਬਾ ਜੀ ਦੱਸਦੇ ਸੀਗੇ ਕਿ ਹੁਣ ਆਪਾਂ ਜੰਗਲ ਵੀ ਜਿਹੜੇ ਆ ਉਹ ਲਗਾ ਰਹੇ ਆ। ਜਿਹੜੀਆਂ ਪੰਚਾਇਤੀ ਥਾਵਾਂ ਨਾ, ਪਿੰਡ ਜਿਹੜੇ ਦਿੰਦੇ ਆ, ਤੇ ਉੱਥੇ ਬਾਬਾ ਜੀ ਹੁਣ ਜੰਗਲ ਲਗਵਾ ਰਹੇ ਆ। ਬਹੁਤ ਨਿਮਰਤਾ ਮਹਾਰਾਜ ਉਹਨਾਂ ਨੂੰ ਦਿੱਤੀ, ਸੇਵਾ ਬਹੁਤ ਕਰਦੇ, ਪਰ ਕਦੇ ਆਪਣਾ ਆਪ ਜਣਾਉਂਦੇ ਨਹੀਂ ਹਨ। ਇਉਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ, ਭਾਰ 18 ਮੇਵਾ ਹੋਵੇ। 18 ਭਾਰ ਜਿਹੜੀ ਬਨਸਪਤੀ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਹੁਣ ਤਾਂ ਇਹਦੇ ਵਿੱਚੋਂ ਕੋਈ ਨਿੰਮ ਹੈ, ਕੌੜੀ, ਕੋਈ ਅੱਕ ਵੈ। ਮਹਾਰਾਜ ਕਹਿੰਦੇ ਸਾਰੀ ਹੀ ਵਾਹਿਗੁਰੂ ਏਡੀ ਸ਼ਕਤੀ ਸਾਨੂੰ ਬਖਸ਼ੀ ਹੈ ਕਿ ਸਾਰੀ ਹੀ ਮੇਵਾ ਮਿੱਠਾ ਮਹਾਰਾਜ ਕਹਿੰਦੇ ਜਿਹੜਾ ਹੈ ਨਾ ਉਹ ਪ੍ਰਸਾਦ ਲੱਗੇ, ਫਲ ਲੱਗੇ, ਮੇਵੇ ਲੱਗਣ। ਉਹ ਮਹਾਰਾਜ ਕਹਿੰਦੇ ਨਿੰਮਾਂ ਵੀ ਜਿਹੜੀਆਂ ਕੌੜੀਆਂ ਨਾ ਰਹਿਣ, ਅੱਕ ਵੀ ਜਿਹੜੇ ਕੌੜੇ ਨਾ ਰਹਿਣ,
ਵਾਹਿਗੁਰੂ ਨੇ ਸਾਨੂੰ ਏਡੀ ਤਾਕਤ ਬਖਸ਼ੀ ਹੈ ਕਿ 18 ਭਾਰ ਬਨਸਪਤੀ ਅਸੀਂ ਸਾਰੀ ਹੀ ਅੰਮ੍ਰਿਤ ਵਰਗੇ ਮਿੱਠੇ ਫਲ ਲਾ ਸਕਦੇ ਆਂ, ਮੇਵੇ ਲੱਗ ਜਾਣਗੇ। ਗਰੁੜਾ ਹੋਏ ਸੁਆਉ। ਫਿਰ ਜਿਹੜਾ ਸਵਾਂਗ ਇੱਕ ਘਾਹ ਹੁੰਦਾ ਸਾਧ ਸੰਗਤ ਜੀ, ਉਹਨੂੰ ਮਾਝੇ ਵਿੱਚ ਸਵਾਂਗ ਵੀ ਕਹਿੰਦੇ ਆ। ਉਹ ਬਰੀਕ ਘਾਹ ਜਿਹੜਾ ਨਾ ਮਹਾਰਾਜ ਕਹਿੰਦੇ ਭਾਈ ਗਰੜਾ ਚੌਲਾਂ ਨੂੰ ਕਹਿੰਦੇ ਆ, ਬਾਸਪਤੀ ਦੇ ਚੌਲ ਬਣ ਜਾਣ। ਇਸ ਪ੍ਰਕਾਰ ਜਿਹੜਾ ਨਿਹੰਗ ਸਿੰਘਾਂ ਵਿੱਚ ਚੌਲਾਂ ਨੂੰ ਗਰੜਾ ਬੋਲਿਆ ਜਾਂਦਾ ਹੈ ਨਾ, ਇੱਥੋਂ ਹੀ ਲਿਆ ਹੈ। ਜਦੋਂ ਚੌਲ ਬਣੇ ਹੋਣ ਤਾਂ ਉਹ ਕਹਿੰਦੇ ਗਰੜਾ ਬਣਿਆ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਸਵਾਂਗ ਘਾਹ ਆਦਿਕ ਵੈ, ਉਹ ਸਤਿਗੁਰੂ ਜੀ ਕਹਿੰਦੇ ਭਾਈ ਜੇ ਇਸ ਪ੍ਰਕਾਰ ਉਹਦਾ ਗਰੜਾ ਚੌਲ ਸਾਰੇ ਬੜੇ ਨਰਮ ਸਵਾਦੀ ਬਣ ਜਾਣ। ਚੰਦ ਸੂਰਜ ਦੋਏ ਫਿਰਦੇ ਰਖੀਏ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਉਹ ਤਾਂ ਸੁੰਦਰ ਜਿਹੜੇ ਸਵਾਂਗ ਘਾਹ ਤੋਂ ਚੌਲ ਬਣਾ ਦਈਏ ਤੇ ਫਿਰ ਚੰਦ ਸੂਰਜ ਦੋਏ ਫਿਰਦੇ ਰੱਖੀਏ। ਜਿਹੜੇ ਇਹ ਚੰਦਰਮਾ ਤੇ ਸੂਰਜ ਵੈ, ਇਹ ਜਿਹੜਾ ਹੈ ਸਾਧ ਸੰਗਤ ਜੀ ਚੱਲ ਰਹੇ ਹੈ। ਜਿਹੜਾ ਹੈ ਦਿਨ ਰਵ ਚਲੈ ਨਿਸ ਸੱਸ ਚਲੈ, ਤਾਰਕਾ ਲੱਖ ਪੁਲੋਏ, ਇਹ ਸਭ ਕੁਝ ਵਾਹਿਗੁਰੂ ਨੇ ਚਲਾਇਮਾਨ ਕੀਤਾ ਹੋਇਆ ਨਾ। ਮਹਾਰਾਜ ਕਹਿੰਦੇ ਆ ਕਿ ਭਾਈ ਚੰਦ ਸੂਰਜ ਦੋਏ ਫਿਰਦੇ ਰੱਖੀਏ, ਫਿਰਦੇ ਐ ਪਰ ਇਹਨਾਂ ਨੂੰ ਟਿਕਾ ਰੱਖੀਏ। ਵਾਹਿਗੁਰੂ ਨੇ ਇੰਨੀ ਸ਼ਕਤੀ ਦਿੱਤੀ ਹੈ, ਅਸੀਂ ਚਾਹੀਏ ਤੇ ਸੂਰਜ ਨੂੰ ਰੋਕ ਦਈਏ, ਚਾਹੀਏ ਤੇ ਚੰਦਰਮਾ ਰੋਕ ਦਈਏ। ਨਿਹਚਲ ਹੋਵੇ ਥਾਉ। ਆ ਜਿਹੜੀ ਧਰਤੀ ਹੈ ਨਾ, ਇਹ ਚਲਾਇਮਾਨ ਗਈ ਹੈ। ਜੀਵ ਜੰਮਦੇ ਆ, ਮਰ ਕੇ ਚਲੇ ਜਾਂਦੇ ਆ, ਪਰ ਮਹਾਰਾਜ ਕਹਿੰਦੇ ਧਰਤੀ ਰੂਪੀ ਥਾਂ ਨੂੰ ਜੇ ਚਾਹੀਏ ਤੇ ਨਿਹਚਲ ਕਰ ਦਈਏ, ਕੋਈ ਮਰੇ ਹੀ ਨਾ ਧਰਤੀ ਤੇ। ਐਡੀ ਸ਼ਕਤੀ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਹਜੂਰ ਸਿੱਧਾ ਨੂੰ ਕਹਿੰਦੇ ਐਡੀ ਸ਼ਕਤੀ ਦੇ ਮਾਲਕਾਂ ਸਿੱਧੋ, ਜੇ ਚਾਹੀਏ ਤੇ ਧਰਤੀ ਨੂੰ ਅਚਲ ਕਰ ਦਈਏ, ਕੋਈ ਇੱਥੋਂ ਮਰੇ ਹੀ ਨਾ, ਅਮਰਾ ਪਦਵੀ ਸਭ ਨੂੰ ਦੇ ਦਈਏ। ਭੀ ਤੂੰ ਹੈ ਸਲਾਹਣਾ। ਫਿਰ ਵੀ ਮਹਾਰਾਜ ਕਹਿੰਦੇ ਐਡੀ ਸ਼ਕਤੀ ਨੂੰ ਪ੍ਰਾਪਤ ਕਰਕੇ ਵੀ ਅਸੀਂ ਕਹਿੰਦੇ ਆ ਕਿ ਵਾਹਿਗੁਰੂ ਤੈਨੂੰ ਸਲਾਉਣਾ ਹੀ ਚੰਗਾ ਹੈ, ਤੇਰਾ ਨਾਮ ਜਪਣਾ ਹੀ ਸਭ ਤੋਂ ਚੰਗਾ ਹੈ। ਵੇਖ ਲਓ ਜੇ ਸਾਡੇ ਕੋਲ ਕੋਈ ਮਾੜੀ ਜੀ ਆ ਜੇ, ਸਹੀ ਮਾਇਆ ਹੀ ਆ ਜੇ ਤੇ ਭੁੱਲ ਜਾਂਦੇ ਝੱਟ। ਕਹਿੰਦੇ ਨਿਤਨੇਮ ਉਹ ਪਹਿਲੋਂ ਕਰੀਦਾ ਸੀ ਬਾਬਾ ਜੀ, ਹੁਣ ਤਾਂ ਟਾਈਮ ਨਹੀਂ ਲੱਗਦਾ। ਇਹ ਸਾਧ ਸੰਗਤ ਜੀ ਹਾਲਤ ਹੈ, ਹਜੂਰ ਦਿਖਾਉਂਦੇ ਆ। ਮਹਾਰਾਜ ਕਹਿੰਦੇ ਭਾਈ ਏਡੀ ਸ਼ਕਤੀ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ। ਆਪ ਨਿਰੰਕਾਰ ਰੂਪ ਹੈ ਨਾ ਸਤਿਗੁਰੂ ਜੀ, ਇਹ ਸ਼ਕਤੀਆਂ ਨਿਰੰਕਾਰ ਚ ਨੇ, ਹੋਰ ਕਿਸੇ ਚ ਨਹੀਂ ਹਨ। ਇਸੇ ਕਰਕੇ ਮਹਾਰਾਜ ਸਿੱਧਾਂ ਦੇ ਬੇਨਤੀ ਕਰਨ ਤੋਂ ਹੀ ਦੱਸਦੇ ਆ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਨਾਨਕ ਸਾਹਿਬ ਜੀ। ਮਹਾਰਾਜ ਕਹਿੰਦੇ ਸਿੱਧੋ ਏਡੀ ਸ਼ਕਤੀ ਹੈ, ਪਰ ਫਿਰ ਵੀ ਵਾਹਿਗੁਰੂ ਦੇ ਸਲਾਉਣ ਦਾ ਹੀ ਅਸੀਂ ਉੱਤਮ ਚੰਗਾ ਸਮਝਦੇ ਆਂ। ਆਖਣ ਲਹਿ ਨ ਚਾਉ। ਆਖਦਿਆਂ ਹੋਇਆਂ ਨਾਮ ਨੂੰ ਜਪਦਿਆਂ ਹੋਇਆਂ ਸਾਡਾ ਚਾਹ ਨਾ ਲਹੇ, ਇਹੀ ਸਾਡੀ ਵਾਹਿਗੁਰੂ ਦੇ ਅੱਗੇ ਬੇਨਤੀ ਹੈ। ਕੋਈ ਸਾਧ ਸੰਗਤ ਜੀ ਬਹੁਤ ਜ਼ਿਆਦੇ ਪਦਾਰਥ ਮਿਲ ਜਾਣ ਤਾਂ ਉਹਨੂੰ ਨਾਮ ਦੇ ਜਪਣ ਦਾ ਚਾਅ ਕਿੱਥੋਂ ਹੁੰਦਾ? ਪਦਾਰਥਾਂ ਦੀ ਪ੍ਰਾਪਤੀ ਦੇ ਚਾਅ ਵਾਸਤੇ, ਸ਼ਕਤੀਆਂ ਦੀ ਪ੍ਰਾਪਤੀ ਦੇ ਚਾਅ ਵਾਸਤੇ ਜੀਵ ਨਾਮ ਜਪਦੇ ਆ। ਜਦੋਂ ਮਿਲ ਜਾਂਦਾ ਉਦੋਂ ਨਾਮ ਜਪਣ ਦਾ ਤਾਂ ਚਾਅ ਹੀ ਲੱਥ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਏਡੀ ਸ਼ਕਤੀ ਵਾਹਿਗੁਰੂ ਸਾਨੂੰ ਦਿੱਤੀ ਹੈ, ਪਰ ਬੇਨਤੀ ਇਹੀ ਕਰਦੇ ਆ ਕਿ ਮਹਾਰਾਜ ਤੇਰੇ ਨਾਮ ਦੇ ਆਖਦਿਆਂ ਜਪਦਿਆਂ ਸਾਡਾ ਚਾਅ ਨਾ ਲਹੇ, ਬਹੁਤੇ ਉਤਸ਼ਾਹ ਨਾਲ ਤੇਰਾ ਨਾਮ ਜਪੀਏ। ਇਹਦਾ ਅਰਥ ਇਹ ਹੈ ਨਾ ਕਿ ਨਾਮ ਜਪਣਾ ਸਭ ਤੋਂ ਉੱਤਮ ਹੈ। ਇਹ ਹਜੂਰ ਦੱਸਦੇ ਹਨ। ਮਹੱਲਾ ਪਹਿਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਦੇਹ ਦੁਖ ਲਾਈਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੇ ਚਾਹੀਏ ਨਾ, ਜਿਹਦੀ ਮਰਜ਼ੀ ਦੇਹ ਨੂੰ, ਜਿਹੜੇ ਸਾਨੂੰ ਦੁੱਖ ਦੇਣ ਵਾਲੇ ਐ, ਜੇ ਚਾਹੀਏ ਤੇ ਜਿਹਦੀ ਮਰਜ਼ੀ ਦੇਹ ਨੂੰ ਅਸੀਂ ਦੁੱਖ ਹੀ ਦੁੱਖ ਚੰਬੇੜ ਦਈਏ। ਪਾਪ ਗ੍ਰਹਿ ਦੋਇ ਰਾਹ। ਤੇ ਮਹਾਰਾਜ ਕਹਿੰਦੇ ਪਾਪਾਂ ਰੂਪੀ ਜਿਹੜੇ ਇਸ ਪ੍ਰਕਾਰ ਗ੍ਰਹਿ ਹਨ, ਉਹ ਮਹਾਰਾਜ ਕਹਿੰਦੇ ਦੋਵੇਂ ਜਿਹੜੇ ਰਾਹੂ ਕੇਤੂ, ਉਹ ਪਾਪਾਂ ਰੂਪੀ ਗ੍ਰਹਿ ਜਿਹੜੇ ਆ ਉਹ ਚੰਬੇੜ ਦਈਏ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਦੁੱਖ ਹੀ ਦੁੱਖ ਚੰਬੇੜ ਦਈਏ। ਰਤ ਪੀਣੇ ਰਾਜੇ ਸਿਰੈ ਉੱਪਰ ਰੱਖਿਆ ਹੈ। ਤੇ ਜਿਹੜੇ ਰਤ ਪੀਣੇ ਜ਼ਾਲਮ ਰਾਜੇ, ਜਿਹੜੇ ਬੜਾ ਗਰੀਬਾਂ ਦਾ ਲਹੂ ਪੀਂਦੇ ਆ, ਜਿਨ੍ਹਾਂ ਦਾ ਨਾਮ ਸੁਣ ਸੁਣ ਕਈ ਥਰ ਥਰ ਕੰਬਦੇ ਆ ਜੀਵ। ਜਿਵੇਂ ਰਾਵਣ ਦਾ ਕਿਹੜਾ ਕੋਈ ਸਾਹਮਣਾ ਕਰਦਾ ਸੀਗਾ, ਹਰਨਾਕਸ਼ ਕੋਲੋਂ ਸਭ ਡਰਦੇ ਸੀ, ਭੈ ਕਰਦੇ ਸੀ। ਇਹੋ ਜੇ ਜਿਵੇਂ ਨਰੰਗਾ ਸੀ, ਰਤ ਪੀਣਾ ਹੀ ਸੀਗਾ ਨਾ, ਇੰਨੇ ਨਿਰਦੋਸ਼ਾਂ ਦਾ ਖੂਨ ਵਾਇਆ ਉਸਨੇ। ਸਤਿਗੁਰੂ ਜੀ ਕਹਿੰਦੇ ਭਾਈ ਵਾਹਿਗੁਰੂ ਏਡੀ ਸ਼ਕਤੀ ਦਿੱਤੀ ਹੈ, ਜਿਹੜੇ ਜ਼ਾਲਮ ਬਾਦਸ਼ਾਹ ਨਾ ਰਤ ਪੀਣੇ, ਜੀਆਂ ਦਾ ਰਤ ਪੀਂਦੇ ਆ, ਉਹਨਾਂ ਨੂੰ ਆਪਣੇ ਸਿਰ ਦੇ ਉੱਪਰ ਪਹਿਰੇਦਾਰ ਬਣਾ ਕੇ ਰੱਖ ਲਈਏ।
ਜਿਵੇਂ ਚੋਬਦਾਰ ਨਹੀਂ ਖਲੋਤੇ ਹੁੰਦੇ ਹਾਂਜੀ ਹਾਂਜੀ ਕਰਦੇ ਮਾਲਕ ਦੇ ਅੱਗੇ, ਇਉਂ ਮਹਾਰਾਜ ਕਹਿੰਦੇ ਆਪਦੇ ਚੋਬਦਾਰ ਹੀ ਉਹਨਾਂ ਨੂੰ ਬਣਾ ਕੇ ਰੱਖ ਲਈਏ, ਸੇਵਾ ਵਿੱਚ ਹਾਜ਼ਰ ਰਹਿਣ। ਏਡੀ ਸ਼ਕਤੀ ਸਾਨੂੰ ਵਾਹਿਗੁਰੂ ਦਿੱਤੀ ਆ। ਏਵੈ ਜਾਪੈ ਭਾਉ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਨਾ ਉਹ ਸ਼ਰਧਾ ਨਾਲ ਜਾਣਨਾ ਕਰੋ, ਸਮਝਣਾ ਕਰੋ। ਜਿਹੜੇ ਆ ਰਾਜੇ ਮਹਾਰਾਜ ਕਹਿੰਦੇ ਭਾਈ ਉਹ ਆਪਣੇ ਨੌਕਰ ਹੀ ਬੁਲਾ ਲਈਏ। ਇਸ ਤਰ੍ਹਾਂ ਸਾਡਾ ਉਹਨਾਂ ਨੂੰ ਭਾਵ ਜਿਹੜਾ ਹੈ ਡਰ ਮਨ ਦੇ ਅੰਦਰ ਪਵੇ, ਇਸ ਤਰ੍ਹਾਂ ਭਾਵਨਾ ਨਾਲ ਉਹ ਵੀ ਸਾਡੀ ਸੇਵਾ ਕਰਨ। ਭੀ ਤੂੰ ਹੈ ਸਲਾਹਣਾ। ਪਰ ਮਹਾਰਾਜ ਕਹਿੰਦੇ ਆ ਫਿਰ ਵੀ ਵਾਹਿਗੁਰੂ ਅਸੀਂ ਤੇਰਾ ਸਲਾਉਣਾ ਹੀ ਚੰਗਾ ਸਮਝਦੇ ਆ। ਇੱਥੇ ਤਾਂ ਕਿਸੇ ਦੀ ਥਾਣੇਦਾਰ ਨਾਲ ਦੋਸਤੀ ਬਣ ਜੇ ਤੇ ਉਹ ਨਹੀਂ ਕਿਸੇ ਨੂੰ ਗਿਣਦਾ। ਜੇ ਕੋਈ ਚੰਗਾ ਲੀਡਰ ਉਹ ਕਿਸੇ ਦਾ ਸਾਧ ਸੰਗਤ ਜੀ ਬਣ ਜੇ ਨਾ ਪ੍ਰੇਮੀ, ਤੇ ਉਹ ਕਹਿੰਦਾ ਮੈਂ ਹੀ ਮੈਂ ਆ ਬਸ। ਸਤਿਗੁਰੂ ਜੀ ਕਹਿੰਦੇ ਜਿਹੜੇ ਰਤ ਪੀਣੇ ਰਾਜੇ ਐ, ਜੇ ਇਹ ਰਤ ਪੀਣੇ ਰਾਜੇ ਹੀ ਆ ਨਾ ਜਿਹੜੇ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਤੇ ਲੋਕ ਡਰਦੇ ਉਹਨਾਂ ਕੋਲੋਂ। ਮਹਾਰਾਜ ਕਹਿੰਦੇ ਭਾਈ ਜੇ ਉਹ ਵੀ ਸਾਡੇ ਸੇਵਾਦਾਰ ਬਣਨ, ਅੱਗੇ ਪਿੱਛੇ ਪਾਣੀ ਭਰਨ, ਬੜੇ ਭਾਵ ਨਾਲ ਸੇਵਾ ਕਰਨ, ਪਰ ਫਿਰ ਵੀ ਅਸੀਂ ਜਿਹੜਾ ਹੈ ਨਾ ਕੋਈ ਪ੍ਰਭਾਵ ਦਿਖਾਉਣਾ ਨਹੀਂ ਚੰਗਾ ਸਮਝਦੇ। ਵੀ ਤੂੰ ਹੈ ਸਲਾਹਣਾ। ਵਾਹਿਗੁਰੂ ਤੇਰਾ ਸਲਾਉਣਾ ਹੀ ਅਸੀਂ ਚੰਗਾ ਸਮਝਦੇ ਹਾਂ। ਆਖਣ ਲਹਿ ਨ ਚਾਉ। ਮਹਾਰਾਜ ਆਖਦਿਆਂ ਹੋਇਆਂ ਤੇਰਾ ਨਾਮ ਜਪਦਿਆਂ ਸਾਡਾ ਚਾਹ ਨਾ ਲਹੇ। ਬਾਬਰ ਹੁਣ ਕਿੱਡਾ ਜ਼ਾਲਮ ਸੀ ਤੇ ਜਗਤ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖਲੋ ਗਿਆ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਏਡੀ ਕਲਾ ਵਰਤਾਈ ਸੀਗੀ। ਬਾਬਰ ਦਾ ਨਾਂ ਸੁਣ ਸੁਣ ਕੇ ਮਹਾਰਾਜ ਕਿਹਾ ਨਾ ਹਿੰਦੁਸਤਾਨ ਡਰਾਇਆ, ਥਰ ਥਰ ਕੰਬਦੇ ਸੀ ਸਾਰੇ। ਹਜੂਰ ਦੇ ਅੱਗੇ ਬਾਬਰ ਹੱਥ ਜੋੜ ਕੇ ਖਲੋਤਾ ਸੀਗਾ ਸੱਚੇ ਪਾਤਸ਼ਾਹ ਦੇ। ਮਹਾਰਾਜ ਕਹਿੰਦੇ ਫਿਰ ਵੀ ਅਸੀਂ ਵਾਹਿਗੁਰੂ ਦਾ ਨਾਮ ਜਪਣਾ ਹੀ ਉੱਤਮ ਸਮਝਦੇ ਹਾਂ। ਮਹਾਰਾਜ ਤੇਰਾ ਨਾਮ ਆਖਦੇ ਹਾਂ ਸਾਡਾ ਚਾਹ ਨਾ ਲਹੇ, ਉਤਸ਼ਾਹ ਨਾਲ ਤੇਰਾ ਨਾਮ ਜਪੀਏ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨਾ ਨਾਮ ਜਪਣ ਦਾ ਚਾਅ ਲਾਉਂਦੀਆਂ ਨੇ। ਕਿਉਂਕਿ ਥੋੜੀ ਵੀ ਰਿੱਧੀ ਸਿੱਧੀ ਪ੍ਰਾਪਤ ਹੋ ਜੇ ਨਾ, ਮਹਾਰਾਜ ਆਖਿਆ ਨਾ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਫਿਰ ਨਾਮ ਨਹੀਂ ਵਸਦਾ। ਮਹਾਰਾਜ ਕਹਿੰਦੇ ਪਰ ਵਾਹਿਗੁਰੂ ਦਾ ਨਾਮ ਜਪਣਾ ਅਸੀਂ ਸਿੱਧੋ ਉੱਤਮ ਸਮਝਦੇ ਹਾਂ। ਇਹੀ ਹੈ ਮਹਾਰਾਜ ਦੇ ਅੱਗੇ, ਨਿਰੰਕਾਰ ਦੇ ਅੱਗੇ ਬੇਨਤੀ ਕਿ ਮਹਾਰਾਜ ਤੇਰਾ ਨਾਮ ਆਖਦੇ ਹਾਂ ਸਾਡਾ ਚਾਹ ਨਾ ਲਹੇ, ਉਤਸ਼ਾਹ ਨਾਲ ਤੇਰਾ ਨਾਮ ਜਪੀਏ। ਮਹੱਲਾ ਪਹਿਲਾ। ਸਤਿਗੁਰੂ ਜੀ ਫਰਮਾਉਂਦੇ ਹਨ ਅੱਗੀ ਪਾਲਾ ਕੱਪੜ ਹੋਵੇ। ਫਿਰ ਮਹਾਰਾਜ ਕਹਿੰਦੇ ਭਾਈ ਇਹੋ ਜੀ ਵਾਹਿਗੁਰੂ ਸਾਨੂੰ ਸਮਰੱਥਾ ਦਿੱਤੀ ਹੈ। ਗਰਮੀਆਂ ਦੀ ਰੁੱਤ ਵਿੱਚ ਲੋਕ ਠੰਡ ਦੇ ਥਾਵਾਂ ਤੇ ਜਾਂਦੇ ਆ ਦੌੜ ਦੌੜ ਕੇ, ਕੋਈ ਸ਼ਿਮਲੇ ਜਾਂਦਾ ਹੈ, ਕੋਈ ਕਸ਼ਮੀਰ ਜਾਂਦਾ ਹੈ, ਕੋਈ ਠੰਡੀਆਂ ਥਾਵਾਂ ਤੇ ਠੰਡੇ ਕੱਪੜੇ ਪਹਿਨਦੇ ਆ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਏਡੀ ਤਾਕਤ ਦਿੱਤੀ ਹੈ ਕਿ ਗਰਮੀ ਦੇ ਰੁੱਤ ਵਿੱਚ ਅਸੀਂ ਅੱਗ ਦੇ ਕੱਪੜੇ ਪਹਿਰ ਲਈਏ। ਤੇ ਜਿਹੜੀ ਸਰਦੀ ਹੈ, ਸਰਦੀਆਂ ਦੀ ਰੁੱਤ ਵਿੱਚ ਲੋਕ ਗਰਮ ਥਾਵਾਂ ਵੱਲ ਨੂੰ ਜਾਂਦੇ ਜਿੱਥੇ ਠੰਡ ਨਾ ਬਾਹਲੀ ਪੈਂਦੀ ਹੋਵੇ। ਤੇ ਮਹਾਰਾਜ ਕਹਿੰਦੇ ਸਰਦੀਆਂ ਵਿੱਚ ਅਸੀਂ ਪਾਲੇ ਦੇ, ਕੱਕਰ ਦੇ, ਬਰਫ਼ ਦੇ ਕੱਪੜੇ ਮਹਾਰਾਜ ਕਹਿੰਦੇ ਭਾਈ ਪਾ ਲਈਏ। ਭਾਵ ਨਾ ਸਾਨੂੰ ਮਹਾਰਾਜ ਕਹਿੰਦੇ ਭਾਈ ਜਿਹੜੀ ਆ ਉਹ ਗਰਮੀ ਵਿਆਪਦੀ ਹੈ, ਨਾ ਠੰਡ ਵਿਆਪਦੀ ਹੈ, ਨਾ ਮਹਾਰਾਜ ਕਹਿੰਦੇ ਅੱਗ ਦਾ ਸੇਕ ਵਿਆਪਦਾ ਹੈ। ਇਹ ਵਾਹਿਗੁਰੂ ਸਾਨੂੰ ਏਡੀ ਸ਼ਕਤੀ ਦਿੱਤੀ ਹੈ। ਨਾ ਮਹਾਰਾਜ ਕਹਿੰਦੇ ਭਾਈ ਪਾਲਾ ਕੱਕਰ ਜਿਹੜਾ ਹੈ ਨਾ ਬਰਫ਼ ਦੀ ਸਰਦੀ ਸਾਨੂੰ ਵਿਆਪਦੀ ਹੈ। ਇਹ ਮਹਾਰਾਜ ਕਹਿੰਦੇ ਭਾਵੇਂ ਅਸੀਂ ਕੱਪੜੇ ਹੀ ਪਹਿਰ ਲਈਏ। ਖਾਣਾ ਹੋਵੇ ਵਾਉ। ਤੇ ਮਹਾਰਾਜ ਕਹਿੰਦੇ ਭਾਈ ਹਵਾ ਹੀ ਜਿਹੜਾ ਹੈ ਉਹ ਸਾਡਾ ਖਾਣਾ ਹੋਵੇ ਤੇ ਪੌਣ ਆਹਾਰੀ ਅਸੀਂ ਹੋਈਏ। ਮਹਾਰਾਜ ਕਹਿੰਦੇ ਭਾਈ ਅਸੀਂ ਇਸ ਪ੍ਰਕਾਰ ਇਹ ਪੌਣਹਾਰੀ ਹੋ ਸਕਦੇ ਹਾਂ। ਗਰੀਬ ਨਵਾਜ ਕਹਿੰਦੇ ਭਾਈ ਨਾ ਅਸੀਂ, ਕਿਉਂਕਿ ਸਤਿਗੁਰੂ ਜੀ ਗਰੀਬ ਨਵਾਜ ਇਹ ਸਿੱਧਾਂ ਦੇ ਪੁੱਛਣ ਤੋਂ ਮਹਾਰਾਜ ਦੱਸ ਰਹੇ ਹੈ। ਸਾਧ ਸੰਗਤ ਜੀ ਇਉਂ ਇਹਨਾਂ ਚੀਜ਼ਾਂ ਦਾ ਬੜਾ ਮਹਾਨ ਸਮਝਦੇ ਸੀਗੇ ਸਿੱਧ ਕਿ ਅਸੀਂ ਜੀ ਕੋਈ ਭੋਜਨ ਨਹੀਂ ਖਾਂਦੇ, ਦਸਮ ਦਵਾਰ ਵਿੱਚ ਬਿਰਤੀ ਚੜਾ ਲੈਨੇ ਆ। ਮਹਾਰਾਜ ਕਹਿੰਦੇ ਹਵਾ ਹੀ ਜਿਹੜੀ ਆ ਉਹਨਾਂ ਚਾਹੀਏ ਤੇ ਅਸੀਂ ਛਕੀਏ, ਕੁਝ ਵੀ ਨਾ ਛਕੀਏ, ਹਵਾ ਹੀ ਸਾਡਾ ਖਾਣਾ ਹੋਵੇ। ਸੁਰਗੈ ਦੀਆ ਮੋਹਣੀਆਂ ਇਸਤਰੀਆਂ ਹੋਵਨ। ਫਿਰ ਸਵਰਗ ਦੀਆਂ ਅਪੱਛਰਾਂ ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਉਹ ਸਾਡੀਆਂ ਇਸਤਰੀਆਂ ਹੋ ਜਾਣ। ਨਾਨਕ ਸਭੋ ਜਾ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਇਹ ਸਭੋ ਸਾਰਾ ਕੁਝ ਜਾਣ ਵਾਲਾ ਹੈ। ਸਿੱਧੋ ਹੈ ਸਾਰਾ ਕੁਝ ਨਾਸ਼ ਹੀ ਹੋ ਜਾਣ ਵਾਲਾ, ਚੰਦ ਦਿਨਾਂ ਦਾ ਦਿਖਾਵਾ ਹੀ ਹੈ। ਮਹਾਰਾਜ ਕਹਿੰਦੇ ਸੰਸਾਰ ਦੇ ਅੰਦਰ ਭੀ ਤੂੰ ਹੈ ਸਲਾਹਣਾ। ਭੀ ਵਾਹਿਗੁਰੂ ਅਸੀਂ ਤਾਂ ਤੇਰਾ ਸਲਾਉਣਾ ਹੀ ਮਹਾਰਾਜ ਕਹਿੰਦੇ ਚੰਗਾ ਸਮਝਦੇ ਆ। ਵੇਖ ਲੋ ਕਈ ਤਾਂ ਜਿਹੜੇ ਆ ਉਹ ਸਾਧ ਸੰਗਤ ਜੀ ਇਹਨਾਂ ਅਪੱਛਰਾਂ ਦੀ ਪ੍ਰਾਪਤੀ ਵਾਸਤੇ ਕਿੰਨਾ ਕਿੰਨਾ ਤਪ ਕਰੀ ਜਾਂਦੇ ਆ। ਇੰਦਰ ਦੀ ਪਦਵੀ ਵਾਸਤੇ ਕਿੰਨਾ ਤਪ ਕਰਦੇ ਆ, ਇਹੀ ਕਿ ਉੱਥੇ ਭੋਗਾਂ ਨੂੰ ਭੋਗਣ ਨੂੰ ਮਿਲੂਗੇ ਸਵਰਗਾਂ ਵਿੱਚ ਸੁੱਖ।
ਤੇ ਅਪਛਰਾਵਾਂ ਮਿਲਣਗੀਆਂ ਭੋਗਣ ਨੂੰ। ਤੇ ਮਹਾਰਾਜ ਕਹਿੰਦੇ ਕੀ ਹੈ ਭਾਈ, ਸਭ ਕੁਛ ਨਾਨਕ ਸਭੋ ਜਾਓ। ਮਹਾਰਾਜ ਕਹਿੰਦੇ ਸਭ ਜਾਣ ਵਾਲੀਆਂ ਚੀਜ਼ਾਂ ਨਾਸ਼ ਹੋ ਜਾਣ ਵਾਲੀਆਂ ਹਨ। ਫਿਰ ਕੀ ਹੈ, ਫਿਰ ਸਾਧ ਸੰਗਤ ਜੀ ਉਹ ਨੌਖ ਰਾਜੇ ਵਾਂਗੂ ਸੱਪ ਬਣ ਕੇ ਹੀ ਧਰਤੀ ਤੇ ਡਿੱਗਦੇ ਆ। ਮਹਾਰਾਜ ਕਹਿੰਦੇ ਕੀ ਲਾਭ ਹੈ ਇਹਨਾਂ ਸ਼ਕਤੀਆਂ ਦਾ। ਅਸੀਂ ਤਾਂ ਕਹਿੰਦੇ ਪੀ ਤੂ ਹੈ ਸਾ ਲਾਹਣਾ, ਵਾਹਿਗੁਰੂ ਤੇਰਾ ਸਲਾਉਣਾ ਹੀ ਸਭ ਤੋਂ ਚੰਗਾ ਏ। ਆਖਣ ਲਹਿ ਨ ਚਾਓ, ਹੇ ਵਾਹਿਗੁਰੂ ਤੇਰਾ ਨਾਮ ਆਖਦਿਆਂ ਹੋਇਆ ਸਾਡਾ ਚਾਹ ਨਾ ਲਹੇ, ਸਾਡਾ ਉਤਸ਼ਾਹ ਨਾ ਮਹਾਰਾਜ ਘਟੇ। ਇਹ ਅਸੀਂ ਵਾਹਿਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ। ਹੁਣ ਦੂਸਰੇ ਪ੍ਰਕਰਨ ਨਾਲ ਸਾਧ ਸੰਗਤ ਜੀ ਆਰੰਭ ਤੋਂ ਫਿਰ ਸੁਣੋ। ਅੱਗੀ ਪਾਲਾ ਕੱਪੜ ਹੋਵੇ। ਸਾਧ ਸੰਗਤ ਜੀ ਜਿਹੜੇ ਇਹ ਥੋੜੇ ਸੂਖਸ਼ਮ ਭਾਵ ਨਾਲ ਅਰਥ ਤਾਂ ਥੋੜੇ ਜਿਹੇ ਬਦਲਾਵ ਨਾਲ ਆਉਣਗੇ, ਪਰ ਪ੍ਰਕਰਨ ਜਿਹੜਾ ਹੈ ਉਹ ਵਖਰੇਵੇਂ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਿੱਧਾਂ ਨੇ ਜਦੋਂ ਸ਼ਕਤੀਆਂ ਲੈ ਲਈਆਂ, ਸਤਿਗੁਰੂ ਗਰੀਬ ਨਿਵਾਜ ਸਤਿਗੁਰਾਂ ਜੀ ਨੇ ਆਖਿਆ ਫਿਰ ਸਿੱਧੋ ਇਹ ਜਿਹੜੀਆਂ ਸ਼ਕਤੀਆਂ ਹਨ ਨਾ, ਮਹਾਰਾਜ ਕਹਿੰਦੇ ਜੀਵ ਇਹਨੂੰ ਪਾ ਕੇ ਸਿੱਧੋ ਭੁੱਲ ਜਾਂਦਾ ਵਾਹਿਗੁਰੂ ਦੇ ਨਾਮ ਨੂੰ। ਜਿਹੜੀਆਂ ਸ਼ਕਤੀਆਂ ਹਨ ਨਾ, ਇਹ ਕੋਈ ਮਹਿਣਾ ਨਹੀਂ ਰਖਾਉਂਦੀਆਂ ਵਾਹਿਗੁਰੂ ਦੇ ਦਰਬਾਰ ਦੇ ਅੰਦਰ, ਕਿਉਂਕਿ ਵਾਹਿਗੁਰੂ ਆਪ ਸ਼ਕਤੀਆਂ ਦਾ ਸੋਮਾ ਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਸ਼ਕਤੀ ਕਿਸੇ ਨੂੰ ਦਿਖਾਉਣੀ ਹੈ ਉਹ ਤਾਂ ਰੱਬ ਦੇ ਪਿਆਰੇ ਨਹੀਂ ਦਿਖਾਉਂਦੇ, ਭਾਵੇਂ ਸਾਰੀਆਂ ਸ਼ਕਤੀਆਂ ਸੰਪੰਨ ਹੁੰਦੇ ਆ ਉਹ, ਪਰ ਨਹੀਂ ਪ੍ਰਗਟ ਕਰਦੇ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਨਰੰਗੇ ਨੇ ਅਖੀਰ ਤੇ ਇਹੀ ਆਖ ਦਿੱਤਾ ਸੀ ਨਾ ਕਿ ਮਹਾਰਾਜ ਸ਼ਕਤੀ ਪ੍ਰਗਟ ਕਰ ਦਿਓ ਤੇ ਤੁਹਾਡੀ ਜਾਨ ਬਖਸ਼ ਦਿਆਂਗਾ। ਤੇ ਹਜੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਦੀ ਕਲਮ ਨਾਲ ਜੋ ਪਿਤਾ ਸਤਿਗੁਰੂ ਜੀ ਨੇ ਉਸ ਸਮੇਂ ਉੱਤਰ ਦਿੱਤਾ ਸੀ ਨਾ ਨਰੰਗੇ ਨੂੰ, ਉਹ ਮਹਾਰਾਜ ਜੀ ਆਪਦੀ ਕਲਮ ਨਾਲ ਲਿਖਿਆ ਕਿ ਗੁਰੂ ਪਿਤਾ ਜੀ ਨੇ ਉਸ ਸਮੇਂ ਕਿਹਾ ਸੀ, ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹੈ ਆਵਤ ਲਾਜਾ। ਮਹਾਰਾਜ ਨੇ ਕਿਹਾ ਸੀ ਨਰੰਗਿਆ ਇਹ ਜਿਹੜੀਆਂ ਸ਼ਕਤੀਆਂ ਪ੍ਰਗਟ ਕਰਨੀਆਂ ਨਾ, ਭਾਵੇਂ ਕਿ ਵਾਹਿਗੁਰੂ ਨੇ ਸਾਨੂੰ ਜਿੱਡੀ ਸਮਰੱਥਾ ਦਿੱਤੀ ਆ ਉਹ ਤਾਂ ਅਸੀਂ ਦੱਸ ਹੀ ਨਹੀਂ ਸਕਦੇ, ਕੀ ਬੋਲ ਕੇ ਦਸੀਏ। ਪਰ ਮਹਾਰਾਜ ਕਹਿੰਦੇ ਭਾਈ ਇਹ ਨਾਟਕ ਚੇਟਕ ਅਸੀਂ ਸਮਝਦੇ ਹਾਂ, ਕਿਉਂਕਿ ਵਾਹਿਗੁਰੂ ਦੇ ਪਿਆਰੇ ਨਹੀਂ ਪ੍ਰਗਟ ਕਰਦੇ। ਉਹ ਕਿਉਂ ਨਹੀਂ ਪ੍ਰਗਟ ਕਰਦੇ? ਹਜੂਰ ਨੇ ਕਿਹਾ ਕਿ ਭਾਈ ਉਹਨਾਂ ਨੂੰ ਹਰ ਥਾਂ ਤੇ ਵਾਹਿਗੁਰੂ ਦਿਸਦਾ ਹੈ। ਜੇ ਵਾਹਿਗੁਰੂ ਨੇ ਸ਼ਕਤੀ ਦਿੱਤੀ ਹੈ ਤੇ ਵਾਹਿਗੁਰੂ ਦੀ ਦਿੱਤੀ ਹੋਈ ਸ਼ਕਤੀ ਵਾਹਿਗੁਰੂ ਨੂੰ ਵਿਖਾਉਣ ਵਿੱਚ ਉਹਨਾਂ ਨੂੰ ਲੱਜਾ ਆਉਂਦੀ ਹੈ। ਪ੍ਰਭ ਲੋਗਨ ਕਹੈ ਆਵਤ ਲਾਜਾ, ਲੱਜਾ ਆਉਂਦੀ ਹੈ, ਸ਼ਰਮ ਆਉਂਦੀ ਹੈ, ਇਸ ਕਰਕੇ ਉਹ ਸ਼ਕਤੀ ਨਹੀਂ ਪ੍ਰਗਟ ਕਰਦੇ। ਹਾਂ, ਕਿਸੇ ਗਰੀਬ ਦਾ ਭਲਾ ਕਰਨਾ ਹੈ ਤਾਂ ਸਾਧ ਸੰਗਤ ਜੀ ਕਿਸੇ ਦੀ ਰੱਖਿਆ ਕਰਨੀ ਹੈ। ਹਜੂਰ ਨੇ ਜਿੱਥੇ ਸਿੱਖੀ ਬਖਸ਼ਣੀ ਹੈ, ਉਪਦੇਸ਼ ਦੇਣਾ ਹੈ, ਉੱਥੇ ਸਤਿਗੁਰਾਂ ਜੀ ਨੇ ਸ਼ਕਤੀਆਂ ਜ਼ਰੂਰ ਪ੍ਰਗਟ ਕੀਤੀਆਂ। ਹਜੂਰ ਦੇ ਤਾਂ ਸਾਧ ਸੰਗਤ ਜੀ ਸੁਤੇ ਹੀ ਸ਼ਕਤੀ ਪ੍ਰਗਟ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਨੇ, ਪਰ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹ ਵਡਿਆਈ ਹੈ ਕਿ ਸ਼ਕਤੀ ਨੂੰ ਪਾ ਕੇ ਸ਼ਕਤੀ ਨੂੰ ਗੋਪ ਰੱਖਣਾ, ਗੁਪਤ ਰੱਖਣਾ। ਇਹ ਸ਼ਕਤੀ ਅਜਰਬ ਹੈ, ਜਰੀ ਨਹੀਂ ਜਾਂਦੀ, ਪਰ ਜਿਹੜਾ ਅਜਰ ਨੂੰ ਜਰ ਲਵੇ ਨਾ ਉਹਨੂੰ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਦਾਤ ਫਿਰ ਪ੍ਰਾਪਤ ਹੁੰਦੀ ਹੈ। ਜਿਹਨੂੰ ਜਰਨ ਸ਼ਕਤੀ ਨਾ ਹੋਵੇ ਉਹ ਤਾਂ ਜੇ ਮਹਾਰਾਜ ਦੇ ਦੇਣ ਤਾਂ ਉਹ ਤਾਂ ਸਾਧ ਸੰਗਤ ਜੀ ਆਪਦੇ ਦੁਸ਼ਮਣਾਂ ਤੋਂ ਪਹਿਲਾਂ ਸਾਰਿਆਂ ਨੂੰ ਮਾਰੇ। ਹਾਂਜੀ, ਇਸ ਤਰ੍ਹਾਂ ਇਹ ਮਨ ਦੇ ਅੰਦਰ ਭਾਵ ਜਿਹੜਾ ਨਾ ਜਿੰਨਾ ਚਿਰ ਬਣਿਆ ਰਹਿੰਦਾ ਹੈ ਕਿ ਜਿੰਨਾ ਚਿਰ ਕਿ ਮੇਰਾ ਇਹ ਵੈਰੀ ਹੈ, ਇਹ ਮੇਰਾ ਮਿੱਤਰ ਹੈ, ਉਹਨਾਂ ਚਿਰ ਇਹ ਸ਼ਕਤੀ ਜਿਹੜੀ ਹੈ ਨਾ ਅੰਦਰ ਸੰਪੂਰਨ ਨਹੀਂ ਹੁੰਦੀ। ਜਦੋਂ ਵੈਰ ਭਾਵ ਮਿਟ ਜਾਂਦਾ ਹੈ, ਮੈਤਰੀ ਭਾਵ ਵੀ ਮਿਟ ਜਾਂਦਾ ਹੈ, ਸਭ ਵਾਹਿਗੁਰੂ ਹੀ ਦਿਸਦਾ ਹੈ, ਉਦੋਂ ਨਿਰੰਕਾਰ ਜੀ ਫਿਰ ਆਪਣੀ ਬਖਸ਼ਿਸ਼ ਦਾ ਜਿਹੜਾ ਹੈ ਨਾ ਖਜ਼ਾਨਾ ਖੋਲ ਦਿੰਦੇ ਕਿ ਤਾਂ ਭਾਈ ਹੁਣ ਨਿਰਵੈਰ ਹੋ ਗਿਆ, ਇਹਨੂੰ ਕਿਸੇ ਪ੍ਰਕਾਰ ਕੋਈ ਵੈਰ ਨਹੀਂ ਰਿਹਾ। ਤੇ ਮਹਾਰਾਜ ਫਿਰ ਉਹਨੂੰ ਅਜਨਮਾ ਸਰੂਪ ਕਰ ਦਿੰਦੇ ਹੈ। ਸੁਤੇ ਜਿਹੜਾ ਸਰੂਪ ਮਹਾਰਾਜ ਦਾ ਆਪਣਾ ਹੈ ਉੱਥੇ ਲੈ ਜਾਂਦੇ ਆ, ਵਾਹਿਗੁਰੂ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦੇ। ਇਹ ਸਾਧ ਸੰਗਤ ਜੀ ਦਾਤ ਬਖਸ਼ਿਸ਼ ਜਿਹੜੀ ਹੈ ਨਾ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ। ਸ਼ਕਤੀ ਐਡੀ ਹੁੰਦਿਆਂ ਹੋਇਆਂ ਵੀ ਆਪਣੇ ਅੰਦਰ ਸਮੋ ਕੇ ਰੱਖਦੇ ਆ। ਸਾਈਂ ਮੀਆਂ ਮੀਰ ਜੀ ਨੇ ਵੀ ਤਾਂ ਹਜੂਰ ਗੁਰੂ ਅਰਜਨ ਸਾਹਿਬ ਨੂੰ ਆਖਿਆ ਸੀ, ਮਹਾਰਾਜ ਆਪਦੇ ਭਾਣੇ 'ਚ ਪ੍ਰਸੰਨ ਰਹੋ, ਮਹਾਰਾਜ ਮੈਨੂੰ ਆਗਿਆ ਕਰੋ ਮੈਂ ਤਾੜੀ ਮਾਰ ਕੇ ਇਹ ਸਾਰੀ ਹਕੂਮਤ ਹੀ ਨਾਸ਼ ਕਰ ਦਿਆਂ। ਉਹ ਵੀ ਹੁਣ ਸ਼ਕਤੀਆਂ ਵਾਲੇ ਪੀਰ ਸੀਗੇ ਸਾਈਂ ਜੀ, ਬੜਾ ਮਹਾਰਾਜ ਦਾ ਸਤਿਕਾਰ ਕਰਦੇ, ਹਜੂਰ ਨੂੰ ਅੱਲਾ ਦੇ ਸਰੂਪ ਜਾਣ ਕੇ ਸਿਜਦਾ ਕਰਦੇ। ਤਾਈਆਂ ਤਾਂ ਗੁੱਸਾ ਆ ਗਿਆ ਨਾ ਸਾਈਂ ਜੀ ਨੂੰ, ਤਾਂ ਆਖਿਆ
महाराज गुरु अर्जन साहब ने, साईं जी तुसीं अपणियां अखां नाल दवैत क्यों वेखी है, तुहानूं दूजा क्यों दिसिया है? अल्लाह नूं वेखो सब थावां ते, अल्लाह तो बिना होर कुछ भी नहीं कोई करन वाला। महाराज सच्चे पातशाह जी ने कहा, ब्रह्म दिसै ब्रह्म सुनिया, एक एक वखाणी है। सतगुरु पातशाह जी महाराज ने कहा, ना को मेरा दुश्मन रहया, ना हम किसके बैर आई, ब्रह्म पसार पसारियो भीतर, सतगुर ते सोझी पाई। किनू शक्ति दिखाउणी है? ब्रह्म रूप गुरु अर्जन देव सच्चे पातशाह, सब सतगुरां जी दी ही खेल वै। महाराज सच्चे पातशाह जी चाहण तां एक बोल नाल की दा की कर देण। सारे सिद्ध पीर नाथ जिन्ने साध संगत जी सब गुरु अर्जन साहब कोलों आग्या मंगदे सी, पर महाराज कहा भाई साडी खेल च किसे दखल नहीं देना, क्योंकि जे महाराज इन्हां नूं आग्या कर दिंदे भावें तां साध संगत जी, पर सब तो वड्डी शक्ति सतगुरां जी ने दिखाई है कि नाम दी कणी अंदर होवे ते फिर अग दा सेक भी उहदा मूंह मोड़ देईदा है। तत्ती तवी जिहड़ी है ਉਹਦੇ दुख नूं भी भुआ देईदा है। शरीर ते कष्ट तां आउंदा है पर अंदर मन नूं खोभ नहीं हुंदा। यह नाम दी शक्ति सतगुरां ने सब तो वड्डी करामात गुरु नानक साहब दे घर दे अंदर नाम दी शक्ति है। साध संगत जी बंदा सिंह जी बहादुर दे अंदर माधो दास दे रूप विच थोड़ियां शक्तियां सी, त्राटक शक्तियां साधियां सी, 52 वीर बस कर छड्डे सीगे। तो जदों गुरु गोबिंद सिंह सच्चे पातशाह जी महाराज पलंगे ते सजे हजूर आ करके जिस वीर नूं भेजदा सी बंदा, ये माधो दास बैरागी, बंदा सिंह तां सतगुरां ने साजिया ना, फिर माधो दास बैरागी नूं मार के, भाव दे अंदरों उस भाव नूं मार के सच्चे पातशाह जी दे पलंगे नूं पलटन नहीं सारे वीर भेजे सी उसने। ते जेड़ा जे हनुमान दे वीर जांदे सी ते वो कहंदे सी सानू तां साडा इष्ट देव हनुमान अगे बैठा दिसदा है। शिवां दे वीर कहंदे सानू शिवां दा स्वरूप दिसदा है, भैरों दे वीर कहंदे सानू भैरों स्वरूप दिसदा है। सच्चे पातशाह आप निरंकार सारियां शक्तियां दे मालक हजूर सजे बैठे है। केड़ी शक्ति नहीं माधो दास ने वरती, सब शक्तियां वरत लईयां ते हजूर दे चरनी आ करके जिस वक्त डिग्या सी महाराज जी ने यही कहा सी, माधो दास वेख केड़ियां नाटक चेटकां विच लगा होया, तू तां कर्म वीर है, तू तां सूर वीर है, किहो जे पखंडां विच फस गया है। सतगुरां जी ने सुता होया सूरमा उहदे अंदर जगा दिता सी। गरीब नवाज सच्चे पातशाह ने कहा गरीबां लई निमाणियां लई ते जिहड़े लतड़े होए है उन्हां लई खून वहाउणा ही इंसानियत है, उन्हां लई आपा वार देना ही इंसानियत है। माधो दास तू किहड़े नाटकां चेटकां विच लगा होया। ते जदों शहादत दा वक्त आया सीगा, गुरु गोबिंद सिंह साहब दा दिता होया सबक, साध संगत जी शक्ति दा होना कोई वड्डी गल नहीं है, पर धर्म वास्ते शहीद हो जाना सब तो वड्डी गल है। माधो दास दे अंदर ये शक्ति सीगी, ये जोगियां कोल शक्ति हुंदी है गुप्त हो जाना, ते बंदा सिंह कोलों डरदे सी सारे मुसलमान। इसे करके बंदा सिंह जी नूं पैरां च बेड़ियां, गल विच लोहे दा संगल ते 4 शफेरिओ जकड़ के ना पिंजरे च पाया सी, फिर भी ते किते उड़ ना जावे। बंदा सिंह जी उन्हां संगलां विचों भी उड़ सकदे सी, पिंजरे विचों भी उड़ सकदे सी, इत्थों तक कि जोगी अपने सारे अंगां नूं वख करके जोड़ सकदे आ। इसे करके कईयां ने भुलेखा खा के लिख दिता कि माधो दास दे टोटे टोटे करके बंदा सिंह बहादुर दे सिटते सी, उन्हें फिर जोग शक्ति नाल जोड़ के फिर जी असे अपने पुंछ एरिए च जाके उत्थे शरीर छड्डिया। ये साध संगत जी नहीं है। जिस वक्त ये शहादत दा समा आया सी ते बाबा बंदा सिंह जी नूं गुरु गोबिंद सिंह साहब दे कहे होए वाक याद आए। महाराज ने कहा जीवना ओ जिहड़ा मजलूम वास्ते जीविया जावे, मरना वो प्रवान हुंदा है जिहड़ा गरीब दी रखिया वास्ते महाराज कहंदे शहादत नूं वर लिया जावे ते जां रण क्षेत्र दे अंदर महाराज कहंदे वीर गति नूं प्राप्त करे, वो मरना सब तो उत्तम है। बंदा सिंह हजूर दे कहे होए वाक चेते कीते ते चाहुंदे तां गायब हो सकदे सी, चाहुंदे तां उड़ सकदे सी, चाहुंदे तां अणु दा रूप धार सकदे सी, चाहुंदे तां अंग वखे कीते जोड़ सकदे सी, पर उस समय बंदा सिंह जी बहादुर ने गुरु साहब दे कहे हुए वाक चेते कीते
ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿੱਤੇ ਹੋਏ ਅੰਮ੍ਰਿਤ ਦੀ ਸ਼ਕਤੀ ਨੂੰ ਪ੍ਰਗਟ ਕਰਨ ਦਾ ਵਕਤ ਹੈ। ਸੰਸਾਰ ਦੇ ਅੰਦਰ ਸਰੀਰ ਮਿੱਥਿਆ ਹੈ, ਸ਼ਕਤੀ ਪ੍ਰਗਟ ਕਰਕੇ ਉੱਡ ਵੀ ਗਿਆ ਤਾਂ ਫਿਰ ਕਿਹੜਾ ਜੀਂਦੇ ਰਹਿਣਾ, ਮਰਨਾ ਹੀ ਇੱਕ ਦਿਨ। ਪਰ ਇਹ ਜਿਹੜਾ ਮਰਨ ਦਾ ਰਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਿਖਾਇਆ ਨਾ ਮਨਾ, ਹੁਣ ਇਹਦੇ ਤੇ ਪ੍ਰਵਾਨ ਚੜ ਜਾ। ਭਾਵੇਂ ਕਿ ਗੁਰੂ ਸਾਹਿਬ ਦੀ ਜਿਹੜੀ ਹੈ ਆਗਿਆ ਵਿੱਚ ਤੇਰੇ ਕੋਲ ਖੁਨਾਮੀ ਹੋਈ ਹੈ। ਇਹ ਖਾਫੀ ਖਾਂ ਵਰਗੇ ਰਾਈਟਰਾਂ ਨੇ ਲਿਖਿਆ ਹੈ ਕਿ ਬੰਦਾ ਸਿੰਘ ਜੀ ਬਹਾਦਰ ਨੇ ਕਿਹਾ ਸੀਗਾ, ਜਿਸ ਸਮੇਂ ਜਲਾਦ ਉਹਦੀਆਂ ਅੱਖਾਂ ਕੱਢਣ ਲੱਗਾ ਸੀ ਨਾ ਸਲਾਖਾਂ ਮਾਰ ਕਰਕੇ, ਬੰਦਾ ਸਿੰਘ ਜੀ ਨੇ ਕਿਹਾ ਸੀ, किसी की क्या मजाल थी कि मुझको कोई हाथ भी लगा सकता, मुझसे सदगुरु की सेवा में खता हुई है। ये बंदा सिंह जी ने कहे हुए वाक खाफी खान ने लिखे है कि किसी दी मजाल नहीं सी कि मैनू हथ भी ला सकदा, मेरे परछावे नूं भी छो सकदा, सतगुरु जी की सेवा विच मेरे कोलों खता हुई है ते मैं इस मार्ग ते चलदा होया हुण शहादत दी देवी नूं वरांगा। ते की इतिहास है, बाबा जी दे 4 साल दे पुत्र अजय सिंह दा कलेजा कढ़ के बाबा जी दे मूंह विच तुन्निया गया ते बाबा जी ने कोई शक्ति ना प्रगट करन दी थां सगों बड़े धैर्य नाल कहा सी, फर्कशीर बादशाह तू मेरे पुत्र दा कलेजा कढ़ के मेरे मूंह नहीं लाया, एक खालसा राज दी खुशी विच तू मेरा मुंह मिठा करवाया है। दहल गया सी वेख करके जलाद भी एडा जेरा। ये साध संगत जी किसी करामात तो घट वै कि 4 साल दा पुत्र होवे सामने ते ओदा कलेजा कढ़ के मूंह च तुन्निया जावे प्यो दे, ते पिता इन्ने धीरज नाल आखे कि खालसा राज दी खुशी विच तू मेरा मुंह मिठा करवाया है। सब तो वड्डी ये करामात है, सब तो वड्डी ये शक्ति है। ते ये शक्ति गुरसिखां विच नाम दी बरकत नाल आउंदी। फिर खून दे छिट्टे अखां विच मारे है। बंदा सिंह जी ने कहा, ये मेरे पुत्र दे खून दे छिट्टे ने, याद रखी फर्कशीर, खालसा तेरी छाती ते घोड़े चढ़ा देगा। इस दिल्ली दे अंदर खालसाई परचम लहराउणगे। एक खालसा राज दी खुशी विच तां मेरे ते केसर दे छिट्टे मारे है। किवें बंदा सिंह जी शहीद होए सीगे, बड़ी वड्डी दास्तां है। गर्म सलाखां नाल अखां कढ़ दित्तियां गईयां। फिर एक एक साध संगत जी जमूरां दे नाल मास जिहड़ा सी ओह नोचिया गया, हाथी घोड़ियां पिछे पा करके जिहड़ा सी धुया गया, बहुत ज्यादा नरादर किया गया। पर खिड़े मत्थे सब कुछ सहारिया बंदा सिंह जी ने। ते गुरु साहब जी की बख्शिश नाल महाराज जी दे दर घर दे अंदर परवान चढ़ गए। सतगुरु जी गरीब नवाज इत्थे सिद्धां नूं दसदे आ कि सिद्धो एडियां वड्डियां शक्तियां हो जाण जीव दे कोल तां भी की है, वाहिगुरू दा नाम जपना ही महाराज कहंदे भाई सब तो उत्तम है। हुण इत्थे शक्तियां दी प्राप्ति जे किसे नूं होवे ते ओह प्रकरण तो महाराज दसदे हन, अर्थ थोड़े जे भेद नाल हन। अग्गी पाला कपड़ होवे। हाँ जी, आरंभ तो शब्द सारा। नदियां होवे तेणवा, नदिया होवे धेणवा। सच्चे पातशाह जी महाराज कहंदे भाई ਏਡੀ शक्ति दा मालक हो जावे कि नदियां ਜਿਹੜੀਆਂ ਹਨ ਉਹ ਧੇਣਵਾ ਦੁੱਧ ਦੀਆਂ, महाराज कहंदे भाई गऊआं मੱਝਾਂ ਦੀ ਥਾਵੇਂ ਨਦੀਆਂ ਹੀ ਦੁੱਧ ਦੀਆਂ ਵਗਾ ਦੇਵੇ। ਸੁਮ ਹੋਵੇ ਦੁੱਧ ਘੀਓ। ਤੇ ਸੁਮ ਸਮੁੰਦਰ ਨੂੰ ਵੀ ਕਹਿ ਦਿੰਦੇ ਐ। ਸਮੁੰਦਰ ਜਿਹੜਾ ਹੁਣ ਖਾਰਾ ਉਹਨੂੰ ਐਡੀ ਸ਼ਕਤੀ ਰੱਖਣ ਵਾਲਾ ਹੋਵੇ ਕਿ ਦੁੱਧ ਤੇ ਘਿਓ ਦਾ ਬਣਾ ਦੇਵੇ। ਸਗਲੀ ਧਰਤੀ ਸ਼ੱਕਰ ਹੋਵੇ। महाराज कहंदे सारी धरती शक्कर कर देण दी शक्ति जे होवे। खुशी करे नित जीव। निता प्रति खुशी करदा होवे, उसनू खा करके जीव जिहड़ा है बड़ा प्रसन्न होवे कि एडी शक्ति आ। पर्वत सोयना रूपा होवे। महाराज कहंदे भाई पर्वत जिहड़े आ ना उन्हां नू सोयने दे रूपा चांदी दे कर देण वाली शक्ति होवे। हीरे लाल जड़ाव। ते जिहड़े हीरे आ ना लाल पन्ने उन्हां दे अंदर महाराज कहंदे जड़ाऊ जड़े होए जिहड़े आ उन्हां नू प्रतीत होण। इस प्रकार भावें प्रतख भी कर देवे, इन्नी शक्ति होवे कि पर्वतां दे अंदर हीरे लाल जिहड़ी ठीकरियां आदि करोड़ आदि का वो जड़े होए जड़ाऊ बना देवे। पी तू
ਹੈ ਸਲਾਹਣਾ। ਇੰਨੀ ਸ਼ਕਤੀ ਹੋਵੇ ਮਹਾਰਾਜ ਕਹਿੰਦੇ ਭਾਈ ਤਾਂ ਵੀ ਅਸੀਂ ਵਾਹਿਗੁਰੂ ਦਾ ਸਲਾਹੁਣਾ ਹੀ ਜਿਹੜਾ ਉਹ ਚੰਗਾ ਸਮਝਦੇ ਹਾਂ। ਆਖਣ ਲਹਿ ਨ ਚਾਉ। ਵਾਹਿਗੁਰੂ ਤੇਰਾ ਨਾਮ ਆਖਦਿਆਂ ਚਾਹ ਨਾ ਲੱਥ ਜਾਵੇ। ਕੀ ਕਰਨੀਆਂ ਅਸੀਂ ਇਹ ਸ਼ਕਤੀਆਂ, ਤੇਰਾ ਨਾਮ ਨਾ ਸਾਨੂੰ ਭੁੱਲੇ। ਮਹੱਲਾ ਪਹਿਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਨਾਨਕ ਸਾਹਿਬ ਮਹਾਰਾਜ, ਭਾਰ 18 ਮੇਵਾ ਹੋਵੇ। ਮਹਾਰਾਜ ਕਿਹੜੇ ਐਡੀ ਸ਼ਕਤੀ ਦਾ ਮਾਲਕ ਹੋਵੇ, 18 ਭਾਰ ਬਨਸਪਤੀ ਸਾਰੀ ਜਿਹੜੀ ਆ ਮਿੱਠੇ ਮੇਵੇ ਹੀ ਲਾ ਦੇਵੇ। ਐਡੇ ਸੋਹਣੇ ਅੰਮ੍ਰਿਤ ਫਾਲੀ ਸਭ ਨੂੰ ਲੱਗ ਜਾਣ, ਨਿੰਮ ਕੌੜੀ ਨਾ ਰਹੇ, ਆਕਤ ਧੂਰਾ ਕੋਈ ਕੌੜਾ ਨਾ ਰਹੇ, ਸਭ ਨੂੰ ਹੀ ਮਿੱਠੇ ਫਲ ਲਾ ਦੇਵੇ। ਗਰੁੜਾ ਹੋਏ ਸੁਆਉ। ਤੇ ਇਸ ਪ੍ਰਕਾਰ ਗਰੁੜਾ ਨਾ ਨਰਮ ਪਦਾਰਥ ਨੂੰ ਵੀ ਕਹਿੰਦੇ, ਜਿਹੜਾ ਨਰਮ ਨਰਮ ਮੁਖ ਚ ਪਾਉਂਦਿਆਂ ਹੀ ਘੁਲ ਜਾਵੇ। ਜਿਹੜੇ ਬਾਸਪਤੀ ਦੇ ਚੌਲ ਆਦਿਕ ਹੁੰਦੇ ਹਨ, ਐਸਾ ਉਹਦਾ ਸੁਆਉ ਸਵਾਦ ਹੋਵੇ। ਪਹਿਲਾਂ ਤਾਂ ਸੁਆਉ ਸਵਾਂਗ ਘਾਹ ਦਾ ਅਰਥ ਆਇਆ ਸੀ ਨਾ, ਐਸਾ ਸੁਆਉ ਸਵਾਦ ਹੋਵੇ, ਬਹੁਤਾ ਜ਼ਿਆਦਾ ਉਹਨੂੰ ਜਿਹੜਾ ਹੈ ਸਵਾਦੀ ਬਣਾ ਦੇਵੇ। ਚੰਦ ਸੂਰਜ ਦੋਏ ਫਿਰਦੇ ਰੱਖੀਏ ਹੈ। ਫਿਰ ਚੰਦ ਤੇ ਸੂਰਜ ਦੋਵੇਂ ਜਿਹੜੇ ਆ ਫਿਰਦੇ, ਇਹਨਾਂ ਨੂੰ ਰੋਕ ਰੱਖੇ, ਰੋਕ ਲਵੇ। ਸੂਰਜ ਨੂੰ ਵੀ ਚੰਦਰਮਾ ਨੂੰ ਵੀ ਰੋਕਣ ਦੀ ਸ਼ਕਤੀ ਹੋਵੇ। ਨਿਹਚਲ ਹੋਵੇ ਥਾ। ਤੇ ਇਹ ਜਿਹੜੀ ਥਾਂ ਹੈ ਨਾ, ਇਹ ਨਿਹਚਲ ਨਹੀਂ ਹੈ ਧਰਤੀ। ਇੱਥੇ ਜੀਵ ਜਨਮ ਲੈਂਦੇ ਤੇ ਮਰਦੇ ਐ। ਏਡੀ ਸ਼ਕਤੀ ਹੋਵੇ ਕਿ ਇਹਨੂੰ ਨਿਹਚਲ ਕਰ ਦੇਵੇ, ਕੋਈ ਮਰੇ ਨਾ ਇੱਥੇ, ਸਭ ਨੂੰ ਇਉਂ ਅਮਰ ਕਰ ਦੇਵੇ। ਵੀ ਤੂੰ ਹੈ ਸਲਾਹਣਾ। ਫਿਰ ਵੀ ਮਹਾਰਾਜ ਕਹਿੰਦੇ, ਵਾਹਿਗੁਰੂ ਅਸੀਂ ਤਾਂ ਤੇਰਾ ਸਲਾਹੁਣਾ ਹੀ ਚੰਗਾ ਸਮਝਦੇ ਆਂ। ਕੀ ਕਰਨੀਆਂ ਇਹ ਸ਼ਕਤੀਆਂ, ਤੇਰੇ ਨਾਮ ਦੀ ਹੀ ਸਭ ਤੋਂ ਉੱਤਮ ਸ਼ਕਤੀ ਹੈ। ਤੇਰੇ ਨਾਮ ਵਿੱਚ ਜਿਹੜਾ ਚਿੱਤ ਜੁੜ ਗਿਆ, ਨਾਮ ਦਾ ਰਸ ਜਿਹਨੂੰ ਆਉਂਦਾ ਹੈ ਨਾ, ਉਹਦੇ ਬਰਾਬਰ ਹੋਰ ਮਹਾਰਾਜ ਕਹਿੰਦੇ ਭਾਈ ਕੋਈ ਸ਼ਕਤੀ ਕੀ ਹੋ ਸਕਦੀ ਹੈ। ਅਮਰਾ ਪਦਵੀ ਉਹਨੂੰ ਆਪੇ ਹੀ ਪ੍ਰਾਪਤ ਹੋ ਜਾਂਦੀ ਹੈ। ਵੀ ਤੂੰ ਹੈ ਸਲਾਹਣਾ। ਵਾਹਿਗੁਰੂ ਦਿਨੇ ਤੈਨੂੰ ਸਲਾਹੁਣਾ ਕੀਤਾ ਨਾ, ਉਹਦੇ ਵਾਸਤੇ ਅੱਜ ਵੀ ਨਦੀਆਂ ਦੁੱਧ ਦੀਆਂ ਹੀ ਵਗਦੀਆਂ। ਸਾਧ ਸੰਗਤ ਜੀ, ਉਹਨੂੰ ਅੱਜ ਵੀ ਸਮੁੰਦਰ ਦੁੱਧ ਤੇ ਘਿਓ ਦਾ ਹੀ ਹੈ। ਧਰਤੀ ਚੋਂ ਫੁੱਟਦੇ ਪਹਾੜਾਂ ਚੋਂ ਨਿਕਲਦੇ ਸੋਮੇ ਵੀ ਦੁੱਧ ਤੇ ਘਿਓ ਦੇ ਹੀ ਹੈ। ਮਹਾਰਾਜ ਕਹਿੰਦੇ ਉਹਦੇ ਵਾਸਤੇ ਭਾਈ ਸਾਰੇ ਇਸ ਪ੍ਰਕਾਰ ਪਰਬਤ ਵੀ ਸੋਨੇ ਤੇ ਚਾਂਦੀ ਦੇ ਹਨ, ਠਿਕਰੀਆਂ ਹੀਰੇ ਜਵਾਹਰਾਤ ਜੜੇ ਹੋਏ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ 18 ਭਾਰ ਸਭ ਅੰਮ੍ਰਿਤ ਰੂਪ ਹੀ ਹੈ, ਸਭ ਉਹਦੇ ਵਾਸਤੇ। ਸਤਿਗੁਰੂ ਜੀ ਨੇ ਜਿਵੇਂ ਕੌੜੀਆਂ ਖਖੜੀਆਂ ਨਹੀਂ ਸੀ ਖਵਾ ਦਿੱਤੀਆਂ ਅੱਕ ਦੀਆਂ ਭਾਈ ਮਰਦਾਨਾ ਜੀ ਨੂੰ, ਤੇ ਮਹਾਰਾਜ ਆਖਿਆ ਸੀ ਕਿ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜੇ ਇਹ ਤਾਂ ਕੌੜੀਆਂ ਮਾਰਨਾ ਤੇ ਉਵੇਂ ਦੱਸ ਦਿਓ, ਇਹ ਤਾਂ ਜ਼ਹਿਰ ਮੈਂ ਕਿਉਂ ਖਾਵਾਂ। ਹਜੂਰ ਕਹਿੰਦੇ ਬਚਨ ਮੰਨ ਭਾਈ ਮਰਦਾਨਾ, ਬਚਨ ਮੰਨ, ਇਹ ਸ਼ਕਲਾ ਤੇਰੀ ਭੁੱਖ ਮਿਟ ਜੇਗੀ। ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਆਖੇ ਲੱਗ ਕੇ, ਉਹ ਤਾਂ ਕੌੜੀਆਂ ਜ਼ਹਿਰੀਲੀਆਂ ਹੁੰਦੀਆਂ, ਜਦੋਂ ਮੁੱਖ ਚ ਪਾਈ ਨਾ ਮੇਵੇ ਵਰਗੀ ਮਿੱਠੀ, ਇੱਕ ਨਹੀਂ ਦੋ ਨਹੀਂ ਕਿੰਨੀਆਂ ਖਾਧੀਆਂ। ਫਿਰ ਭਾਈ ਮਰਦਾਨਾ ਜੀ ਨੇ ਬੜਾ ਸੁੱਖ ਆਇਆ, ਬੜਾ ਅੰਮ੍ਰਿਤ ਵਰਗਾ ਸਵਾਦ ਆਇਆ। ਭਾਰ 18 ਮੇਵਾ ਹੋਵੇ। ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਜਦੋਂ ਇਹ ਤਾਂ ਗੁਰੂ ਜੀ ਦੇ ਬਚਨ ਦੀ ਬਰਕਤ ਸੀ ਨਾ, ਫਿਰ ਸਾਖੀ ਇਉਂ ਆਉਂਦੀ ਹੈ ਕਿ ਭਾਈ ਮਰਦਾਨਾ ਜੀ ਨੇ ਪੱਲੇ ਬੰਨ ਲਈਆਂ ਕਿ ਚੱਲ ਮਹਾਰਾਜ ਹੋਰ ਖੁਰੇ ਕਿੱਥੇ ਰੁਕਣਾ, ਤੇ ਇਹ ਫਿਰ ਅੱਖ ਬਚਾ ਕੇ ਲੋਕੇ ਖਾ ਲਾਂਗੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਿਤੇ ਗਾਂ ਅੰਗੇ ਜੰਗਲ ਵਿੱਚ ਰੁਕੇ, ਤੇ ਭਾਈ ਮਰਦਾਨਾ ਜੀ ਨੇ ਥੋੜਾ ਜਿਹਾ ਕਿਸੇ ਰੁੱਖ ਦਾ ਪਰਦਾ ਕਰਕੇ ਤੇ ਉਹ ਗੁੰਡ ਖੋਲੀ, ਤੇ ਖੋਲ ਕੇ ਤੇ ਲੱਗੇ ਛਕਣ। ਜਦੋਂ ਪਾਈ ਮੂੰਹ ਚ, ਤੇ ਉਹ ਤਾਂ ਜ਼ਹਿਰੀਲੀ ਕੌੜੀ, ਤੇ ਏਡੀ ਜਿਆਦੀ ਵੇਖੋ ਮੂੰਹ ਚ ਪਾਉਂਦੇ ਭਾਵੇਂ ਥੂ ਥੂ ਕਰਨ ਲੱਗ ਪਏ, ਪਰ ਫਿਰ ਵੀ ਢਿੱਡ ਚ ਪੀੜ ਉੱਠ ਪਈ ਉਹਦੀ ਕੁੜੱਤਣ ਕਰਕੇ। ਢਿੱਡ ਚ ਮੁੱਕੀਆਂ ਮਾਰਨ, ਕਦੇ ਲੱਤਾਂ ਪਸਾਰਨ, ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਕੀ ਹੋਇਆ ਭਾਈ ਮਰਦਾਨੇ, ਤੈਨੂੰ ਕੀ ਗੱਲ ਹੋਈ ਹੈ? ਆਖਿਆ ਮਹਾਰਾਜ ਗਲਤੀ ਹੋ ਗਈ, ਉਹ ਮੈਂ ਮਿੱਠੀਆਂ ਹੀ ਸਮਝ ਕੇ ਮਹਾਰਾਜ ਇੱਥੇ ਚੋਰੀ ਤੁਹਾਡੇ ਤੋਂ ਫੇਰ ਖਾਣ ਲੱਗਾ ਸੀ, ਤੇ ਉਹ ਤਾਂ ਕੌੜੀਆਂ ਨਿਕਲੀਆਂ ਮਹਾਰਾਜ। ਹਜੂਰ ਕਹਿੰਦੇ ਉਹ ਬਚਨਾ ਕਰਕੇ ਮਿੱਠੀਆਂ ਹੋਈਆਂ ਸੀ ਭਾਈ ਮਰਦਾਨਿਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਦੱਸ ਤਾਂ ਦਿਨੋਂ, ਕੋਲ ਨਹੀਂ ਬੰਨੀ ਦਾ, ਨਾਲ ਨਹੀਂ ਲਈਦਾ। ਸਤਿਗੁਰੂ ਕਹਿੰਦੇ ਜੇ ਉੱਥੇ ਅੰਮ੍ਰਿਤ ਕਰ ਸਕਦੇ ਆ ਖਖੜੀਆਂ, ਤੇ ਇੱਥੇ ਵੀ ਅੰਮ੍ਰਿਤ ਹੀ ਕਰ ਸਕਦੇ ਆ ਭਾਈ ਮਰਦਾਨਿਆਂ। ਇਹ ਗੁਰੂ ਜੀ ਦੇ ਬਚਨਾਂ ਵਿੱਚ ਸ਼ਕਤੀ ਹੈ। ਸਾਧ ਸੰਗਤ ਜੀ, ਨਾਮ ਦੇ ਜਪਣ ਵਾਲਿਆਂ ਵਿੱਚ ਸਾਰੀਆਂ ਚੀਜ਼ਾਂ ਵਰਤਣ ਲੱਗ ਪੈਂਦੀਆਂ, ਪਰ ਮਹਾਰਾਜ ਕਹਿੰਦੇ ਭਾਈ ਜੇ ਨਾਮ ਨੂੰ ਭੁੱਲ ਜਾਵੇ, ਸ਼ਕਤੀਆਂ ਵਿੱਚ ਲੱਗ ਜਾਵੇ, ਤੇ ਕੀ ਕਰਾਉਣੀਆਂ ਸ਼ਕਤੀਆਂ। ਹਜੂਰ ਕਹਿੰਦੇ ਗਰੜਾ ਹੋਏ ਸੁਵਾਉ, ਇੰਨਾ ਸਵਾਦ ਹੋਵੇ ਉਹ ਗਰੜ ਚੌਲ ਜਿਹੜੇ ਨਰਮ ਨਰਮ, ਉਹਨਾਂ ਨੂੰ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਭਾਈ ਸਵਾਦੀ ਲੱਗਣ, ਬੜਾ ਹੀ ਰਸਦਾਇਕ ਸਾਰੇ ਸਵਾਦ ਬਣ ਜਾਣ।
ਚੰਦ ਸੂਰਜ ਦੋਏ ਫਿਰਦੇ ਰਖੀਐ ਹੈ। ਚੰਦ ਤੇ ਸੂਰਜ ਦੋਵੇਂ ਫਿਰਦੇ ਹੋਏ ਚੱਲਦਿਆਂ ਹੋਇਆਂ ਨੂੰ ਰੋਕ ਕਰਕੇ ਰੱਖ ਲਈਏ, ਇੰਨੀ ਸ਼ਕਤੀ ਹੋ ਜਾਵੇ ਨਿਹਚਲ ਹੋਵੇ ਥਾ। ਤੇ ਇਹ ਧਰਤੀ ਨਿਹਚਲ ਹੋ ਜਾਵੇ। ਮਹਾਰਾਜ ਕਹਿੰਦੇ ਭਾਈ ਇਹਨੂੰ ਟਿਕਾ ਰੱਖੇ, ਇੱਥੇ ਕਿਸੇ ਨੂੰ ਮੌਤ ਨਾ ਆਵੇ। ਭੀ ਤੂੰ ਹੈ ਸਲਾਹਣਾ। ਭੀ ਵਾਹਿਗੁਰੂ ਅਸੀਂ ਤਾਂ ਤੇਰਾ ਹੀ ਸਲਾਉਣਾ। ਫਿਰ ਵੀ ਮਹਾਰਾਜ ਕਹਿੰਦੇ ਭਾਈ ਚੰਗਾ ਸਮਝਦੇ ਆ, ਸਿੱਧੋ ਕੀ ਕਰਨੀਆਂ ਇਹ ਸ਼ਕਤੀਆਂ, ਕਿਉਂਕਿ ਸਿੱਧ ਇਹਨਾਂ ਸ਼ਕਤੀਆਂ ਦੀ ਪ੍ਰਾਪਤੀ ਹੀ ਮੰਜ਼ਿਲ ਮੰਨਦੇ ਨਾ। ਮਹਾਰਾਜ ਕਹਿੰਦੇ ਕੀ ਕਰਨੀਆਂ ਏਡੀਆਂ ਸ਼ਕਤੀਆਂ, ਜੇ ਸਿੱਧੋ ਹੋ ਵੀ ਜਾਣ ਤਾਂ ਸਿੱਧਾਂ ਕੋਲ ਹੈ ਨਹੀਂ ਭਾਵੇਂ ਇਹ, ਪਰ ਮਹਾਰਾਜ ਕਹਿੰਦੇ ਜੇ ਹੋ ਵੀ ਜਾਣ ਤੇ ਕੀ ਵੱਡੀ ਗੱਲ ਵੈ। ਅਸੀਂ ਤਾਂ ਵਾਹਿਗੁਰੂ ਦਾ ਸਿਮਰਨਾ ਹੀ ਚੰਗਾ ਸਮਝਦੇ ਆ ਕਿ ਵਾਹਿਗੁਰੂ ਤੇਰਾ ਨਾਮ ਆਖਦੇ ਆ, ਤੇਰਾ ਨਾਮ ਜਪਦੇ ਆ, ਸਾਡਾ ਚਾਅ ਨਾ ਲਹੇ। ਆਖਣ ਲਹਿ ਨ ਚਾ। ਆਖਦਿਆਂ ਹੋਇਆਂ ਜਪਦਿਆਂ ਹੋਇਆਂ ਸਾਡਾ ਉਤਸ਼ਾਹ ਨਾ ਘਟੇ। ਮਹੱਲਾ ਪਹਿਲਾ। ਸਤਿਗੁਰੂ ਜੀ ਫਰਮਾਉਂਦੇ ਹਨ, ਜੇ ਦੇਹ ਦੁਖ ਲਾਈਐ। ਮਹਾਰਾਜ ਸਾਹਿਬ ਜੀ ਕਹਿੰਦੇ ਆ ਇੱਥੇ ਹੁਣ ਸਾਧ ਸੰਗਤ ਜੀ ਇਹ ਪ੍ਰਕਰਨ ਬਦਲਵੇਂ ਨਾਲ ਹੈ। ਜੇ ਮਹਾਰਾਜ ਕਿਹਾ ਸੀ ਨਾ ਜੇ ਚਾਹੀਏ ਜਿਹਨੂੰ ਮਰਜ਼ੀ ਦੁੱਖ ਲਾ ਦਈਏ, ਇੱਥੇ ਹੁਣ ਮਹਾਰਾਜ ਕਹਿੰਦੇ ਭਾਈ ਸੁੱਖ ਦੇ ਵੇਲੇ ਤਾਂ ਜਿਹੜਾ ਹੈ ਜਦੋਂ ਸ਼ਕਤੀਆਂ ਵਿੱਚ ਲੱਗਿਆ ਹੋਇਆ ਤਾਂ ਵੀ ਵਾਹਿਗੁਰੂ ਭੁੱਲ ਜਾਂਦਾ ਹੈ, ਤੇ ਜੇ ਦੁੱਖ ਆ ਕਰਕੇ ਦੇਹ ਨੂੰ ਲੱਗੇ ਤੇ ਕਈ ਦੁਖੇ ਹੋਏ ਵੀ ਸਾਧ ਸੰਗਤ ਜੀ ਪਰਮੇਸ਼ਰ ਤੇ ਨਿਸ਼ਚਾ ਨਹੀਂ ਟਿਕਾਉਂਦੇ। ਕੋਈ ਕਿਤੇ ਜਾ ਦੀਵਾ ਜਗਾਉਂਦਾ, ਕੋਈ ਕੁਛ ਕਰਦਾ ਹੈ, ਦੁਖੀ ਹੋਇਆ ਜੀਵ ਵੀ ਨਾ ਉਹ ਜਿਹੜਾ ਹੈ ਨਿਸ਼ਚਾ ਆਪਣਾ ਵਾਹਿਗੁਰੂ ਦੇ ਉੱਤੇ ਨਹੀਂ ਰੱਖਦਾ, ਉਹਦਾ ਨਿਸ਼ਚਾ ਡੋਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜੇ ਐਸਾ ਸਮਾਂ ਵੀ ਸਿੱਧੋ ਆ ਜਾਵੇ ਕਿ ਦੁੱਖ ਦੀਆਂ ਘੜੀਆਂ ਆ ਜਾਣ, ਫਿਰ ਪੜੋ ਜੇ ਦੇਹ ਦੁਖ ਲਾਈਐ। ਕਿ ਜੇ ਵਾਹਿਗੁਰੂ ਦੇਹ ਨੂੰ ਦੁੱਖ ਲਾਈਏ, ਲਾ ਦੇਵੇ, ਬੜੀ ਹੀ ਦੇਹ ਜਿਹੜੀ ਆ ਦੁਖੀ ਹੋ ਜਾਵੇ, ਰੋਗਾਂ ਕਰਕੇ ਦੇਹ ਜਿਹੜੀ ਆ ਦੁਖੀ ਹੋਵੇ। ਪਾਪ ਗ੍ਰਹਿ ਦੋਇ ਰਾਹ। ਇਹੋ ਜਿਹਾ ਮਹਾਰਾਜ ਕਹਿੰਦੇ ਪਾਪਾਂ ਦਾ ਪਿਛਲਿਆਂ ਦਾ ਕੋਈ ਸਮਾਂ ਪ੍ਰਗਟ ਆਵੇ ਕਿ ਦੇਹ ਨੂੰ ਮਹਾਰਾਜ ਕਹਿੰਦੇ ਭਾਈ ਜਿਹੜੇ ਰਾਹੂ ਕੇਤੂ ਗ੍ਰਹਿ ਹੈ ਨਾ ਇਹ ਗ੍ਰਸ ਲੈਣ। ਸਾਧ ਸੰਗਤ ਜੀ ਜਿਹੜਾ ਇਸ ਪ੍ਰਕਾਰ ਇੱਕ ਪ੍ਰਕਾਰ ਦਾ ਨਾ ਇਹ ਦੈਂਤ ਸੀਗਾ ਜਿਹੜਾ ਸਮੁੰਦਰ ਮੰਥਨ ਦੇ ਵੇਲੇ ਹਜੂਰ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਦੇਵਤੇ ਅੰਮ੍ਰਿਤ ਵਾਸਤੇ ਲੜਾਈ ਪੈ ਗਈ ਸੀ ਨਾ, ਉਹ ਸਾਰਾ ਮਹਾਰਾਜ ਮੋਹਣੀ ਅਵਤਾਰ ਜਿਹੜਾ ਧਾਰਿਆ ਜ਼ਿਕਰ ਕੀਤਾ ਹੈ। ਜਦੋਂ ਫਿਰ ਦੇਵਤੇ ਅੰਮ੍ਰਿਤ ਵਰਤਾਉਣ ਲੱਗੇ ਨਾ, ਇੱਕ ਦੈਂਤ ਸੀ, 4 ਬਾਹਾਂ ਸੀ ਉਹਦੀਆਂ, ਤੇ ਮੱਛ ਦੀ ਪੂਛ ਵਰਗਾ ਆਕਾਰ ਸੀਗਾ, ਤੇ ਇਹ ਲੁਕ ਕੇ ਨਾ ਦੇਵਤਿਆਂ ਦੀ ਪੰਗਤ ਵਿੱਚ ਬੈਠ ਗਿਆ ਤੇ ਇਹਨ ਅੰਮ੍ਰਿਤ ਪੀ ਲਿਆ। ਦੇਵਤਿਆਂ ਫਿਰ ਵਿਸ਼ਨੂੰ ਜੀ ਨੂੰ ਦੱਸਿਆ ਕਿ ਮਹਾਰਾਜ ਇਹਨ ਤੇ ਅੰਮ੍ਰਿਤ ਪੀ ਲਿਆ। ਕਹਿੰਦੇ ਫਿਰ ਉਹਦੀਆਂ ਜਿਹੜੀਆਂ ਸੀ ਨਾ ਬਾਹਾਂ ਵੱਢੀਆਂ ਤੇ ਉਹਦੇ ਸਿਰ ਨੂੰ ਕੱਟਿਆ, ਉਹਦੇ 2 ਟੋਟੇ ਕਰ ਦਿੱਤੇ। ਜਿਹੜੇ 2 ਟੋਟੇ ਕੀਤੇ ਨਾ, ਇੱਕ ਰਾਹੂ ਬਣਿਆ ਤੇ ਇੱਕ ਕੇਤੂ ਬਣਿਆ। ਤੇ ਫਿਰ ਕਹਿੰਦੇ ਆ ਆਪਣਾ ਵੈਰ ਲੈਣ ਵਾਸਤੇ ਨਾ ਇਹ ਸੂਰਜ ਤੇ ਚੰਦਰਮਾ ਨੂੰ ਚਿੰਬੜਦੇ ਰਹਿੰਦੇ ਆ ਤੇ ਇਹਨੂੰ ਮਾੜਾ ਸਮਾਂ ਮੰਨਦੇ ਆ। ਸਾਧ ਸੰਗਤ ਜੀ ਜਿਹੜਾ ਹੈ ਉਹ ਸਨਾਤਨੀ ਮਤ ਦੇ ਅੰਦਰ ਜਦੋਂ ਸੂਰਜ ਨੂੰ ਗ੍ਰਹਿਣ ਲੱਗੇ ਤੇ ਚੰਦਰਮਾ ਨੂੰ ਗ੍ਰਹਿਣ ਲੱਗੇ, ਤੇ ਇਹ ਗ੍ਰਹਿਣ ਲੱਗੇ ਦਾ ਸਮਾਂ ਪੱਛਮੀ ਦੇਸ਼ਾਂ ਵਿੱਚ ਵੀ ਬੜੇ ਗੌਰ ਨਾਲ ਵੇਖਦੇ ਹੁੰਦੇ ਆ, ਲੋਕ ਇਕੱਠੇ ਹੋ ਜਾਂਦੇ ਆ। ਕਈ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚੰਗਾ ਸਮਝਦੇ, ਕਿਉਂਕਿ ਉਸ ਸਮੇਂ ਕੁਝ ਤਾਂ ਸਾਇੰਸ ਦੇ ਪੱਖ ਤੋਂ ਕਹਿੰਦੇ ਆ ਕਿ ਸੂਰਜ ਦੀਆਂ ਮਾਰੂ ਕਿਰਨਾਂ ਸ਼ਾਇਦ ਧਰਤੀ ਤੇ ਆਉਂਦੀਆਂ ਹਨ ਜਾਂ ਕੋਈ ਇਹੋ ਜਿਹਾ ਪ੍ਰਭਾਵ ਹੁੰਦਾ ਹੈ, ਪਰ ਇਹਨਾਂ ਦੇ ਸ਼ਾਸਤਰਾਂ ਮੁਤਾਬਕ ਜਿਹੜਾ ਹੈ ਇਹ ਖੋਟੇ ਲੱਖਣਾਂ ਦਾ ਸਮਾਂ ਸਮਝਿਆ ਜਾਂਦਾ ਹੈ। ਜੇ ਕੋਈ ਸੂਰਜ ਗ੍ਰਹਿਣ ਦੇ ਅੰਦਰ ਬੱਚੇ ਦਾ ਜਨਮ ਹੋਵੇ ਉਹਨੂੰ ਵੀ ਖੋਟੇ ਲੱਖਣਾਂ ਵਾਲਾ ਮੰਨਦੇ ਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਪਾਪ ਆ ਨਾ ਕੋਈ ਉਗੜ ਆਉਣ, ਤੇ ਪਹਿਲਾਂ ਤਾਂ ਗ੍ਰਹਿ ਦਾ ਅਰਥ ਗ੍ਰਹਿ ਸੀਗਾ ਇੱਥੇ ਕਿ ਪਾਪ ਜਿਹੜੇ ਆ ਗ੍ਰਹਿ ਗ੍ਰਸ ਲੈਣ। 2 ਮਹਾਰਾਜ ਕਹਿੰਦੇ ਭਾਈ ਜਿਹੜੇ ਦੁੱਖ ਤੇ ਸੁੱਖ ਰਾਹੂ ਕੇਤੂ ਦੀ ਤਰ੍ਹਾਂ ਆ ਕਰਕੇ ਚਿੰਬੜ ਜਾਣ, ਸੁੱਖ ਵਿੱਚ ਵੀ ਏਡਾ ਲਪਾਇਮਾਨ ਹੋ ਜੇ ਤੇ ਦੇਹੀ ਨੂੰ ਰੋਗ ਸੁੱਖ ਕਰਕੇ ਹੀ ਲੱਗ ਜਾਂਦੇ ਬਾਲੇ। ਜਦੋਂ ਭੋਗਾਂ ਨੂੰ ਭੋਗਦਾ ਨਾ ਤੇ ਤਾਂ ਵੀ ਸਾਧ ਸੰਗਤ ਜੀ ਰੋਗੀ ਹੋ ਜਾਂਦਾ, ਦੇਹ ਦੁਖੀ ਹੋ ਜਾਂਦੀ ਹੈ। ਦੁੱਖ ਨਾਲ ਤਾਂ ਫਿਰ ਪੀੜਤ ਹੋਣਾ ਹੀ ਹੈ। ਮਹਾਰਾਜ ਕਹਿੰਦੇ ਭਾਈ ਇਹ ਰਾਹੂ ਕੇਤੂ ਦੀ ਤਰ੍ਹਾਂ ਜਿਹੜਾ ਹੈ ਸੂਰਜ ਨੂੰ ਗ੍ਰਹਿਣ ਲੱਗਣ ਦੀ ਤਰ੍ਹਾਂ ਦੇਹ ਨੂੰ ਹੀ ਚਿੰਬੜ ਜਾਣ, ਇਹੋ ਜੀ ਦੇਹ ਦੀ ਬੁਰੀ ਹਾਲਤ ਹੋ ਜਾਵੇ। ਰਤ ਪੀਣੇ ਰਾਜੇ ਸਿਰੈ ਉੱਪਰ ਰੱਖਿਆ ਹੈ। ਫਿਰ ਮਹਾਰਾਜ ਕਹਿੰਦੇ ਭਾਈ ਰਤ ਪੀਣੇ ਜਿਹੜੇ ਰਾਜੇ ਐ, ਜ਼ਾਲਮ ਰਾਜੇ, ਉਹ ਸਿਰ ਦੇ ਉੱਤੇ ਜ਼ੁਲਮ ਕਰਨ ਨੂੰ ਮਹਾਰਾਜ ਕਹਿੰਦੇ ਭਾਈ ਜਿਹੜੇ ਉਹ ਖੜੇ ਹੀ ਰਹਿਣ ਹਰ ਵੇਲੇ, ਇਸ ਪ੍ਰਕਾਰ ਆਪਣੇ ਅਧੀਨ ਕਰਕੇ ਰੱਖੀਏ, ਰੱਖ ਲੈਣ। ਜੇਲਾਂ 'ਚ ਡੱਕ ਦਿੰਦੇ ਆ ਨਾ ਰਾਜੇ,
ਪਾ ਲੈਂਦੇ, ਜਿਵੇਂ ਸਰਮਦ ਫਕੀਰ ਨੂੰ ਡੱਕ ਲਿਆ ਸੀਗਾ ਨਰੰਗੇ ਨੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਜਿਹੜੇ ਰੱਤ ਪੀਣੇ, ਗਰੀਬਾਂ ਦਾ ਲਹੂ ਪੀਣੇ ਜਿਹੜੇ ਜ਼ਾਲਮ ਰਾਜੇ ਐ, ਜੇ ਉਹ ਕੈਦ ਕਰਕੇ ਰੱਖ ਲੈਣ, ਆਪਣੇ ਅਧੀਨ ਕਰ ਲੈਣ। ਏਵੈ ਜਾਪੈ ਭਾਉ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦਾ ਭਾਉ ਜਿਹੜਾ ਹੈ ਸਮਾਂ ਬਣ ਜਾਵੇ। ਇਸ ਤਰ੍ਹਾਂ ਦਾ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਹੈ ਡਰ, ਭਾਉ ਡਰ ਜਿਹੜਾ ਹੈ ਰਾਜਿਆਂ ਦਾ, ਉਹ ਸਮਾਂ ਆ ਜਾਵੇ ਕਿ ਉਹ ਕੈਦ ਕਰ ਲੈਣ। ਭੀ ਤੂੰ ਹੈ ਸਲਾਹਣਾ। ਮਹਾਰਾਜ ਕਹਿੰਦੇ ਤਾਂ ਵੀ ਏਡੇ ਦੁੱਖ ਦੀ ਘੜੀ ਵਿੱਚ ਵੀ ਵਾਹਿਗੁਰੂ ਤੇਰਾ ਸਲਾਉਣਾ ਹੀ ਅਸੀਂ ਚੰਗਾ ਸਮਝਦੇ ਹਾਂ, ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਜਪਣ ਨਾਲ ਨਾ ਸੁੱਖਾਂ ਦੀ ਲਪਾਇਮਾਨਗੀ ਪਹੁੰਚਦੀ ਹੈ, ਨਾ ਦੁੱਖਾਂ ਦਾ ਸਾਧ ਸੰਗਤ ਜੀ ਜਿਹੜਾ ਹੈ ਨਾ ਕਸ਼ਟ ਉਹ ਪਹੁੰਚਦਾ ਹੈ। ਇਸ ਕਰਕੇ ਮਹਾਰਾਜ ਦੋਹਾਂ ਅਵਸਥਾ ਵਿੱਚ ਨਿਰਲੇਪ ਰਹਿਣ ਦੀ ਸਤਿਗੁਰੂ ਸਿੱਖਿਆ ਦਿੰਦੇ ਐ। ਕੀ ਜੇ ਸ਼ਕਤੀਆਂ ਪ੍ਰਾਪਤ ਹੋ ਗਈਆਂ ਤੇ ਉਹ ਵੀ ਨਾਸ ਹੀ ਹੋਣੀਆਂ ਹਨ। ਕੀ ਹੋ ਗਿਆ ਜੇ ਦੁੱਖ ਆ ਕਰਕੇ ਦੇਹ ਨੂੰ ਲੱਗ ਗਏ ਐ, ਤਾਂ ਮਹਾਰਾਜ ਕਹਿੰਦੇ ਭਾਈ ਕੀ ਹੋ ਗਿਆ ਜੇ ਜ਼ਾਲਮ ਰਾਜਿਆਂ ਦੀ ਕੈਦ ਵਿੱਚ ਪੈ ਗਏ। ਕਈ ਨਾ ਕੈਦ ਵਿੱਚ ਪਏ ਹੀ ਝੁਰਦੇ ਰਹਿੰਦੇ ਆ, ਜਿਵੇਂ 52 ਰਾਜੇ ਗਵਾਲੀਅਰ ਚ ਪਈ ਕੈਦ ਚ ਝੁਰਦੇ ਸੀਗੇ। ਉਹਨਾਂ ਨੂੰ ਤਾਂ ਮਰਨ ਦਾ ਹੀ ਸੀਗਾ ਕਿ ਕਦੋਂ ਮੌਤ ਆਵੇ ਤੇ ਸਾਡੇ ਜਿਹੜੀ ਆ ਜਾਨ ਛੁੱਟ ਜਾਵੇ। ਪਰ ਜਦੋਂ ਗੁਰੂ ਸਾਹਿਬ ਜੀ ਗਏ ਸੀ ਫਿਰ ਉਹਨਾਂ ਨੂੰ ਜ਼ਿੰਦਗੀ ਦੀ ਆਸ ਦਿਖੀ ਸੀਗੀ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਭਾਈ ਜ਼ਾਲਮ ਬਾਦਸ਼ਾਹਾਂ ਦੀ ਕੈਦ ਵਿੱਚ ਪਏ ਹੋਏ ਇਹੋ ਜਿਹਾ ਮਹਾਰਾਜ ਕਹਿੰਦੇ ਭਾਉ ਜਿਹੜਾ ਹੈ ਨਾ, ਮਹਾਰਾਜ ਕਹਿੰਦੇ ਜ਼ਿੰਦਗੀ ਦੇ ਅੰਦਰ ਪ੍ਰੇਮ ਹੀ ਚੁੱਕ ਜਾਵੇ, ਇਹੋ ਜੀ ਹਾਲਤ ਹੋਵੇ ਤਾਂ ਵੀ ਕਹਿੰਦੇ ਨੇ ਨਾਮ ਜਪਣਾ ਚਾਹੀਦਾ, ਆਪਣੇ ਮਨ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ। ਜੇ ਉੱਥੇ ਬੈਠਾ ਕਈ ਸਾਧ ਸੰਗਤ ਜੀ ਜਿਵੇਂ ਨਿਰਾਸ਼ ਹੋ ਜਾਂਦੇ ਹਨ, ਨਿਰਾਸ਼ ਹੋਇਆ ਮਨੁੱਖ ਮੌਤ ਦੇ ਮੂੰਹ 'ਚ ਹੀ ਚਲਿਆ ਜਾਂਦਾ ਹੈ। ਨਿਰਾਸ਼ ਹੋਇਆ ਮਨੁੱਖ ਜਿਹੜਾ ਹੈ ਨਾ ਉਹ ਆਪਣੇ ਆਪ ਹੀ ਅੰਦਰੋਂ ਜਿਹਦਾ ਹਿਰਦਾ ਡਿੱਗ ਜਾਂਦਾ, ਉਹ ਦੁੱਖ ਹੀ ਦੁੱਖ ਸਾਧ ਸੰਗਤ ਜੀ ਉਹਨੂੰ ਚਾਰ ਸਫੇਰੇ ਦਿਸਣ ਲੱਗ ਜਾਂਦੇ ਆ। ਇਹ ਮਨੁੱਖ ਦੇ ਸੋਚਣ ਦੀ ਸ਼ਕਤੀ ਹੈ। ਕਿੱਥੇ ਵੇਖੋ ਸਰੀਰ ਵੀ ਰੋਗਾਂ ਨਾਲ ਗ੍ਰਸਿਆ ਹੋਵੇ ਤੇ ਜ਼ਾਲਮ ਬਾਦਸ਼ਾਹਾਂ ਦੀ ਕੈਦ ਵਿੱਚ ਹੋਵੇ, ਕੋਈ ਭਾਵ ਪ੍ਰੇਮ ਕਰਨ ਵਾਲਾ ਨਾ ਹੋਵੇ ਤੇ ਫਿਰ ਵੀ ਉੱਥੇ ਖਿੜੇ ਮੱਥੇ ਹੈ, ਐਨ ਚੜ੍ਹਦੀ ਕਲਾ ਹੈ। ਉਹ ਕਿਉਂ ਹੈ? ਨਾਮ ਦੀ ਬਰਕਤ ਕਰਕੇ ਹੈ, ਇਹ ਨਾਮ ਦੇ ਜਪਣੇ ਕਰਕੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਨੇ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ, ਉਹ ਜ਼ਾਲਮ ਬਾਦਸ਼ਾਹਾਂ ਦੀ ਕੈਦ ਵਿੱਚ ਵੀ ਸਾਧ ਸੰਗਤ ਜੀ ਫਾਂਸੀ ਦੇ ਰੱਸੇ ਵੀ ਚੜ੍ਹਦੀਆਂ ਕਲਾਂ ਨਾਲ ਚੁੰਮੇ। ਇਹੋ ਜੀ ਉਹਨਾਂ ਤੇ ਮਹਾਰਾਜ ਬਖਸ਼ਿਸ਼ ਕਰ ਦਿੰਦੇ ਐ। ਹਜੂਰ ਕਹਿੰਦੇ ਭਾਈ ਏਡੇ ਦੁੱਖ ਵੀ ਆ ਕਰਕੇ ਲੱਗ ਜਾਣ, ਏਡੇ ਦੁੱਖ ਦੀ ਘੜੀ ਆ ਜਾਵੇ, ਮਹਾਰਾਜ ਕਹਿੰਦੇ ਭਾਈ ਏਵੈ ਜਾਪੈ ਭਾਉ। ਇਸ ਤਰ੍ਹਾਂ ਦਾ ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਸਮਾਂ ਜਿਹੜਾ ਉਹ ਜਾਪੇ ਭਾਵ ਬਣ ਜਾਵੇ ਤੇ ਭੀ ਤੂੰ ਹੈ ਸਲਾਹਣਾ। ਇਹ ਵਾਹਿਗੁਰੂ ਫਿਰ ਵੀ ਤੇਰੇ ਨਾਮ ਦਾ ਹੀ ਜਪਣਾ ਅਸੀਂ ਚੰਗਾ ਸਮਝਦੇ ਹਾਂ। ਆਖਣ ਲਹਿ ਨ ਚਾਉ। ਇਹ ਵਾਹਿਗੁਰੂ ਤੇਰਾ ਨਾਮ ਆਖਦਿਆਂ ਚਾਹ ਨਾ ਲਹੇ। ਜਦੋਂ ਐਡੇ ਦੁੱਖ ਸਾਹਮਣੇ ਹੋਣ, ਵੇਖਣ ਨੂੰ ਤਾਂ ਲੱਗਦਾ ਹੈ ਕਿ ਕੈਦ ਹੈ, ਦੁਖੀ ਹੈ, ਜ਼ਾਲਮ ਬਾਦਸ਼ਾਹ ਦੇ ਕਸ਼ਟ ਹਨ। ਤੇ ਸਾਧ ਸੰਗਤ ਜੀ ਭਾਈ ਸੁਪੇਗ ਸਿੰਘ ਜੀ ਨੂੰ ਪੁੱਛਿਆ ਸੀਗਾ ਤੇ ਜਦੋਂ ਪੁੱਛਦੇ ਕਿ ਕਿਹੋ ਜਿਹਾ ਹੀ ਉਹ ਚਰਖੜੀ ਦਾ ਸਵਾਦ, ਤੇ ਕਹਿੰਦੇ ਤੂੰ ਆਪ ਚੜ ਕੇ ਵੇਖ ਲੈ ਜ਼ਕਰੀਆ ਖਾਨ ਕਿਹੋ ਜਿਹਾ ਸਵਾਦ ਹੈ। ਇਹ ਸਵਾਦ ਤਾਂ ਸਾਨੂੰ ਹੀ ਬਾਜਾਂ ਵਾਲੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੋਇਆ ਹੈ। ਇਹ ਸਾਧ ਸੰਗਤ ਜੀ ਉਹ ਲਖਪਤ ਰਾਏ ਨੇ ਪੁੱਛਿਆ ਸੀਗਾ, ਲੱਖੂ ਜਿਹਨੂੰ ਖਾਲਸੇ ਨੇ ਨਾਮ ਦਿੱਤਾ ਸੀਗਾ, ਕਿ ਕਿਹੋ ਜਿਹਾ ਰਿਹਾ ਸਵਾਦ ਉਹ ਸੁਬੇਗ ਸਿੰਘ ਚਰਖੜੀ ਤੇ ਚੜਨ ਦਾ। ਕਿਉਂਕਿ ਚਰਖੜੀ ਦੇ ਦੰਦੇ ਘੱਟ ਕਰਕੇ ਉਹਨੂੰ ਜਿਹੜਾ ਹੈ ਬਿਰਲਾ ਕਰਕੇ ਜਦੋਂ ਚੜਾਉਂਦੇ ਨਾ, ਉਹਦੇ ਨਾਲ ਕੀ ਹੁੰਦਾ ਸੀ, ਤੇ ਇੱਕ ਤਾਂ ਸੁੰਬਿਆਂ ਵਾਲੀ ਚਰਖੜੀ ਹੁੰਦੀ ਸੀ, ਇੱਕ ਸੁੰਬਿਆਂ ਤੋਂ ਬਿਨਾਂ ਜਿਹਦੇ ਨਾਲ ਹੱਡ ਤੋੜਦੇ ਸੀਗੇ। ਜਦੋਂ ਉਹਨੂੰ ਕੱਸ ਕੇ ਚਲਾਉਂਦੇ ਨਾ ਚਰਖੜੀ, ਤੇ ਸਾਧ ਸੰਗਤ ਜੀ ਫਿਰ ਸਾਰੇ ਪੈੜਾਂ ਦੇ ਜੋੜ, ਗੋਡਿਆਂ ਦੇ ਹੱਡ, ਇਉਂ ਸਾਰੇ ਹੀ ਹੱਡ ਜਿਹੜੇ ਸੀ ਨਾ, ਇੱਥੋਂ ਤੱਕ ਕਿ ਮਸਤਕ ਦਾ ਖੋਪੜਾ ਵੀ ਟੁੱਟ ਜਾਂਦਾ ਸੀਗਾ। ਕਈ ਇਉਂ ਹੀ ਚੜਾਈ ਕਰ ਜਾਂਦੇ ਸੀਗੇ ਤੇ ਇਉਂ ਥੋੜੇ ਦੰਦੇ ਢਿੱਲੇ ਕਰਕੇ ਜਦੋਂ ਭਾਈ ਸੁਬੇਗ ਸਿੰਘ ਜੀ ਨੂੰ ਗੇੜਾ ਦਿੱਤਾ ਨਾ, ਹੱਡ ਭਾਵੇਂ ਟੁੱਟ ਗਏ ਸੀਗੇ, ਫਿਰ ਵੀ ਜਦੋਂ ਪੁੱਛਿਆ ਕਿ ਕਿਉਂ ਕਿਹੋ ਜਿਹਾ ਰਿਹਾ ਸਵਾਦ, ਕਹਿੰਦੇ ਲੈਣਾ ਤੇ ਚੜ ਕੇ ਵੇਖ, ਕਿਉਂਕਿ ਉਹ ਆਨੰਦ ਸੀਗਾ ਉੱਥੇ ਵੀ। ਸੱਚ ਕਿਹਾ ਸੀ ਉਹਨਾਂ ਨੇ। ਭਾਈ ਤਾਰੂ ਸਿੰਘ ਸਾਹਿਬ ਨੇ ਵੀ ਐਸਾ ਕਿਹਾ ਸੀ, ਖੋਪੜਾ ਲਾਉਣ ਤੋਂ ਪਹਿਲਾਂ ਭਾਈ ਤਾਰੂ ਸਿੰਘ ਸਾਹਿਬ ਨੂੰ ਵੀ ਚਰਖੜੀ ਤੇ ਚਾੜਿਆ ਸੀ। ਕਹਿੰਦੇ ਇਹ ਆਨੰਦ ਤਾਂ ਬਾਜਾਂ ਵਾਲੇ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੋਇਆ ਹੈ। ਇਹੋ ਜਿਹਾ ਦੇਹ ਨੂੰ ਦੁੱਖ ਲੱਗ ਜਾਵੇ, ਹੱਡ ਟੁੱਟ ਜਾਣ, ਇਹੋ ਜੀ ਬੁਰੀ ਹਾਲਤ ਹੋਵੇ ਤੇ ਫਿਰ ਵੀ ਨਾਮ ਰਸ ਵਿੱਚ ਟਿਕੇ ਹੋਏ ਆ। ਭਾਈ ਤਾਰੂ ਸਿੰਘ ਸਾਹਿਬ ਜੀ ਨੇ ਜਦੋਂ ਖੋਪੜਾ ਲਾਤਾ ਸੀ, 22 ਦਿਨ ਜਿਉਂਦੇ ਰਹੇ ਸੀ ਬਿਨਾਂ ਖੋਪੜੇ ਤੋਂ। ਤੇ ਲਾਹੌਰ ਦੇ ਸਿੱਖ
ਭਾਈ ਸਾਹਿਬ ਨੂੰ ਖਾਈ 'ਚ ਸਟਾਤਾ ਸੀ, ਬਾਹਰ ਜਿਹੜੀ ਕਿਲੇ ਤੋਂ ਬਾਹਰ ਖਾਈ ਹੈ ਨਾ, ਉੱਥੇ ਸਿੱਟ ਦਿੱਤਾ ਸੀ। ਤੇ ਭਾਈ ਸਾਹਿਬ ਨੂੰ ਲਾਹੌਰ ਦੇ ਸਿੱਖਾਂ ਚੁੱਕ ਲਿਆ ਤੇ ਧਰਮਸ਼ਾਲਾ ਵਿੱਚ ਲੈ ਆਏ। ਭਾਈ ਸਾਹਿਬ ਦੇ ਸਿਰ ਦੇ ਉੱਤੇ ਨਿੰਮ ਦੇ ਪੱਤੇ, ਪਾਣੀ ਆਦਿਕ ਨਿੰਮ ਨਾਲ ਜ਼ਖਮ ਧੋਣ ਲੱਗੇ। ਭਾਈ ਸਾਹਿਬ ਨੇ ਰੋਕ ਦਿੱਤਾ ਤੇ ਕਿਹਾ, ਮਹਾਰਾਜ ਤੁਹਾਡਾ ਜ਼ਖਮ ਰਾਜੀ ਹੋ ਜਾਵੇ। ਉਹ ਜ਼ਖਮ ਕੀ ਹੈ? ਖੋਪੜਾ ਹੀ ਲੱਥਾ ਹੋਇਆ। ਤਾਂ ਪਰ ਫਿਰ ਵੀ ਨਿਰੰਕਾਰ ਦੀ ਮੌਜ ਹੈ, ਉਹਨਾਂ ਨੂੰ ਉਸ ਦੁੱਖ ਦਾ ਖੋਭ ਨਹੀਂ ਹੈ। ਲੱਥੇ ਹੋਏ ਖੋਪੜੇ ਨਹੀਂ ਤੇ ਡਾਕਟਰ ਕਹਿੰਦੇ ਦਿਮਾਗ ਦੀ ਨਾਲੀ ਫਟ ਜੇ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਭਾਈ ਸਾਹਿਬ ਚੌਂਕੜੇ 'ਚ ਰਹੇ। ਜਦੋਂ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ, ਭਾਈ ਸਾਹਿਬ ਦੀਆਂ ਜੁੱਤੀਆਂ ਵੱਜੀਆਂ ਸਿਰ 'ਚ। ਪਿਸ਼ਾਬ ਜਿਵੇਂ ਜਿਵੇਂ ਆਉਂਦਾ ਸੀ ਬੰਨ ਖੁੱਲਦਾ ਸੀ, ਜੁੱਤੀਆਂ ਖਾ ਖਾ ਕੇ ਜ਼ਕਰੀਆ ਖਾਨ ਜਦੋਂ ਮਰਿਆ, ਭਾਈ ਸਾਹਿਬ ਨੂੰ ਦੱਸਿਆ, ਮਹਾਰਾਜ ਦੁਸ਼ਟ ਚੜ੍ਹਾਈ ਕਰ ਗਿਆ। ਬਚਨ ਕਰਤਾ ਸੀ ਨਾ ਜ਼ਕਰੀਆ ਖਾਨ, ਜਿੰਨਾ ਚਿਰ ਤੂੰ ਨਹੀਂ ਮਰਦਾ ਅਸੀਂ ਸਰੀਰ ਨਹੀਂ ਛੱਡਾਂਗੇ, ਤੈਨੂੰ ਨਰਕਾਂ 'ਚ ਪਾ ਕੇ ਸੱਚਖੰਡ ਨੂੰ ਜਾਵਾਂਗੇ। ਇਹੋ ਜਿਹਾ ਸਾਧ ਸੰਗਤ ਜੀ ਬਚਨ ਤਾਂ ਫਿਰ ਜਿਹਨੇ ਨਾਮ ਜਪਿਆ ਹੈ ਉਹ ਹੀ ਕਰ ਸਕਦਾ ਹੈ। ਤੇ ਫਿਰ ਭਾਈ ਸਾਹਿਬ ਜੀ ਨੇ ਆਪ ਦੇ ਸਰੀਰ ਤੇ ਜਲ ਪਵਾਇਆ ਸੀਗਾ ਤੇ ਇਸ ਸਮੇਂ ਜਪਜੀ ਸਾਹਿਬ ਦਾ ਪਾਠ ਕੀਤਾ ਸੀ ਤੇ ਆਪ ਦਾ ਸਰੀਰ ਸ਼ਾਂਤ ਕਰ ਲਿਆ ਸੀਗਾ। ਮਹਾਰਾਜ ਕਹਿੰਦੇ, ਭਾਈ ਏਡੀ ਸ਼ਕਤੀ ਦਾ ਮਾਲਕ ਹੋਵੇ ਤਾਂ ਵੀ ਨਾਮ ਜਪੇ, ਤੇ ਜੇ ਇਹੋ ਜਿਹੇ ਦੁੱਖ ਦੀਆਂ ਘੜੀਆਂ ਆ ਜਾਣ, ਔਖਾ ਸਮਾਂ ਆ ਜਾਵੇ, ਪਰ ਅਸੀਂ ਕੀ ਹੈ ਕਿ ਜਦੋਂ ਸੁੱਖ ਹੋਵੇ ਤਾਂ ਕਹਿਣਾ, ਪ੍ਰਭ ਜੀ ਇਹ ਹੈ ਮਨੋਰਥ ਮੇਰਾ। ਜਦੋਂ ਔਖੀ ਘੜੀ ਕਿਤੇ ਆ ਜਾਵੇ ਫਿਰ ਪੜ੍ਹਦੇ ਆ, ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਅਸੀਂ ਤਾਂ ਮਤਲਬ ਵਾਸਤੇ ਮਹਾਰਾਜ ਤੈਨੂੰ ਚੇਤੇ ਕਰਦੇ ਆ, ਸੁੱਖਾਂ ਵਿੱਚ ਅਸੀਂ ਤੈਨੂੰ ਭੁੱਲ ਜਾਂਦੇ ਆ। ਬੜੀਆਂ ਅਸੀਂ ਸ਼ਕਤੀਆਂ ਦਾ ਪ੍ਰਗਟਾਵਾ ਕਰਦੇ ਆ ਕਿ ਅਸੀਂ ਬੜੀ ਮਹਾਂਪੁਰਖਾਂ, ਬੜੇ ਬ੍ਰਹਮ ਗਿਆਨੀ ਆ। ਦੁੱਖ ਦੀ ਘੜੀ ਆਵੇ ਤਾਂ ਬੋਲਾਂ ਤੇ ਸਿਕਰੀ ਜੰਮ ਜਾਂਦੀ ਆ, ਘਬਰਾ ਜਾਂਦੇ ਆ, ਕੀ ਹੋਊਗਾ, ਕੀ ਬਣੇਗਾ, ਮਨ ਝੋਰਿਆਂ ਵਿੱਚ ਚਲੇ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਭੀ ਤੂੰ ਹੈ ਸਾਲਾਹਣਾ, ਵਾਹਿਗੁਰੂ ਤੇਰਾ ਸਲਾਉਣਾ ਹੀ ਚੰਗਾ ਸਮਝਦੇ ਆ। ਹਜੂਰ ਬਾਬਰ ਨੇ ਕੈਦ ਪਾ ਲਿਆ ਸੀ ਨਾ, ਨਹੀਂ ਸੀ ਪਤਾ, ਸਿਪਾਹੀਆਂ ਪਕੜ ਲਿਆ ਸੀ। ਹਜੂਰ ਰੋੜੀ ਸਾਹਿਬ ਬੈਠੇ ਸੀ ਮਹਾਰਾਜ, ਤੇ ਜਿਸ ਜੇਲ੍ਹ ਵਿੱਚ ਸਤਿਗੁਰਾਂ ਜੀ ਨੂੰ ਪਾਇਆ ਸੀ ਉਸ ਜੇਲ੍ਹ ਵਿੱਚ ਸਾਰੀਆਂ ਚੱਕੀਆਂ ਆਪੇ ਹੀ ਫਿਰਦੀਆਂ ਸੀਗੀਆਂ। ਮਹਾਰਾਜ ਸਾਹਿਬ ਦੇ ਚਰਨੀ ਆ ਕੇ ਪੈ ਗਿਆ ਸੀਗਾ ਬਾਬਰ। ਹਜੂਰ ਕਹਿੰਦੇ, ਅਸੀਂ ਤਾਂ ਫਿਰ ਵੀ ਵਾਹਿਗੁਰੂ ਦਾ ਸਲਾਉਣਾ ਹੀ ਚੰਗਾ ਸਮਝਦੇ ਹਾਂ। ਮਹੱਲਾ ਪਹਿਲਾ। ਕਿ ਤੈਨੂੰ ਆਖਦਿਆਂ ਹੋਇਆ ਸਾਡਾ ਚਾਅ ਨਾ ਲਹੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਫਰਮਾਉਂਦੇ ਆ, ਅੱਗੀ ਪਾਲਾ ਕੱਪੜ ਹੋਵੇ। ਸਤਿਗੁਰੂ ਜੀ ਕਹਿੰਦੇ ਇਹ ਹੁਣ ਜਿਹੜੇ ਸਾਧਨ ਕਰਨੇ ਜਿਹੜੇ ਆ ਨਾ ਬੜੇ ਸਮਝਦੇ ਸਿੱਧ, ਤੇ ਸਤਿਗੁਰੂ ਦੱਸਦੇ ਕਿ ਇਹਨਾਂ ਸਾਧਨਾਂ ਨੂੰ ਕਰ ਲਵੇ ਤਾਂ ਫਿਰ ਵੀ ਕੀ ਹੈ, ਜੇ ਨਾਮ ਨਹੀਂ ਜਪਦਾ ਤਾਂ ਅੱਗੀ ਪਾਲਾ। ਅੱਗੀ ਕੀ ਕਿ ਗਰਮੀਆਂ ਦੀ ਰੁੱਤ ਵਿੱਚ ਧੂਣੀਆਂ ਤਾ ਕਰਕੇ ਮਹਾਰਾਜ ਕਹਿੰਦੇ ਭਾਈ ਤਪੱਸਿਆ ਕਰ ਲਵੇ, ਤੇ ਅੱਗ ਦੇ ਕੱਪੜੇ ਜਾਣੋ ਪਹਿਨਣ ਵਾਂਗੂ ਹੈ ਕਿ ਧੂਣੀਆਂ ਵਿੱਚ, ਅੱਗ ਦੀਆਂ ਧੂਣੀਆਂ ਵਿੱਚ ਬੈਠਾ ਇੰਨਾ ਸੇਕ ਲਵਾਵੇ। ਤੇ ਜਦੋਂ ਸਰਦੀਆਂ ਦੀ ਰੁੱਤ ਹੁੰਦੀ ਹੈ ਉਦੋਂ ਬਰਫੀਲੀਆਂ ਚੋਟੀਆਂ ਤੇ ਬਹਿ ਕਰਕੇ ਜਿਹੜਾ ਹੈ ਉਹ ਪਾਲਾ ਆਪਣੇ ਸਰੀਰ ਤੇ ਸਹੇ। ਮਹਾਰਾਜ ਕਹਿੰਦੇ ਭਾਈ ਇਹੋ ਜੇ ਜਾਣੋ ਪਾਲੇ ਦੇ ਬਰਫ਼ ਦੇ ਕੱਪੜੇ ਹੀ ਪਹਿਰ ਲਵੇ, ਜਲ ਧਾਰਾ ਆਦਿਕ ਕਰ ਲਵੇ। ਖਾਣਾ ਹੋਵੇ ਵਾਓ, ਤੇ ਹਵਾ ਹੀ ਉਸ ਦਾ ਖਾਣਾ ਹੋ ਜਾਵੇ। ਹਵਾ ਹੀ ਭਖਣ ਕਰੇ ਭਾਵ ਪੌਣ ਆਹਾਰੀ ਹੋ ਜਾਵੇ। ਸੁਰਗੈ ਦੀਆ ਮੋਹਣੀਆਂ ਇਸਤਰੀਆਂ ਹੋਵਣ। ਏਡਾ ਮਹਾਰਾਜ ਕਹਿੰਦੇ ਤਪ ਦਾ ਬਲੀ ਹੋਵੇ ਕਿ ਉਹਦੇ ਕੋਲ ਨਾ ਸਵਰਗ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਇਸਤਰੀਆਂ ਹਨ ਨਾ, ਉਹ ਆ ਕਰਕੇ ਉਹਦੇ ਸਾਹਮਣੇ ਖੜ ਜਾਣ। ਸਾਧ ਸੰਗਤ ਜੀ, ਇੱਕ ਸਵਈਆਂ ਵਿੱਚ ਭੱਟਾਂ ਨੇ ਜ਼ਿਕਰ ਕੀਤਾ ਹੈ, ਰੁਕ ਮੰਗਦ ਕਰਤੂਤ ਰਾਮ ਜੰਪਹੁ ਨਿਤ ਭਾਈ। ਕਹਿੰਦੇ ਇਸ ਤਰ੍ਹਾਂ ਨਾਮ ਜਪੋ ਜਿਵੇਂ ਰੁਕ ਮੰਗਦ ਰਾਜੇ ਦੀ ਕਰਤੂਤ ਸੀਗੀ। ਰੁਕ ਮੰਗਦ ਰਾਜਾ ਇੱਕ ਹੋਇਆ, ਉਹਦਾ ਜ਼ਿਕਰ ਕੀਤਾ ਮਹਾਰਾਜ ਬਾਣੀ ਦੇ ਅੰਦਰ। ਇਹ ਰੁਕ ਮੰਗਦ ਰਾਜਾ ਸਾਧ ਸੰਗਤ ਜੀ ਬੜਾ ਨਾਮ ਰਸੀਆ ਸੀਗਾ, ਤੇ ਇਹਦੇ ਬਾਗ ਇੰਨਾ ਸੁੰਦਰ ਸੀ। ਇਹਦੇ ਬਾਗ ਵਿੱਚੋਂ ਇੰਦਰ ਨਾ ਅਪੱਛਰਾਂ ਨੂੰ ਭੇਜਿਆ ਕਰਦਾ, ਜਾਓ ਉੱਥੋਂ ਫੁੱਲ ਤੋੜ ਕੇ ਲਿਆਓ, ਉਹਦੇ ਬਾਗ ਦੇ ਫੁੱਲ ਬੜੇ ਸੋਹਣੇ ਆ। ਇਹ ਤਾਂ ਸਾਧ ਸੰਗਤ ਜੀ ਅਰਥ ਭਾਵ ਲੈਣਾ ਕਿ ਨਾਮ ਦੀ ਮਹਿਮਾ ਕਹੇ ਜੀ। ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ, ਸਵਰਗ ਦੀਆਂ ਅਪੱਛਰਾਵਾਂ ਚਲਾਏਮਾਨ ਹੋ ਜਾਂਦੇ, ਤਪੀਆਂ ਦੇ ਤਪ ਡੋਲ ਜਾਂਦੇ ਆ। ਵਿਸ਼ਵਾਮਿੱਤਰ ਵਰਗੇ 10,000 ਵਰਾ ਤਪ ਕਰਦਾ ਡੋਲ ਗਿਆ ਸੀ ਉਗਰਵਸੀ ਨੂੰ ਵੇਖ ਕਰਕੇ। ਇਸ ਪ੍ਰਕਾਰ ਉਹ ਇੰਦਰ ਦੇ ਸਭਾ ਵਿੱਚ ਫੁੱਲ ਲੈ ਕੇ ਜਾਇਆ ਕਰੇ। ਤੇ ਮਾਲੀਆਂ ਸ਼ਿਕਾਇਤ ਕੀਤੀ, ਰਾਜਾ ਸਾਹਿਬ ਫੁੱਲ ਬੜੇ ਸੁੰਦਰ ਹੁੰਦੇ ਪਰ ਰਾਤ ਨੂੰ ਮਹਾਰਾਜ ਪਤਾ ਨਹੀਂ ਕਿੱਧਰ ਗਾਇਬ ਹੋ ਜਾਂਦੇ। ਉਹ ਰੁਕ ਮੰਗਦ ਰਾਜੇ ਨੇ ਫਿਰ ਆਪਣੇ ਜਿਹੜੇ ਸਿਆਣੇ ਸੀਗੇ ਕੋਈ, ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਹੈ, ਕੀ ਉਪਾਅ ਕਰੀਏ। ਇੱਕ ਬੜਾ ਹੀ ਜਿਹੜਾ ਹੀ ਉਹ ਦਿਵ ਦ੍ਰਿਸ਼ਟੀ ਵਾਲਾ ਉਹ ਕਹਿਣ ਲੱਗਾ ਕਿ
ਰਾਜਾ ਪਤਾ ਨਹੀਂ ਲੱਗਦਾ, ਪਹਿਰੇਦਾਰ ਵੀ ਬੜੇ ਬਿਠਾਲੇ ਆ, ਪਰ ਐਂ ਕਰੋ ਕਿ ਜਿਹੜੇ ਆ ਨਾ ਜਿੱਥੇ ਜਿੱਥੇ ਸੋਹਣੇ ਫੁੱਲ ਵਾ ਉੱਥੇ ਰਾਤ ਨੂੰ ਥੱਲੇ ਕੰਡੇ ਬਖੇਰ ਦਿਓ, ਤੇ ਜੇਕਰ ਕਿ ਕੰਡਾ ਵੱਜੇ ਨਾ ਤੇ ਫਿਰ ਕੋਈ ਜੇ ਗੁਪਤ ਵੀ ਹੋਵੇ ਤੇ ਉਹਨੂੰ ਜਦੋਂ ਕੰਡਾ ਲੱਗ ਗਿਆ ਤੇ ਉਹ ਫਿਰ ਉੱਥੇ ਭਾਵੇਂ ਸਵਰਗ ਦੀ ਅਪਛਰਾ ਹੋਵੇ, ਕੰਡੇ ਦੇ ਲੱਗਣ ਨਾਲ ਉਹ ਜਾ ਨਹੀਂ ਸਕੂਗੀ। ਫਿਰ ਇਉਂ ਹੀ ਹੋਇਆ, ਉਹ ਕੰਡਾ ਵੱਜਣ ਨਾਲ ਕੀ ਆ, ਅਪਛਰਾ ਜਿਹੜੀ ਸੀ ਨਾ ਉਹ ਜਿਹਦੇ ਉੱਡਣ ਦੀ ਸ਼ਕਤੀ ਨਾ ਰਹੀ। ਦਿਨ ਚੜ੍ਹਿਆ, ਪਤਾ ਲੱਗ ਗਿਆ। ਜਦੋਂ ਉਹ ਪਤਾ ਲੱਗਾ ਤੇ ਰਾਜੇ ਕੋਲ ਦੱਸਿਆ ਗਿਆ ਕਿ ਮਹਾਰਾਜਾ ਸਾਹਿਬ ਉਹ ਪਕੜੀ ਗਈ ਹੈ, ਮਹਾਰਾਜ ਅਪਛਰਾ ਆਉਂਦੀ ਸੀਗੀ ਫੁੱਲ ਤੋੜਨ। ਤੇ ਜਿਹੜਾ ਰੁਕਮਾਂਗਦ ਰਾਜਾ ਸੀ ਨਾ ਉਹ ਆਪ ਵੇਖਣ ਨੂੰ ਆਇਆ। ਫਿਰ ਤੇ ਜਦੋਂ ਆਇਆ, ਲੋਕ ਜਿੰਨੇ ਵੀ ਉੱਥੇ ਨਗਰ ਦੇ ਇਕੱਠੇ ਹੋ ਕੇ ਆਏ ਨਾ, ਸਭ ਦਾ ਮਨ ਮੋਹਿਤ ਹੋ ਗਿਆ ਅਪਛਰਾ ਵੱਲ ਵੇਖ ਕੇ। ਏਡਾ ਰੂਪ ਚਮਕਦਾ, ਏਡੇ ਨੈਣ ਨਕਸ਼ ਨੇ, ਤੇ ਸਭ ਦਾ ਮਨ ਚੁਰਾਇਆ ਗਿਆ। ਰੁਕਮਾਂਗਦ ਰਾਜਾ ਜਿਹੜਾ ਉਹਨੂੰ ਪੁੱਛਦਾ, ਬਈ ਤੈਨੂੰ ਕੀ ਗੱਲ ਵੈ? ਉਹਨੇ ਦੱਸਿਆ, ਮਹਾਰਾਜ ਮੈਥੋਂ ਭੁੱਲ ਹੋ ਗਈ, ਮੈਂ ਤਾਂ ਇੰਦਰ ਦੀ ਅਪਛਰਾ ਫੁੱਲ ਲੈਣ ਆਉਣੀ ਸਾਂ। ਕਹਿਣ ਲੱਗੇ ਹੁਣ ਤੂੰ ਜਾ। ਫਿਰ ਰੁਕਮਾਂਗਦ ਰਾਜੇ ਦਾ ਚਿੱਤ ਨਹੀਂ ਡੋਲਿਆ ਉਹਦੇ ਤੇ, ਚਾਹੁੰਦਾ ਤੇ ਉਹਨੂੰ ਆਪਣੀ ਪਟਰਾਣੀ ਬਣਾ ਲੈਂਦਾ, ਪਰ ਕਹਿੰਦਾ ਤੂੰ ਜਾ। ਉਹ ਕਹਿਣ ਲੱਗੀ, ਮਹਾਰਾਜ ਮੈਂ ਹੁਣ ਜਾ ਨਹੀਂ ਸਕਦੀ, ਜਾਂ ਤਾਂ ਕੋਈ ਇਕਾਦਸ਼ੀ ਦਾ ਕਿਸੇ ਵਰਤ ਰੱਖਿਆ ਹੋਵੇ ਉਹ ਮੈਨੂੰ ਫਲ ਦੇਵੇ ਤਾਂ ਫਿਰ ਮੈਂ ਸਵਰਗਾਂ 'ਚ ਉਸ ਇਕਾਦਸ਼ੀ ਦੇ ਵਰਤ ਦਾ ਫਲ ਲੈ ਕਰਕੇ ਜਾ ਸਕਦੀ ਹਾਂ। ਉਹ ਕਹਿੰਦੇ, ਰੁਕਮਾਂਗਦ ਰਾਜਾ ਕਹਿੰਦਾ ਬਈ ਕਿਸੇ ਰੱਖਿਆ? ਉਹ ਲੋਕ ਕਹਿੰਦੇ ਨਾ ਮਹਾਰਾਜਾ ਸਾਹਿਬ, ਸਾਡੇ ਤਾਂ ਇੱਥੇ ਕੋਈ ਵਰਤ ਨਹੀਂ ਰੱਖਦਾ। ਤੇ ਉਹ ਕਹਿਣ ਲੱਗੀ, ਜੇ ਕਿਸੇ ਨੇ ਅੱਜ ਸਵੇਰੇ ਭੋਜਨ ਹੀ ਨਾ ਖਾਧਾ ਹੋਵੇ ਉਹ ਆਪਣਾ ਦੇ ਦੇਵੇ, ਸੰਕਲਪ ਕਰ ਦੇਵੇ। ਉਹ ਕਹਿੰਦੇ ਨਾ ਮਹਾਰਾਜ, ਅਸੀਂ ਤਾਂ ਭੋਜਨ ਸਭ ਨੇ ਛਕਿਆ, ਸਵੇਰ ਦੇ ਜਲ ਪਾਣੀ ਛਕਿਆ। ਰੁਕਮਾਂਗਦ ਰਾਜਾ ਕਹਿੰਦਾ, ਮੇਰੀ ਨਗਰੀ ਵਿੱਚ ਸਭ ਨਾਮ ਜਪਦੇ, ਇੱਥੇ ਕੋਈ ਵਰਤ ਨਹੀਂ ਰੱਖਦਾ, ਤੇ ਤੂੰ ਦੱਸ ਹੋਰ ਕੋਈ ਤਰੀਕਾ? ਕਹਿਣ ਲੱਗੀ, ਮਹਾਰਾਜ ਹੋਰ ਕੋਈ ਤਰੀਕਾ ਨਹੀਂ। ਰੁਕਮਾਂਗਦ ਰਾਜਾ ਕਹਿੰਦਾ, ਚੰਗਾ ਫਿਰ ਤੈਨੂੰ ਆਪਦੀ ਨਾਮ ਦੀ ਸ਼ਕਤੀ ਨਾਲ ਸਵਰਗਾਂ 'ਚ ਪਹੁੰਚਾ ਦਿੰਨੇ। ਰੁਕਮਾਂਗਦ ਰਾਜੇ ਨੇ ਫਿਰ ਆਪਦੇ ਨਾਮ ਦੇ ਬਲ ਨਾਲ ਉਸ ਨੂੰ ਸਵਰਗਾਂ 'ਚ ਪਹੁੰਚਾਤਾ, ਤੇ ਉਹਦੇ ਉੱਤੇ ਰੁਕਮਾਂਗਦ ਰਾਜੇ ਦਾ ਚਿੱਤ ਨਹੀਂ ਠਿਸੋਲਿਆ। ਇਸ ਕਰਕੇ ਭੱਟਾਂ ਨੇ ਕਿਹਾ ਕਿ ਰੁਕਮਾਂਗਦ ਕਰਤੂਤ ਰਾਮ ਜੰਪਹੁ ਨਿਤ ਭਾਈ। ਜਿਵੇਂ ਰੁਕਮਾਂਗਦ ਰਾਜੇ ਦੀ ਕਰਤੂਤ ਕਰਨੀ ਸੀ ਨਾ, ਵਿਸ਼ਿਆਂ 'ਚ ਮਨ ਨਹੀਂ ਸੀ ਡੋਲਦਾ, ਇਉਂ ਭਾਈ ਨਾਮ ਨੂੰ ਜੰਪਹੁ ਜਪਣਾ ਕਰੋ, ਵਿਸ਼ਿਆਂ ਤੋਂ ਆਪਣੇ ਮਨ ਨੂੰ ਰੋਕ ਕਰਕੇ। ਸਤਿਗੁਰੂ ਜੀ ਕਹਿੰਦੇ ਭਾਈ ਐਡੀ ਸ਼ਕਤੀ ਦਾ ਮਾਲਕ ਹੋਵੇ, ਜਦੋਂ ਸਾਧ ਸੰਗਤ ਜੀ ਅਭਿਆਸ ਕਰਦੇ ਆ ਨਾ, ਨਾਮ ਜਪਦੇ ਆ, ਨਾਮ ਜਪਦੇ ਆ, ਕਦੇ ਇਹੋ ਜਿਹਾ ਤਲ ਆਉਂਦਾ ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਪ੍ਰਗਟ ਹੋਣ ਲੱਗ ਜਾਂਦੀਆਂ। ਸਵਰਗ ਦੀਆਂ ਮੋਹਣੀਆਂ ਅਪਛਰਾਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ, ਉਹ ਵੀ ਹਾਜ਼ਰ ਹੋ ਜਾਂਦੀਆਂ ਨੇ। ਫਿਰ ਰੱਬ ਦਾ ਪਿਆਰਾ ਕਹਿੰਦਾ, ਮਹਾਰਾਜ ਮੈਂ ਇਹਨਾਂ ਤੋਂ ਕੀ ਕਰਾਉਣਾ ਹੈ? ਮੇਰੇ ਮਹਾਰਾਜ ਇਹ ਨਹੀਂ, ਮੇਰਾ ਚਿੱਤ ਨਹੀਂ ਇਹਨਾਂ ਵਿੱਚ ਲੱਗਦਾ, ਮੈਨੂੰ ਤਾਂ ਮਹਾਰਾਜ ਤੁਹਾਡਾ ਨਾਮ ਚਾਹੀਦਾ ਹੈ। ਤੇ ਫਿਰ ਸਾਧ ਸੰਗਤ ਜੀ ਇਹ ਚੀਜ਼ਾਂ ਸਾਰੀਆਂ ਜਦੋਂ ਮਹਾਰਾਜ ਦਾ ਨਾਮ ਤਾਂ ਮਿਲਦਾ ਜਾ ਕਰਕੇ, ਜਦੋਂ ਇਹ ਸਾਰੀਆਂ ਚੀਜ਼ਾਂ 'ਚੋਂ ਮਨ ਹਟ ਜਾਵੇ, ਫਿਰ ਹਿਰਦੇ 'ਚ ਨਾਮ ਵਸ ਜਾਂਦਾ ਹੈ, ਫਿਰ ਨਿਰੰਕਾਰ ਦੇ ਸਰੂਪ ਵਿੱਚ ਅਭੇਦ ਹੋ ਜਾਈਦਾ ਹੈ। ਐਡਾ ਸੌਖਾ ਨਹੀਂ ਹੈ। ਮਹਾਰਾਜ ਕਹਿੰਦੇ ਭਾਈ ਜੇ ਸਵਰਗ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ ਵੀ ਜਿਹੜੀਆਂ ਹਨ ਉਹ ਕੋਲ ਆ ਜਾਣ, ਵਸੀਕਾਰ ਉਹਨਾਂ ਨੂੰ ਕਰ ਲਵੇ, ਏਡੀ ਸ਼ਕਤੀ ਦਾ ਮਾਲਕ ਹੋਵੇ। ਨਾਨਕ ਸਭੋ ਜਾ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਸਭੋ ਕੁਛ ਇਹ ਜਾਣ ਵਾਲਾ ਹੀ ਹੈ। ਫਿਰ ਵੀ ਜਿੰਨੀਆਂ ਇਹ ਸ਼ਕਤੀਆਂ ਹਨ ਨਾ, ਕੀ ਹੈ, ਚਲਾਏ ਮਾਨ ਹੀ ਹਨ। ਭੀ ਤੂੰ ਹੈ ਸਲਾਹਣਾ। ਰੱਬ ਦੇ ਪਿਆਰਿਆਂ ਦੀ ਪ੍ਰੀਤ ਤਾਂ ਇਹ ਹੈ ਕਿ ਮਹਾਰਾਜ ਅਸੀਂ ਤੈਨੂੰ ਹੀ ਸਲਾਉਣਾ ਹੈ। ਮਹਾਰਾਜ ਫਿਰ ਵੀ ਤੈਨੂੰ ਹੀ ਸਲਾਉਣਾ ਕਰੀਏ, ਏਡੀਆਂ ਸ਼ਕਤੀਆਂ ਪ੍ਰਗਟ ਕਰਕੇ ਸਾਹਮਣੇ ਦਿਖਾ ਦੇਵੇ, ਵਾਹਿਗੁਰੂ ਇੰਨੀਆਂ ਸ਼ਕਤੀਆਂ ਸਾਹਮਣੇ ਰੱਖ ਦੇਵੇ, ਤਾਂ ਵੀ ਮਹਾਰਾਜ ਅਸੀਂ ਤਾਂ ਤੈਨੂੰ ਹੀ ਸਲਾਉਣਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਕਿ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸਾ ਮੇਹੋ, ਜਾਏ ਮਿਲਾ ਤੇ ਨਾ ਸੱਜਣਾ ਟੁੱਟੋ ਨਾ ਹੀ ਨੇਹੋ। ਅੱਲਾ ਕਿਤੇ ਮੇਰਾ ਨੇਹ ਨਾ ਤੇਰੇ ਨਾਲੋਂ ਟੁੱਟੇ, ਨਾ ਸ਼ਕਤੀਆਂ ਵਿੱਚ ਲੱਗ ਕੇ, ਮੈਂ ਤਾਂ ਤੇਰਾ ਸਲਾਉਣਾ ਹੀ ਚੰਗਾ ਸਮਝਦਾ ਹਾਂ। ਆਖਣ ਲਹਿ ਨਾ ਚਾਓ। ਵਾਹਿਗੁਰੂ ਤੇਰਾ ਨਾਮ ਆਖਦਿਆਂ, ਨਾਮ ਜਪਦਿਆਂ, ਇਹ ਨਹੀਂ ਕਿ ਇੱਕ ਮਾਲਾ ਫੇਰ ਲਈ ਹੈ ਤੇ ਹੁਣ ਚੱਲ ਬਥੇਰੀ ਹੈ। ਫਿਰ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੂੰ ਚਾਅ ਹੀ ਚੜਿਆ ਰਹਿੰਦਾ ਹੈ ਉਹ ਤਾਂ ਸਾਰਾ ਸਾਰਾ ਦਿਨ, ਸਾਰੀ ਰਾਤ ਨੂੰ ਵੀ ਜਾਗ ਕਰਕੇ ਭਜਨ ਕਰਦੇ ਆ, ਨਾਮ ਜਪਦੇ ਆ, ਥੋੜਾ ਹੀ ਸਰੀਰ ਦਾ ਧਰਮ ਪਾਲਦੇ ਆ, ਥੋੜਾ ਖਾਣਾ, ਥੋੜਾ ਸੌਣਾ। ਇਉਂ ਮਹਾਰਾਜ ਕਹਿੰਦੇ ਭਾਈ ਚਾਅ ਹੀ ਨਹੀਂ ਲੈਂਦਾ ਹੈ। ਐਸੀ ਵਾਹਿਗੁਰੂ ਦੀ ਬਖਸ਼ਿਸ਼ ਰਹਿਮਤ ਹੁੰਦੀ ਆ। ਪੌੜੀ ਪਬੜੀ, ਇੱਥੇ ਵੀ ਸਾਧ ਸੰਗਤ ਜੀ ਪਬੜੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿਹੜੇ ਹੱਥ ਲਿਖਤ ਸਰੂਪ ਹੈ ਉਹ ਪੂਰੇ ਸ਼ੁੱਧ ਵੈ। ਇਸਦਾ ਥੋੜਾ
ਬਦਲਾਵ ਪਹਿਲਾਂ ਵੀ ਪੌੜੀ ਆਈ ਸੀ ਪਿੱਛੇ ਇੱਕ, ਤੇ ਪਰ ਪੌੜੀ ਲਿਖਿਆ ਆਇਆ ਸੀ, ਅਰਥ ਤਾਂ ਇੱਕੋ ਹੀ ਹੈ, ਪਰ ਲਿਖਤ ਵਿੱਚ ਜੋ ਹਜੂਰ ਨੇ ਲਿਖਿਆ ਹੈ ਉਹੀ ਸਾਧ ਸੰਗਤ ਜੀ ਪੜ੍ਹਨਾ ਚਾਹੀਦਾ। ਤੋ ਇਹ ਥੋੜਾ ਜਿਹੜਾ ਹੈ ਗਲਤੀ ਛਪੀ ਹੈ, ਹੱਥ ਲਿਖਤੀ ਸਰੂਪ ਹੈ। ਤੋ ਇਸ ਪ੍ਰਕਾਰ ਪਬੜੀ ਸ਼ਬਦ ਇੱਥੇ ਮਹਾਰਾਜ ਉਚਾਰਨ ਕਰਦੇ ਹੈ, ਅਰਥ ਜਿਹੜਾ ਹੈ ਉਹ ਇੱਕੋ ਹੀ ਹੈ। ਬਦ ਫੈਲੀ ਗਹਿ ਬਾਨਾ। ਸੱਚੇ ਪਾਤਸ਼ਾਹ ਜੀ ਹੁਣ ਨਾਮ ਤੋਂ ਜਿਹੜੇ ਸਖਣੇ ਆ ਉਹਨਾਂ ਦੀ ਬਾਬਤ ਦੱਸਦੇ। ਮਹਾਰਾਜ ਕਹਿੰਦੇ ਭਾਈ ਬਦ ਫੈਲੀਆਂ ਜਿਹੜੀਆਂ ਹਨ ਉਹ ਕਰਨ ਵਾਲਾ ਹੋਵੇ, ਕੁਕਰਮੀ ਹੋਵੇ। ਮਹਾਰਾਜ ਕਹਿੰਦੇ ਭਾਈ ਜਿਹੜਾ ਹੈ ਪੂਰੀ ਪੰਕਤੀ ਪੜੋ। ਬਦ ਫੈਲੀ ਗਹਿ ਬਾਨਾ ਖਸਮ ਨਾ ਜਾਣਈ। ਜਿਹੜਾ ਖਸਮ ਨੂੰ ਨਹੀਂ ਨਾ ਜਾਣਦਾ, ਵਾਹਿਗੁਰੂ ਨੂੰ ਨਹੀਂ ਜਾਣਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦਾ ਜਿਹੜਾ ਜੀਵਨ ਹੈ ਨਾ ਉਹ ਕੁਕਰਮੀ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬਦ ਫੈਲੀਆਂ ਵਾਲਾ, ਉਹਦੇ ਕਰਮ ਸਾਰੇ ਹੀ ਬਦ ਫੈਲੀਆਂ ਵਾਲੇ ਆ। ਤੇ ਗੈਬਾਨਾ ਸਾਧ ਸੰਗਤ ਜੀ ਜਿਹੜਾ ਹੈ ਉਹ ਜਿਵੇਂ ਇਸ ਪ੍ਰਕਾਰ ਅਰਬੀ ਵਿੱਚ ਕਿਹਾ ਜਾਂਦਾ ਭੂਤ ਨੂੰ, ਤੇ ਕਿਉਂ ਕਿਹਾ ਜਾਂਦਾ ਹੈ, ਜਿਵੇਂ ਆਪਾਂ ਕਹਿ ਦਿੰਨੇ ਆ ਕੋਈ ਲੁਕ ਗਿਆ ਹੋਵੇ ਤਾਂ ਉਹਨੂੰ ਕਹਿੰਦੇ ਕਿੱਧਰ ਗਾਇਬ ਹੋ ਗਿਆ, ਕਿੱਧਰ ਲੁਕ ਗਿਆ ਸੀਗਾ ਤੂੰ। ਇਹ ਜਿਹੜਾ ਅੱਖਾਂ ਨਾਲ ਨਾ ਦਿਸੇ ਲੁਕਣ ਵਾਲੀਆਂ ਸੂਖਸ਼ਮ ਚੀਜ਼ਾਂ ਉਹ ਭੂਤ ਪ੍ਰੇਤ ਹੁੰਦੀਆਂ, ਜਿਹੜੀਆਂ ਅੱਖਾਂ ਨਾਲ ਨਹੀਂ ਦਿਸਦੀਆਂ ਹਨ। ਹਜੂਰ ਕਹਿੰਦੇ ਜਿਹੜਾ ਖਸਮ ਨੂੰ ਨਹੀਂ ਨਾ ਜਾਣਦਾ ਉਹ ਤਾਂ ਭਾਈ ਕਲਮ ਹੈ ਪ੍ਰੇਤ ਜਿਨੀ ਨਾਮ ਨਾ ਪਛਾਤਾ। ਜਿਨੇ ਵਾਹਿਗੁਰੂ ਦਾ ਨਾਮ ਜਪਣਾ ਨਹੀਂ ਜਾਣਿਆ, ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਭਾਈ ਪ੍ਰੇਤ ਵੈ। ਤੇ ਬਦ ਫੈਲੀਆਂ ਵਾਲੇ ਉਹਦੇ ਕਰਮ ਹੈ, ਸਦਾ ਹੀ ਕੁਕਰਮ ਕਰਦਾ ਹੈ, ਬਦ ਫੈਲੀਆਂ ਵਿੱਚ ਲੱਗੇ ਰਹਿੰਦੇ ਹੈ, ਕੁਕਰਮਾਂ ਵਿੱਚ ਮਹਾਰਾਜ ਕਹਿੰਦੇ ਭਾਈ ਲੱਗੇ ਰਹਿੰਦੇ, ਜਿਹੜੇ ਵਾਹਿਗੁਰੂ ਨੂੰ ਨਹੀਂ ਜਾਣਦੇ, ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ। ਸੋ ਕਹੀਏ ਦੀਵਾਨਾ। ਮਹਾਰਾਜ ਕਹਿੰਦੇ ਭਾਈ ਉਹਨੂੰ ਤਾਂ ਦੀਵਾਨਾ, ਇੱਥੇ ਕਮਲੇ ਨੂੰ ਕਹਿੰਦੇ, ਸ਼ੁਦਾਈ ਨੂੰ ਕਿਹਾ ਮਹਾਰਾਜ ਨੇ ਕਿ ਭਾਈ ਉਹਨੂੰ ਕਮਲਾ ਸ਼ੁਦਾਈ ਕਿਹਾ ਜਾਵੇਗਾ। ਆਪ ਨਾ ਪਛਾਣ। ਜਿਹੜਾ ਆਪਣੇ ਆਪ ਨੂੰ ਪਛਾਣਦਾ ਹੀ ਨਹੀਂ। ਕਮਲੇ ਇਹੋ ਹੀ ਹੁੰਦੇ ਆ ਜਿਹੜੇ ਬੌਰੇ, ਇਹ ਉਥੇ ਪਰਮੇਸ਼ਰ ਦੇ ਨਾਮ ਦੀ ਪ੍ਰੀਤ ਵਿੱਚ ਬੌਰੇ ਹੋਣਾ ਇੱਥੇ ਵਾਚਕ ਨਹੀਂ ਹੈ। ਜਿਵੇਂ ਇੱਥੇ ਕਮਲੇ ਹੁੰਦੇ ਜਿਹਨੂੰ ਖਾਣ ਦਾ ਪਤਾ ਨਾ ਹੋਵੇ, ਪਹਿਰਨ ਦਾ ਪਤਾ ਨਾ ਹੋਵੇ, ਮੱਖੀਆਂ ਚਾਰ ਚਫੇਰੇ, ਨਾ ਨਹਾਉਣਾ ਨਾ ਧੋਣਾ, ਮੈਲ ਚਿੰਬੜੀ ਰਹੇ, ਆਵੇਂ ਅਵਾ ਤਵਾ ਬੋਲੀ ਜਾਣਾ, ਨਾ ਬੁਰੇ ਭਲੇ ਦੀ ਕੋਈ ਪਛਾਣ ਨਹੀਂ। ਇਹੋ ਜਿਹੇ ਕਮਲੇ ਹੁੰਦੇ ਆ ਕਈ, ਦਿਮਾਗ ਹੀ ਨਹੀਂ ਕੰਮ ਕਰਦਾ। ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਬਿਨ ਨਾਵੈ ਜਗ ਕਮਲਾ ਫਿਰੈ। ਲੋਕ ਕਹਿੰਦੇ ਅਸੀਂ ਬੜੇ ਸਿਆਣੇ ਆ, ਬੜੀ ਸੂਝ ਆ, ਸਾਨੂੰ ਕੱਪੜੇ ਦੇ ਪਾਉਣ ਦਾ ਸਲੀਕਾ ਬੜਾ ਹੈ, ਬੋਲਣ ਦਾ ਬੜਾ ਸਲੀਕਾ ਹੈ, ਅਸੀਂ ਬੜੇ ਦਾਨੇ ਆ। ਮਹਾਰਾਜ ਕਹਿੰਦੇ ਸਭ ਕਮਲੇ ਆ, ਸ਼ੁਦਾਈਆਂ ਦਾ ਹੀ ਟੋਲਾ ਇਕੱਠਾ ਹੋਇਆ ਹੈ ਸਭ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕਿਉਂ? ਕਿਉਂਕਿ ਆਪਣੇ ਆਪ ਨੂੰ ਨਹੀਂ ਪਛਾਣਦੇ ਕਿ ਮੈਂ ਕੌਣ ਆ, ਆਪਣੇ ਆਪ ਨੂੰ ਦੇ ਹੀ ਪਛਾਣੀ ਜਾਂਦੇ ਤੇ ਕਮਲੇ ਹੀ ਆ ਨਾ। ਫਿਰ ਮਹਾਰਾਜ ਕਹਿੰਦੇ ਭਾਈ ਨਾਮ ਨੂੰ ਨਹੀਂ ਪਛਾਣਦੇ ਤੇ ਸ਼ੁਦਾਈ ਹੈ ਨਾ। ਫਿਰ ਵਾਹਿਗੁਰੂ ਨੂੰ ਨਹੀਂ ਪਛਾਣਦੇ। ਵੇਖ ਲੋ ਇਹ ਕਿੱਡਾ ਵੱਡਾ ਉਲੰਭਾ ਸਾਨੂੰ ਲੱਗਦਾ ਹੈ, ਅਸੀਂ ਸ਼ੁਦਾਈ ਬਣੇ ਫਿਰਦੇ ਆ। ਇਹ ਗੁਰੂ ਨਾਨਕ ਸਾਹਿਬ ਦੇ ਵਾਕ ਆ ਭਾਈ, ਲੱਗਦੇ ਤਾਂ ਕੌੜੇ ਆ ਪਰ ਹੈਨ ਸੱਚ। ਸਤਿਗੁਰੂ ਜੀ ਕਹਿੰਦੇ ਭਾਈ ਜੇ ਨਾਮ ਦੀ ਪ੍ਰੀਤ ਨਹੀਂ ਕਰਦੇ, ਆਪਣੇ ਅਸਲ ਸਰੂਪ ਨੂੰ ਨਹੀਂ ਪਹਿਚਾਣਦੇ, ਤੇ ਸਭ ਸ਼ੁਦਾਈਆਂ ਦਾ ਹੀ ਮਹਾਰਾਜ ਕਹਿੰਦੇ ਭਾਈ ਇਹ ਦੇਸ਼ ਹੈ, ਸਭ ਸ਼ੁਦਾਈ ਤੁਰੇ ਫਿਰਦੇ ਆ। ਜਿਹੜੇ ਆਪਣੇ ਆਪ ਨੂੰ ਪਛਾਣਦੇ ਆ, ਸਮਝ ਕਰਦੇ ਆ, ਸਤ ਸੰਗਤ ਕਰਦੇ ਆ, ਉਹਨਾਂ ਨੂੰ ਭਾਈ ਸੋਝੀ ਆਉਂਦੀ ਆ। ਆਪਣੇ ਆਪੇ ਨੂੰ ਪਛਾਣਨ ਵਾਲੇ ਨੂੰ ਮਹਾਰਾਜ ਕਹਿੰਦੇ ਭਾਈ ਇਹ ਸਿਆਣਾ ਹੈ, ਇਹਨੂੰ ਫਿਰ ਸੋਝੀ ਆ ਗਈ, ਪਤਾ ਲੱਗ ਗਿਆ। ਨਹੀਂ ਆਪਣਾ ਆਪਾ ਪਛਾਣਿਆ ਤੇ ਹਜੂਰ ਕਹਿੰਦੇ ਕਮਲਿਆਂ ਵਾਂਗੂ ਭਾਈ ਫਿਰਦੇ ਆ ਸੰਸਾਰ ਅੰਦਰ। ਕਲਹ ਹੈ ਬੁਰੀ ਸੰਸਾਰ। ਹਜੂਰ ਕਹਿੰਦੇ ਜਿਹੜੀ ਭਾਈ ਲੜਾਈ ਆ ਨਾ, ਕਲਹ ਹੈ, ਇਹ ਬੁਰੀ ਹੈ ਸੰਸਾਰ ਦੇ ਅੰਦਰ। ਵਾਦੇ ਖੱਪੀ ਹੈ। ਵਾਦ ਝਗੜੇ ਕਰਦੇ ਕਰਦੇ ਉਹ ਖੱਪ ਜਾਂਦੇ ਆ, ਨਾਮ ਨੂੰ ਨਹੀਂ ਜਪਦੇ। ਬੁਰੀ ਹੈ ਕਲਹ, ਸਿਰ ਤੇ ਪਈ ਰਹਿੰਦੀ ਹੈ। ਇੱਕ ਟੈਂਟਾ ਮੁੱਕਦਾ ਦੂਜਾ ਖੜਾ ਹੋ ਜਾਂਦਾ ਹੈ, ਤੇ ਉਹ ਟੈਂਟਿਆਂ 'ਚ ਹੀ ਭੱਜੇ ਫਿਰਦੇ ਰਹਿੰਦੇ ਆ, ਰਾਤ ਦਿਨ ਤੁਰੇ ਫਿਰਦੇ ਰਹਿੰਦੇ ਆ। ਤੇ ਇਹੋ ਜਿਹਾ ਉਹਨਾਂ ਦਾ ਬੁਰਾ ਹਾਲ ਹੁੰਦਾ ਹੈ। ਚਿੰਤਾ ਉਹਨਾਂ ਨੂੰ ਸੁੱਤੇ ਪਿਆਂ ਵੀ ਵੇਖੋ ਕਿ ਚਿਖਾ ਵਰਗੀ ਹੈ, ਨੀਂਦ ਨਹੀਂ ਆਉਣ ਦਿੰਦੀ। ਤੇ ਰੱਬ ਦੇ ਪਿਆਰੇ ਸੱਥਰ ਤੇ ਪਏ ਕਿਆ ਸੁਖੀ ਆਨੰਦ ਐਨ ਆਰਾਮ ਕਰਦੇ ਆ, ਉਹਦੇ ਖੁਸ਼ੀ ਵਿੱਚ ਮੌਜਾਂ ਕਰਦੇ ਆ। ਮਹਾਰਾਜ ਕਹਿੰਦੇ ਭਾਈ ਕਲਹ ਹੈ ਬੁਰੀ ਸੰਸਾਰ। ਸੰਸਾਰ ਦੇ ਅੰਦਰ ਕਲਹ ਜਿਹੜੀ ਹੈ ਨਾ, ਲੜਾਈ, ਉਹਨੂੰ ਬੁਰੀ ਸਮਝਿਆ ਜਾਂਦਾ ਹੈ। ਕਿਉਂਕਿ ਜਿਹਦੇ ਲੜਾਈ ਗਲ ਪਈ ਹੋਵੇ ਨਾ, ਉਹ ਤਾਂ ਸਾਧ ਸੰਗਤ ਜੀ ਚਿੰਤਾ ਦੇ ਵਹਿਣ 'ਚ ਹੀ ਵਿਹਾ ਰਹਿੰਦਾ ਹੈ ਨਾ। ਤਾਂ ਮਹਾਰਾਜ ਕਹਿੰਦੇ ਭਾਈ
ਵਾਦ ਝਗੜਿਆਂ ਦੇ ਅੰਦਰ ਹੀ ਉਹ ਖਪ ਜਾਂਦੇ ਆ ਜਿਹੜੇ ਨਾਮ ਨਹੀਂ ਜਪਦੇ। ਵਿਣ ਨਾਵੇ ਬੇਕਾਰ, ਨਾਮ ਤੋਂ ਬਿਨਾ ਹਜੂਰ ਕਹਿੰਦੇ ਸਭ ਵਿਕਾਰ ਹੀ ਵਿਕਾਰ ਹਨ, ਵਿਸ਼ੇ ਹੀ ਤੰਗ ਕਰਦੇ ਆ। ਭਰਮੇ ਪੱਚੀਐ, ਭਰਮ ਦੇ ਵਿੱਚ ਪਏ ਹੋਏ ਸੜਦੇ ਰਹਿੰਦੇ ਆ ਜੀਵ। ਮਹਾਰਾਜ ਕਹਿੰਦੇ ਭਰਮ ਨਹੀਂ ਭਾਈ, ਨਾਮ ਜਪੇ ਤੋਂ ਬਿਨਾ ਨਾਸ਼ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਜਪ ਲਓ, ਜਿੰਨੇ ਹੀ ਸਾਹ ਹਨ ਨਾਮ ਜਪ ਕੇ ਸਫਲੇ ਕਰ ਲਓ। ਇਹ ਜਿਹੋ ਜੇ ਸਮੇਂ ਆਉਂਦੇ ਆ ਨਾ ਸਾਧ ਸੰਗਤ ਜੀ, ਸਾਡੇ ਭਲੇ ਵਾਸਤੇ ਹੀ ਮਹਾਰਾਜ ਲਿਆਉਂਦੇ ਆ ਕਿ ਦੁੱਖ ਦਾਰੂ ਸੁਖ ਰੋਗ ਭਇਆ। ਜਦੋਂ ਸਾਨੂੰ ਸੁੱਖ ਇਸ ਕਦਰ ਚਿੰਬੜ ਜਾਣ ਕਿ ਸਾਨੂੰ ਰੋਗ ਬਣ ਕੇ ਲੱਗਣ, ਪ੍ਰਭੂ ਦਾ ਨਾਮ ਭੁੱਲ ਜੇ, ਬਸ ਹਾਸਿਆਂ ਠੱਠਿਆਂ 'ਚ ਜੀਵਨ ਜਿਹੜਾ ਹੈ ਬਰਬਾਦ ਕਰੀ ਜਾਈਏ, ਤੇ ਫਿਰ ਮਹਾਰਾਜ ਸਾਨੂੰ ਦੁੱਖ ਲਾਉਂਦੇ ਆ ਕਿ ਭਈ ਤੂੰ ਜੀਵਨ ਬਰਬਾਦ ਨਾ ਕਰ। ਉਹ ਫਿਰ ਦੁੱਖ ਦਾਰੂ ਦਾ ਕੰਮ ਕਰਦਾ ਕਿ ਮਹਾਰਾਜ ਦੀ ਯਾਦ ਆ ਜਾਂਦੀ, ਨਿਰੰਕਾਰ ਦੇ ਚੇਤੇ ਵਿੱਚ ਮਨ ਲੱਗ ਜਾਂਦਾ ਤੇ ਦੁੱਖ ਦਾ ਠੋਲਾ ਖਾ ਕੇ ਜੇ ਜ਼ਿੰਦਗੀ ਮਹਾਰਾਜ ਦੇ ਨਾਮ ਵੱਲ ਨੂੰ ਲੱਗ ਜਾਏ ਤੇ ਵੇਖ ਲੋ ਰਹਿੰਦੀ ਜ਼ਿੰਦਗੀ ਸੁਧਰ ਜਾਂਦੀ ਹੈ। ਫਿਰ ਇਹ ਸਮੇਂ ਜਿਹੜੇ ਆ ਨਾ ਉਹ ਇਸੇ ਕਰਕੇ ਨਿਰੰਕਾਰ ਬਣਾਉਂਦੇ ਆ ਕਿ ਜੀਆਂ ਦੀ ਜ਼ਿੰਦਗੀ ਸਫਲ ਹੋ ਜੇ। ਜੀਵ ਆਪਣੀ ਜ਼ਿੰਦਗੀ ਨਾ ਸੁੱਖਾਂ ਵਿੱਚ ਬਰਬਾਦ ਕਰ ਲੈਣ। ਤਾਂ ਕਈ ਕਹਿੰਦੇ ਆ ਬੜਾ ਦੁੱਖ ਦੀ ਘੜੀ ਆਈ, ਬੜਾ ਔਖਾ ਸਮਾਂ ਆਇਆ। ਠੀਕ ਸਾਧ ਸੰਗਤ ਜੀ, ਸਮਾਂ ਤਾਂ ਔਖਾ ਹੀ ਆਇਆ, ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਭਾਵੇਂ ਕਿ ਹੁਣ ਆਪਾਂ ਕਹਿ ਵੀ ਨਹੀਂ ਨਾ ਸਕਦੇ ਕਿਸੇ ਨੇ ਹੋਰ ਕਾਰਨ ਕਰਕੇ ਮਹਾਰਾਜ ਦੇ ਦਰਬਾਰ ਨੂੰ ਬੰਦ ਕੀਤਾ ਹੁੰਦਾ ਤੇ ਕੌਣ ਸੀ ਜਿਹੜਾ ਬੰਦ ਕਰ ਸਕਦਾ। ਪਰ ਹੁਣ ਸਮਾਂ ਹੀ ਇਦਾਂ ਦਾ ਹੈ ਕਿ ਫਿਰ ਹਕੂਮਤ ਕਹੇਗੀ ਕਿ ਵੇਖੋ ਸਿੱਖ ਜੀ ਇਹ ਆਖੇ ਨਹੀਂ ਲੱਗਦੇ, ਸਾਡੀ ਛਵੀ ਜਿਹੜੀ ਹੈ ਬੁਰੀ ਜਾਵੇਗੀ, ਕਿਉਂਕਿ ਕਹਿੰਦੇ ਆ ਕਿ ਇਹਦੇ ਨਾਲ ਸਮਾਜ ਦਾ ਢਾਂਚਾ ਜਿਹੜਾ ਉਹ ਲੋਕ ਜਿਹੜੇ ਆ ਉਹ ਮਰਨਗੇ ਤੇ